खोल दे बोतल। सतनाम श्री वाहिगुरु जी। सतनाम वाहिगुरु 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 वाहिगुरु। एक ओंकार सतनाम करता पुरख निर्भव निर्वैर अकाल मूरत अजुनी सैभं गुर प्रसाद जप। आद सच जुगाद सच है भी सच। नानक होसी भी श्री नानक पग पंकज बंदन पग पंकज। सिमरो अंगद दुख अमर दास गुर हृदय त्याओ जी। श्री गुरु रामदास गुण गाओ। श्री गुरु रामदास गुण गाओ। गुर अर्जन विघ्नन के नाश विघ्नन के। श्री हरगोबिंद शुभ सुमत। श्री हर राय नमो कर नमो कर। श्री हर कृष्ण मनाए तेग बहादुर परम कृपाला जी गुर कृपाला। श्री गुरु गोबिंद सिंह विसार तरों तरा तर पुन पुन सीसा पुन पुन बंदों बार बार जगदीश। जिसमें है अमृत ज्ञान है मानक भगत वैराग। श्री गुरु ग्रंथ साहिब दद बंदो हरे अनुराग। एक ओंकारा सतगुरु ते प्रसाद सच होए। वाहिगुरु जी की फतेह है विनाशन सो होए। वाहिगुरु जी की विघ्न विनाशन सो होए। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਸਤਿਗੁਰੂ, ਗਿਆਨ ਦੇ ਸਾਗਰ ਦਇਆਲਤਾ ਦੇ ਸੋਮੇ, ਗਰੀਬ ਨਵਾਜ ਸਤਿਗੁਰੂ ਸਰਬ ਸ਼ਕਤੀਮਾਨ, ਸਮੁੱਚੀ ਮਾਨਵਤਾ ਦੇ ਸੱਚੇ ਸੁੱਚੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਗੁਰੂ ਪਿਆਰ ਵਾਲੀਆਂ ਸੰਗਤਾਂ ਨੇ ਸ਼ਿਸ਼ੋਭਤ ਹੋਣਾ ਕੀਤਾ ਹੈ। ਸੋ ਸਾਧ ਸੰਗਤ ਆਪਾਂ ਸਾਰੇ ਜਾਣਦੇ ਹਾਂ ਜੋ ਕਿ ਅੱਜ ਸਾਰੇ ਮਹੀਨਿਆਂ ਤੋਂ ਦਿਨ ਜਿਹੜਾ ਸਭ ਤੋਂ ਛੋਟਾ 13 ਪੋਹ ਦਾ ਹੈ, ਔਰ ਛੋਟੇ ਦਿਨ ਦੇ ਵਿੱਚ ਸਭ ਤੋਂ ਵੱਡੀ ਸ਼ਹਾਦਤ ਵੀ ਅੱਜ ਹੀ ਆਪਾਂ ਦਰਸ਼ਨ ਕਰਨੇ ਹਨ। ਸੋ ਇਸ ਕਰਕੇ ਆਓ ਸਾਧ ਸੰਗਤ ਜੀ, ਪਿਛਲੇ ਦੀਵਾਨਾਂ ਅੰਦਰ ਆਪਾਂ ਬੜਾ ਆਨੰਦ ਮਾਣਿਆ ਹੈ। ਅੱਜ ਜੋ ਕਥਾ ਹੈ ਸਾਰੀ ਵਿਰਾਗ ਦੀ ਹੈ। तो जितना भी हो सके संगत जी माफ़ी दे देनी कोशिश करियो, अपने आप को खुला छड्ड के बैठे हो। खुले का भाव किसी बोझ विच ना बैठे हो, क्योंकि एक फकीर एक मस्जिद के बाहर बैठा सी ठूठा लैके, एक प्रेमी आया तो उन्हें उहदे ठूठे दे विच ना डॉलर पाए ते उन्होंने कहन लगा, फकीर साई मैं सुनिया है तू करबला दी जंग दे बारे बड़ा कुछ जानदा है, तेरे तो बड़ी दुनिया सुनदी है ते लोकी तेनू 1 रुपया दिंदे 2 टके दिंदे, मैं 100 डॉलर दे के कहना है अज मैनू करबला सुना। उस फकीर ने वो जिहड़ा भांडा सी ना ਜਿਹਦੇ ਵਿੱਚ ਲੋਕ ਪਾਉਂਦੇ ਸੀ ਉਹ ਚੁੱਕ ਕੇ ਮਾਰਿਆ, ਹੱਥ ਜੋੜ ਕੇ ਕਹਿੰਦਾ ਰੱਬ ਦਿਆ ਬਖਸ਼ਿਆ ਚਲਾ ਜਾ ਮੇਰੇ ਬੂਹੇ ਤੋਂ। ਕਹਿੰਦੇ ਕੀ ਹੋਇਆ ਜੀ, ਮੈਂ ਤੁਹਾਨੂੰ ਪਿਆਰ ਦਿੱਤਾ ਏ। ਕਹਿੰਦਾ ਮੈਂ ਮੰਨਦਾ ਏ ਤੂੰ ਮੈਨੂੰ ਪਿਆਰ ਦਿੱਤਾ ਏ, ਪਰ ਤੂੰ ਅੱਜ ਮੰਗ ਕੀਤੀ ਕਿ ਮੈਨੂੰ ਕਰਬਲਾ ਸੁਣਾ, ਅੱਜ ਨਹੀਂ ਮੈਂ ਸੁਣਾਉਣਾ। ਕਹਿੰਦੇ ਜੀ ਕੀ ਹੋਇਆ? ਕਹਿੰਦਾ ਦਰਅਸਲ ਦੇ ਵਿੱਚ ਹੁਣ ਕਰਬਲਾ ਦੇ ਦਿਨ ਚੱਲਦੇ ਪਏ ਨੇ, ਮੇਰੇ ਤੋਂ ਰੋਜ਼ 2-2 3-3 ਵਾਰੀ ਦੁਨੀਆ ਕਰਬਲਾ ਸੁਣਦੀ ਹੈ ਤੇ ਮੈਂ ਰੋਇਆ ਹੀ ਇੰਨਾ ਕੁ ਜ਼ਿਆਦਾ ਹੈ, ਹੁਣ ਮੇਰੀਆਂ ਅੱਖਾਂ ਦਾ ਪਾਣੀ ਮੁੱਕ ਗਿਆ, ਹੁਣ ਨਹੀਂ ਮੈਂ ਸੁਣਾਉਣਾ। ਕਿਉਂ? ਕਿਉਂਕਿ ਕਰਬਲਾ ਸੁਣਾਉਣ ਵਾਸਤੇ ਅੱਖਾਂ 'ਚ ਵਾਹਵਾ ਪਾਣੀ ਚਾਹੀਦਾ ਏ, ਕਿਉਂਕਿ ਉਸ ਇਤਿਹਾਸ ਹੀ ਇੱਦਾਂ ਦਾ ਹੈ ਜਦੋਂ ਸੁਣਾਉਣਾ ਹੈ ਤੇ ਉਦੋਂ ਬੂੰਦਾਂ ਡਿੱਗਣੀਆਂ ਏ, ਜਦੋਂ ਬੂੰਦਾਂ ਡਿੱਗਣੀਆਂ ਤੇ ਮੇਰੇ ਹਿਰਦੇ ਦੇ ਪਾਪ ਧੁੱਪ ਜਾਣੇ ਹੈ। ਇਸ ਕਰਕੇ ਅੱਜ ਨਹੀਂ 4 ਦਿਨ ਰੁਕ ਕੇ ਆਈ। ਉਹ ਹੈਰਾਨ ਹੋਇਆ, ਕਹਿੰਦੇ ਇਹ ਵੀ ਕਮਾਲ ਹੈ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਪੱਲੇ ਤੂੰ ਵਸੈ ਤੇ ਨਰ ਗੁਣੀ। ਚਲਾ ਜਾ, ਕਹਿੰਦੇ ਅੱਜ ਨਹੀਂ, ਮੈਨੂੰ ਤੇਰੇ ਪਿਆਰ ਦੀ ਲੋੜ ਨਹੀਂ, ਮੇਰੀਆਂ ਅੱਖਾਂ 'ਚ ਪਾਣੀ ਜਮ੍ਹਾਂ ਹੋ ਲੈਂਦੇ। ਕਰਬਲਾ ਬਹੁਤ ਵੱਡਾ ਥਾਂ ਰੱਖਦਾ ਇਸਲਾਮ ਦੀ ਦੁਨੀਆ 'ਚ, ਜਿਹਦੇ ਵਿੱਚ ਮੁਹੰਮਦ ਸਾਹਿਬ ਦੇ ਦੋਤੇ ਹਜ਼ਰਤ ਅਲੀ ਦੇ ਸੁਪੁੱਤਰ ਹਸਨ ਤੇ ਹੁਸੈਨ ਵਿਦਵਾਨ ਨੇ ਕਲਮ ਚੁੱਕੀ ਤੇ ਜਦੋਂ ਲਿਖਦਾ ਹੈ ਤੇ ਲੂੰ ਕੰਡਾ ਖੜਾ ਹੋ ਗਿਆ। ਕਹਿੰਦਾ ਦਿੱਤਾ ਜ਼ਹਿਰ ਤਕਦੀਰ ਨੇ ਹਸਨ ਤਾਈਂ, ਸਿਰ ਸ਼ਾਹ ਹੁਸੈਨ ਦਾ ਕੱਟ ਦੀਐ, ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਕਿੱਥੇ ਪਿੱਛੇ ਹਟਦੀ ਹੈ। ਤਕਦੀਰ ਚੰਗੀ ਤਕਦੀਰ ਮਾੜੀ, ਧੌਣ ਇਸ ਤਕਦੀਰ ਅੱਗੇ ਝੁਕ ਜਾਂਦੀ। ਸਿਆਣੇ ਕਹਿੰਦੇ ਨਾ ਮਿਟੀਏ ਦੇਵਤਿਆਂ ਤੋਂ ਵੱਡਿਆਂ ਵੱਡਿਆਂ ਦੇ ਮੂਹਰੇ, ਜਿਹਦੇ ਉੱਤੇ ਤਕਦੀਰ ਕਰੋਪ ਹੋ ਜਾਏ, ਨਬਜ ਵੈਦਾਂ ਦੀ ਫੜੀ ਵੀ, ਸਾਰੇ ਬੋਲੋ, ਨਬਜ ਵੈਦਾਂ ਦੀ ਫੜੀ ਵੀ, ਜਦੋਂ ਕੋਈ ਪੇਸ਼ ਨਹੀਂ ਚੱਲਦੀ ਸੰਗਤੇ ਗੱਲ ਆਣ ਤਕਦੀਰ ਤੇ ਮੁੱਕ ਜਾਂਦੀ। ਇਸ ਕਰਕੇ ਕਹਿੰਦਾ ਅੱਜ ਨਹੀਂ ਮੈਂ ਸੁਣਾਉਣਾ,
ਅੱਜ ਮੇਰੇ ਤੋਂ रो रो के पानी मुक गया तो मैं कई बारी गुस्ताखी माफ़ करनी जी। चौथा दीवान है अपना इत्थे हुण अज दी दिहाड़ी च दास दा ते तकरीबन ही जदों ये किस्सा छिड़दा है ना उदों अंदर वहिंदा है। पर मैं तां यतन किया भी सारे अपने आप नूं जिद्दां वीर जी ने प्रबंधक जना ने पहलां ही कहा फोन बंद कर दिओ। सब तो वड्डी प्रॉब्लम इहदी है। वीर जी बैठे लाइव वाले इन्हां भी एक सेवा लाई सी, मैं कुछ समय च भुल जांदा रहा कि अज दे वातावरण बारे कुछ ज्ञानी जी जरूर भेटा करियो। बड़ा सोहना सवाल इन्हां दा, पर अज दे वक्त विच इस सवाल नूं करन वाला बहुत घट मिलू। उहदा कारण यह है कि बाबा नानक 14 साल 9 महीने 13 दिन किथे बैठा सी वहींदे ते अज भी बाबियां कोल बहुत कुछ है, बहुत कुछ है। चाहण ते उस भोरा साहब नूं असमान ना ला सकदे है, पर उहदे च भर्ती क्यों नहीं पाई। बेर साहब जाने ना आपां वो थल्ले उतर के क्यों जाईदा, वो तो बराबर भी कर सकते सी। पर उहदा सब तो वड्डा कारण है कि जिन्ना साईं नूं मिलना है, जिन्ना प्यारे नूं मिलना है, उन्हां नूं चढ़ के कुछ नहीं मिलता, जदों भी मिलिया थल्लियों डिग के मिलता। कहंदे दरिया वग रिहा सी ते किस दे बुल सुके, वो कंढे ते खड़ोता करे पानी 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 पानी। अज किने वाहिगुरू 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 वाहिगुरू, रस क्यों नहीं होता। ध्यान देना, बहुत रूहां बैठियां जिन्हां दे 8-8 9-9 घंटे का सिमरन है, पर जदों मिलीदा वेखीदा ते वो भी खाली है जी। तो गल कित्थे आके वो कहंदा पानी पानी पानी, ते फकीर कहंदा ओए की गल है। कहंदा बड़ी प्यास लगी है, बड़े बुल सुकन दा। कहंदे फिर पानी पानी ना कर, थल्ले झुक बुक भर के पी ला, जे जी करदा ते नहा भी लै। वो कहंदा फकीरा बड़ा सियाना है तू, मैनू नहीं पता भी पानी बुक भर के नहा ला। कहंदा फिर अड़ी काहदी है। कहंदा दरअसल विच साडे वड्डे वडेरियां तो एक रीत चली आउंदी है। साडे दादे बाबे कहंदे सी पुੱਤ मरनी मर जिओ पर कदे झुकिओ ना। अच्छा कहंदा मर जावेगा। कहंदा हाँ मर जाऊंगा, पर झुक के पानी पीण वास्ते मैनू झुकना पैना है, ते झुकना मैं कदे जिंदगी च मन्निया ही नहीं। इदां दी अज साडी हस्ती है। सेवा भी करते हैं, नितनेम भी करते हैं, अमृत वेले भी उठते हैं, पर झुकण ते आके कले पै जांदी। वो कहंदा तू तरसदा मर जाना पानी नूं। हसन ते हुसैन इराक दा इलाका, करबला बहुत वड्डा युद्ध हुंदा है ते प्यासे ही मर गए। आखो सतनाम श्री वाहिगुरू। कहंदा झुक जा भावें पीण दी बजाए नहाली। वो बंदा मरनी मर गया, पर वो झुकिया नहीं। इस करके महाराज कहंदे मां आटा गुंदी भांडे मांजदी है, बच्चा तुरिया फिरदा खेडदा फिरदा है, पर जदों डिगदा है ते उदों विचे भांडे छड्ड के कहंदी मैं मर जावां। कहंदी है ना संगते, भज के आटे दे लिबड़े हत्थां नाल चुकदी मैं सदके सट ते नहीं लगी। ओए सिखा तेरा गुरु ते वेखण दिया भी तू कदों आके डिगे, मैं चुकां तू डिगदा ही नहीं होया। आखो सतनाम। तो इस करके महाराज सच्चे पातशाह ने वातावरण औरा वेख्या। गुरु गोबिंद सिंह महाराज हेमकुंट पर्वत की लैन गए। अज उत्ते भी तरक हुंदी है, सबत सरिंग सोबत है तहां। किथे हेमकुंट पर्वत है तह हम अदक तपस्या साधी महाकाल, काल का अराधी। उहदा कारण सी मैं तां पहलां कि मैनू ख्याल भुल जाना। फिर ते वीर जी विचारे ने हुक्म लाया सी उहदा, गुरु गोबिंद सिंह जी उत्थे तां सी क्योंकि जदों भी बंदे ने बंदगी करनी है तो उहदे लई उहनूं वातावरण साफ चाहिदा। ते अज अपने चारे पासे ते बरूद मचन दिया, ते समाधि कित्थे लाओगे। तो सब तो वड्डा बरूद जेब च पाया मोबाइल। पता नहीं किन्ना खपिया तपिया बंदा, किते मसां मसां गुरु घर आउंदा, अजे मत्था टेक के बेचारा इदां ही कहंदा सच्चे पातशाह। उधरों ये वज पींदा विचे चुक के कहंदा 2 मिनट मत्था टेक के आउणा। आखो सतनाम। खत्म हो गया रस। तो इस करके अपने हिरदे भी बंद कर लो, ते मोबाइल भी बंद कर लो, ते नेत्र भी बंद कर लो। तो जे सफर वेखना है
ਤੋ ਇਸ ਕਰਕੇ ਜਿਤਨਾ ਵੀ ਹੋ ਸਕਿਆ ਅੱਜ ਰੋਇਓ ਜ਼ਰੂਰ, ਕਿਉਂਕਿ ਆਪਾਂ ਸਾਰੇ ਬਾਬਾ ਅਤਰ ਸਿੰਘ ਜੀ ਬੈਠੇ ਸੀ, ਕੀਰਤਨ ਸਮਾਪਤ ਹੋਇਆ ਤੇ ਇੱਕ ਮਾਂ ਕਹਿੰਦੀ ਬਾਬਾ ਜੀ ਬੰਦਾ ਕਿੱਥੋਂ ਆਇਆ ਤੇ ਕਿੱਥੇ ਚਲ ਜਾਂਦਾ। ਤੇ ਮਹਾਂਪੁਰਖ ਕਹਿੰਦੇ ਮਾਈ ਤੈਂ ਕੀ ਲੈਣਾ? ਕਹਿੰਦੇ ਬਾਬਾ ਜੀ ਦੱਸ ਦਿਓ, ਤੁਸੀਂ ਬਾਣੀ ਪੜ੍ਹਦੇ ਆਂ। ਹੱਸ ਪਏ ਮਹਾਂਪੁਰਖ, ਕਹਿੰਦੇ ਮਾਤਾ ਰੋਂਦਾ ਹੀ ਆਇਆ ਤੇ ਕਹਿੰਦੀ ਉਹ ਕਿੱਦਾਂ? ਕਹਿੰਦੇ ਜਦੋਂ ਬੱਚਾ ਜੰਮਦਾ ਰੋਂਦਾ ਨਹੀਂ ਤੇ ਡਾਕਟਰ ਕਹਿੰਦੇ ਆ ਵੀ ਜਾਂ ਤੇ ਗੁੰਗਾ ਏ ਤੇ ਜਾਂ ਫਿਰ ਮਰਿਆ ਏ। ਕਹਿੰਦੀ ਅੱਛਾ। ਕਹਿੰਦੇ ਜਦੋਂ ਰੋਂਦਾ ਏ ਜਨਮ ਤੇ ਉਦੋਂ ਹੀ ਵਧਾਈਆਂ ਦਿੱਤੀਆਂ ਜਾਂਦੀਆਂ, ਵਧਾਈ ਹੋਵੇ ਬੱਚਾ ਹੋਇਆ, ਜਿਹੜੇ ਰੋਂਦੇ ਨਹੀਂ ਤਾਂ ਫਿਕਰ ਪੈ ਜਾਂਦਾ। ਫਿਰ ਕਹਿੰਦੇ ਭੰਗੂੜੇ 'ਚ ਰੋਂਦਾ ਨਹੀਂ, ਮਾਂ ਦੁੱਧ ਨਹੀਂ ਪਿਆਉਂਦੀ। ਫਿਰ ਸਕੂਲ ਦੀ ਬੱਸ 'ਚ ਰੋਂਦਾ ਹੀ, ਫਿਰ ਡਿਗਰੀ ਚੱਕੀ ਫਿਰਦਾ, ਨੌਕਰੀ ਨੂੰ ਰੋਂਦਾ ਹੀ, ਨੌਕਰੀ ਮਿਲ ਗਈ ਸੜਕਾਂ ਤੇ ਧਰਨੇ ਲਾਈ ਫਿਰਦਾ, ਤਨਖਾਹ ਨੂੰ ਰੋਂਦਾ ਹੀ। ਕਹਿੰਦੇ ਹੁਣ ਤਨਖਾਹ ਮਿਲ ਗਈ, ਨੌਕਰੀ, ਵਿਆਹ ਨਹੀਂ ਹੁੰਦਾ, ਰੋਂਦਾ ਹੀ। ਹੁਣ ਵਿਆਹ ਹੋ ਗਿਆ ਤੇ ਬੱਚਾ ਨਹੀਂ ਹੁੰਦਿਆ, ਫਿਰ ਹੁੰਗਾਰਾ ਦੇਈ ਚੱਲਿਓ। ਹੁਣ ਬੱਚਾ ਹੋਇਆ ਤੇ ਉਹ ਨਸ਼ੇ 'ਚ ਪੈ ਗਿਆ, ਫਿਰ ਰੋਂਦਾ ਹੀ। ਗੱਲ ਮੁਕਾਈਏ ਕਿ ਰੋਂਦੇ ਹੀ ਜੰਮੇ ਆ ਤੇ ਰੋਂਦੇ ਹੀ ਚਲੇ ਜਾਣਾ ਏ। ਇਸ ਕਰਕੇ ਪੜ੍ਹਦੇ ਹੁੰਦੇ ਗੁਰੂ ਕੇ ਢਾਡੀ, ਮੈਂ ਸਭ ਦਾ ਹੋ ਕੇ ਦੇਖ ਲਿਆ, ਇੱਕ ਤੇਰਾ ਹੋਣਾ, ਦੁਨੀਆ ਦੇ ਰੋਣੇ ਰੋ ਲਏ ਨੇ, ਅੱਜ ਆਪਣਾ ਰੋਣਾ ਬਾਕੀ। ਮੇਰੀ ਉਮਰ ਬੀਤ ਗਈ ਰੋਂਦੇ ਦੀ, ਮੇਰੀ ਉਮਰ ਬੀਤ ਗਈ ਰੋਂਦੇ, ਇੱਕ ਤੇਰਾ ਹੋਣਾ ਬਾਕੀ ਹੈ। ਮੈਂ ਸਭ ਦਾ ਹੋ ਕੇ ਦੇਖ ਲਿਆ, ਇੱਕ ਤੇਰਾ ਹੋਣਾ ਬਾਕੀ ਹੈ, ਦੁਨੀਆ ਦੇ ਰੋਣੇ ਰੋ ਲਏ ਨੇ, ਹੁਣ ਆਪਣਾ ਰੋਣਾ ਬਾਕੀ ਹੈ। ਮੈਂ ਸਭ ਦਾ ਹੋ ਕੇ ਦੇਖ ਲਿਆ, ਇੱਕ ਤੇਰਾ ਹੋਣਾ ਬਾਕੀ ਹੈ, ਇੱਕ ਤੇਰਾ ਹੋਣਾ ਬਾਕੀ ਹੈ, ਇੱਕ ਤੇਰਾ ਹੋਣਾ ਬਾਕੀ ਹੈ। ਮਹਿਸੂਸ ਕਰਿਓ ਸੱਜਣੋ, ਬਜ਼ੁਰਗ ਬੈਠੇ ਐ, 80 80 70 ਸਾਲ ਦੀਆਂ ਮਾਤਾਵਾਂ ਬੈਠੀਆਂ, ਕਿੰਨਾ ਕੀਤਾ ਤੁਸੀਂ ਪਰਿਵਾਰ ਦਾ, ਬੱਚਿਆਂ ਦਾ, ਨੌਹਾਂ ਦਾ, ਪੋਤਿਆਂ ਦਾ। ਅੰਤ ਨੂੰ ਇਹੋ ਹੀ ਸ਼ਬਦ ਮਿਲਿਆ, ਕਹਿੰਦੇ ਇਹ ਤਾਂ ਘਰ ਚੋਂ ਨਿਕਲੀ ਜਾਵੇ। ਇਹ ਸਾਨੂੰ ਟੋਕਦੇ ਆ ਮਹਾਰਾਜ, ਕਹਿੰਦੇ ਹੁਣ ਦੱਸ, ਪਹਿਲੋਂ ਤੂੰ ਰੋਇਆ ਮੇਰਾ ਵਿਆਹ ਹੋ ਜੇ, ਫਿਰ ਰੋਇਆ ਮਹਾਰਾਜ ਮੈਨੂੰ ਪੁੱਤ ਦੇ, ਫਿਰ ਰੋਇਆ ਮੈਨੂੰ ਪੋਤਰਾ ਦੇ, ਅੱਜ ਤਾਂ ਸਭ ਕੁਝ ਹੈ, ਕਦੇ ਆਪਣੇ ਲਈ ਵੀ ਰੋ ਲਿਆ ਕਰ। ਬਾਬਾ ਅਤਰ ਸਿੰਘ ਜੀ ਕਹਿੰਦੇ ਮਾਈ ਛੱਡ ਖਹਿੜਾ ਗੱਲਾਂ ਦਾ, ਬੰਦਗੀ ਕਰਿਆ ਕਰ, ਰੋਂਦੇ ਹੀ ਜੰਮੇ ਤੇ ਰੋਂਦੇ ਹੀ ਤੁਰ ਜਾਣਾ। ਆਓ ਫਿਰ ਚੱਲੀਏ ਇਸ ਸਫ਼ਰ ਵੱਲ ਜੀ। ਤੋ ਜਿਹੜਾ ਸਫ਼ਰ ਰਵਾਉਂਦਾ ਹੈ ਤੇ ਆਪਣੇ ਆਪ ਨੂੰ ਰਿਲੈਕਸ ਕਰਕੇ ਬਿਠਾਇਓ, ਨਾ ਤਾਂ ਘੜੀ ਵੱਲ ਹੀ ਜਾਇਓ ਤੇ ਨਾ ਇੱਧਰ ਹੀ ਆਇਓ, ਬਸ ਸਿੱਧਾ ਹੀ ਫਤਿਹਗੜ੍ਹ ਸਾਹਿਬ ਲਿਜਾਣਾ ਤੁਹਾਨੂੰ। ਹੁਣ ਆਖੋ ਸਤਿਨਾਮ। ਸਾਰੀ ਸੰਗਤ ਜਿੱਥੇ ਜਿੱਥੇ ਥਾਂ ਮਿਲਦੀ ਭਾਈ, ਉੱਥੇ ਉੱਥੇ ਟਿਕ ਜਾਓ ਔਰ ਦੋਨੋਂ ਹੱਥ ਗੁਰੂ ਸਤਿਗੁਰਾਂ ਦੇ ਚਰਨਾਂ 'ਚ ਜੋੜ ਲਿਓ। ਆਓ ਪ੍ਰੇਮ ਦੇ ਨਾਲ ਸਾਰੀ ਸੰਗਤ ਜੁੜੀਏ ਜੀ, ਸਤਿਗੁਰੂ ਤੋਂ ਅਸੀਸ ਮੰਗੀਏ। ਮਹਾਰਾਜ ਤੇਰੇ ਪੁੱਤਾਂ ਦੀ ਕਥਾ ਹੋਣੀ ਹੈ, ਕਿਰਪਾ ਕਰੀ, ਸਿਰ ਤੇ ਹੱਥ ਰੱਖ ਕੇ ਕਰਾ ਲਈ ਜੀ। ਵਾਹਿਗੁਰੂ 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 ਵਾਹਿਗੁਰੂ
ਕਰ ਬੰਦੇ ਤੂੰ ਬੰਦਗੀ, 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 ਜਿਚਰ ਕਟ ਮੈਂ ਸਾ, ਜਿਚਰ ਕਟ ਮੈਂ ਸਾ, ਜਿਚਰ ਖਟ ਮੈਂ ਸਾ, ਜਿਚਰ ਖਟ ਮੈਂ ਸਾ, ਦਮ ਦਮ ਸਦਾ ਸੰਭਾਲਦਾ, ਦਮ ਦਮ ਸਦਾ ਸੰਭਾਲਦਾ, ਦਮ ਦਮ ਸਦਾ ਸੰਭਾਲਦਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ, ਇਹ ਜੋ ਦੁਨੀਆ, 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 ਸ਼ਹਿਰ ਮੇਲਾ, 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 ਸਿਹਰ ਮੇਲਾ, ਸਿਹਰ ਮੇਲਾ, ਸਿਹਰ ਮੇਲਾ, ਸਿਹਰ ਮੇਲਾ, ਸ਼ਹਿਰ ਮੇਲਾ, ਸ਼ਹਿਰ ਮੇਲਾ, ਸ਼ਹਿਰ ਮੇਲਾ, ਸ਼ਹਿਰ ਮੇਲਾ, ਦਸਤਗੀਰੀ ਨਾਹੇ, ਦਸਤਗੀਰੀ ਨਾਹੇ, ਦਸਤਗੀਰੀ ਨਾਹੀ, ਦਸਤਗੀਰੀ ਨਾਹੀ, ਇਹ ਜੋ ਦੁਨੀਆ, 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 ਇਹ ਜੋ ਦੁਨੀਆ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਮੇਲਾ ਏ ਭਾਈ, ਤੇ ਮੇਲੇ ਦੇ ਵਿੱਚ ਕਦੇ ਵੀ ਕੋਈ ਮੰਜਾ ਡਾ ਕੇ ਨਹੀਂ ਬਹਿੰਦਾ। ਅੱਜ ਅਸੀਂ ਦੁਖੀ ਆ ਨਾ, ਇਹੋ ਪੰਕਤੀ ਕੱਲੀ ਅੱਜ ਲੈ ਜਿਓ, ਸੁਖੀ ਹੋ ਜਾਓਗੇ। ਪੁੱਛੋ ਕਿਉਂ? ਕਿਉਂਕਿ ਸਾਡਾ ਬਾਬਾ ਕਹਿੰਦਾ ਬਾਣੀ 'ਚ ਵੀ ਇਹ ਜੋ ਦੁਨੀਆ, ਇੱਥੇ ਮੇਲੇ ਆਏ ਆ ਤੇ ਮੇਲੇ 'ਚ ਕਦੇ ਮੰਜਾ ਨਹੀਂ ਡਾਉਂਦਾ ਕੋਈ, ਸਿਰਫ ਉੱਥੇ ਆਈਦਾ ਜਾਈਦਾ ਤੇ ਦੁਕਾਨਾਂ ਤੇ ਵਪਾਰ ਚੱਲਦਾ। ਹੁਣ ਅੱਜ ਅਸੀਂ ਦੁਖੀ ਕਿਉਂ ਹੈ? ਗਹਿਰੀ ਕਰਕੇ ਉੱਪਰ ਮੰਡਪ, ਹਰ ਬੰਦੇ ਨੇ ਨੀਆਂ ਪੁੱਟੀਆਂ, ਗੁਸਤਾਖੀ ਮਾਫ। ਤੇ ਇਸ ਤਰੀਕੇ ਨਾਲ ਨਾ ਇੱਕ ਦਰਜੀ ਦੇ ਕੋਲ ਬੰਦਾ ਝਗੜ ਰਿਹਾ, ਕਹਿੰਦਾ ਦਰਜੀ ਨੂੰ, ਕਹਿੰਦਾ ਧਾਗੇ ਦੀ ਗਰੰਟੀ, ਕੱਪੜੇ ਦੀ ਗਰੰਟੀ, ਬਟਨ ਦੀ ਗਰੰਟੀ ਦੇਈ, ਹਿਸਾਬ ਲਾ ਲਈ, ਜੇ ਟੁੱਟ ਗਿਆ ਤੇ ਤੈਨੂੰ ਮੈਂ ਦੁਨੀਆ ਦੇ ਵਿੱਚ ਜਲੂਸ ਕੱਢਾਂਗਾ। ਇੱਕ ਫਕੀਰ ਮੰਗ ਰਿਹਾ ਸੀ ਰੁਪਈਆ, ਕਈ ਵਾਰੀ ਰੰਗੇ ਫਿਰਦੇ ਹੁੰਦੇ। ਕਹਿੰਦਾ ਗੁਸਤਾਖੀ ਮਾਫ ਕਰੀ ਸਜਣਾ, ਕਾਤੋਂ ਸਵੇਰੇ ਸਵੇਰੇ ਝਗੜਦਾ ਦਰਜੀ ਨਾਲ? ਕਹਿੰਦਾ ਕੱਪੜੇ ਨਹੀਂ ਸਹੀ ਸੀਂਦਾ, ਅੱਜ ਮੈਂ ਗਰੰਟੀ ਲੈਣੀ ਧਾਗੇ ਦੀ, ਬਟਨ ਦੀ, ਕੱਪੜੇ ਦੀ। ਫਕੀਰ ਹੱਸ ਕੇ ਕਹਿੰਦਾ ਬਾਬਾ ਸਾਰੀਆਂ ਚੀਜ਼ਾਂ ਦੀ ਗਰੰਟੀ, ਤੇਰੀ ਗਰੰਟੀ ਕੌਣ ਦਊ? ਕਈ ਵਾਰ ਸੀਤੇ ਰਹਿ ਜਾਂਦੇ, ਪਾਉਣ ਦਾ ਟਾਈਮ ਹੀ ਨਹੀਂ ਮਿਲਦਾ। ਇਸ ਕਰਕੇ ਮਹਾਰਾਜ ਕਹਿੰਦੇ ਦਸਤਗੀਰੀ ਨਾ ਹੈ, ਇੱਥੇ ਟਿਕਾਣਾ ਨਹੀਂ ਕਿਸੇ ਦਾ। ਸਾਰੇ ਆਪਾਂ ਪ੍ਰਾਹੁਣੇ ਆਏ ਆ, ਤੇ ਪ੍ਰਾਹੁਣਾ ਜਦੋਂ ਵੀ ਆਵੇ ਤੇ ਉਹ ਰਾਤ ਨੂੰ ਆਪਣਾ ਸਮਾਨ ਉਸ ਤਰੀਕੇ ਨਾਲ ਪੈਕ ਕਰਦਾ ਵੀ ਸਵੇਰੇ ਟਾਈਮ ਨਾਲ ਭਾਈ ਮੈਂ। ਪਰ ਅਸੀਂ ਐਡੀ ਤਕੜੀ ਗਲਤੀ ਕਰ ਲਈ,
ਅਸੀਂ ਜਦੋਂ ਘਰ ਬਣਾਈਂਦਾ ਸਭ ਕੁਝ ਉਸ ਤਰੀਕੇ ਨਾਲ ਬਣਾਈਂਦਾ, ਇਦਾਂ ਲੱਗਦਾ ਵੇਖਣ ਵਾਲੇ ਨੂੰ ਵੀ ਇਹਨੇ ਪੱਕਾ ਹੀ ਰਹਿਣਾ ਇੱਥੇ। ਆਪਾਂ ਕਹਿੰਦਾ ਵੀ ਉਹ ਚੀਜ਼ ਲਾਈ 40-50 ਸਾਲ ਗਰੰਟੀ ਦੇਈ, ਆਪਣਾ ਘੜੀ ਦਾ ਨਹੀਂ ਪਤਾ। ਨਾਮ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਾ ਪਤਾ ਨਹੀਂ ਘੜੀ ਨੂੰ ਇੱਥੇ ਬੂਹੇ 'ਚ ਡਿੱਗ ਪੈਣਾ ਹੈ ਤੇ ਇੰਨੀਆਂ ਗਰੰਟੀਆਂ ਲੈਂਦੇ ਆ। ਤੇ ਬਾਣੀ ਕੋਈ ਪੜ੍ਹਦਾ ਹੋਵੇ ਰੰਗਿਆ, ਉਹ ਕਹਿੰਦਾ ਇਹ ਜੋ ਦੁਨੀਆ, ਇਹ ਜੋ ਦੁਨੀਆ। ਆ ਕਹਿੰਦੇ ਕਿੰਨਿਆਂ ਦੇ ਭੋਗ ਪੈ ਗਏ ਆ, ਫੋਟੋ ਹੀ ਰਹਿ ਗਈਆਂ। ਤੇ ਆਓ ਸਾਧ ਸੰਗਤ, ਸਾਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ। ਤਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਸਾਨੂੰ ਅੱਜ ਵੀ ਗੜੀ ਚਮਕੌਰ ਵਾਲੀ ਤੇ ਸ਼ੀਸ਼ ਗੰਜ ਨਾ ਜੂਝਣੇ ਦੱਸਦੇ ਨੇ। ਆ ਪੁੱਛ ਲੋ ਜਾ ਕੇ ਕੰਧ ਸਰਹੰਦ ਕੋਲੋਂ, ਲਾਲ ਚਿਣੇ ਹੋਏ ਵੀ ਕਿੱਦਾਂ ਹੱਸਦੇ ਨੇ। ਉਸ ਕੰਧ ਦੇ ਦੀਦਾਰ ਆਪਾਂ ਕਰਨੇ ਆ। ਕੱਲ ਇੱਥੋਂ ਆਤ ਪ੍ਰਸੰਗ ਪਹੁੰਚਾ ਸੀ ਨੂਰਾ ਮਾਹੀ, ਰਾਏ ਕੱਲੇ ਦੀ ਰਾਏ ਕੋਟ ਦੀ ਧਰਤੀ ਤੇ ਮਹਾਰਾਜ ਨੂੰ 2-3 ਰਾਤਾਂ ਹੋ ਚੱਲੀਆਂ। ਟਾਹਲੀ ਦੇ ਥੱਲੇ ਹੀ ਸਜੇ ਮਹਾਰਾਜ, ਉੱਥੇ ਹੀ ਲੰਗਰ ਪਾਣੀ ਕੀਰਤਨ ਚੱਲ ਰਿਹਾ। ਰਿਲੀਜ਼ ਲਾ ਕੇ ਮਹਾਰਾਜ ਦੇਖ ਰਿਹਾ, ਦਇਆ ਸਿੰਘਾ ਟਾਹਲੀ ਤੇ ਚੜ, ਉੱਥੇ ਗੁਰਦੁਆਰਾ ਟਾਹਲੀ ਆਣਾ। ਮਹਾਰਾਜ ਸਾਹਿਬ ਜੀ ਕਹਿੰਦੇ ਵੇਖ ਟਾਹਲੀ ਤੇ ਮੇਰਾ ਬੜਾ ਜੀ ਕਰਦਾ ਮੇਰੇ ਪੁੱਤਾਂ ਦੀ ਕਥਾ ਕੋਈ ਛੇਤੀ ਛੇਤੀ ਸੁਣਾਵੇ, ਜਿੱਦਾਂ ਸੰਗਤ ਨੂੰ ਹੁੰਦਾ ਨਾ ਵੀ ਬਾਬਾ ਸ਼ੁਰੂ ਕਰਨ ਹੁਣ। ਤੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਅੰਦਰ ਕਿੰਨਾ ਰਸ ਸੀ ਆਪਣੇ ਪੁੱਤਾਂ ਦੀ ਸ਼ਹੀਦੀ ਸੁਣਦਾ। ਕਹਿੰਦੇ ਵੇਖ ਦਇਆ ਸਿੰਘ ਕਿੱਥੇ ਕਾਉਂਦਾ ਨੂਰਾ। ਕਹਿੰਦੇ ਵਾਰ-ਵਾਰ ਭਾਈ ਸਾਹਿਬ ਨੂੰ ਟਾਹਲੀ ਤੇ ਚੜਾ ਰਹੇ ਤੇ ਸਿੱਖੀ ਕਿੱਦਾਂ ਦੀ ਹੈ ਖੰਨਿਓ। ਇਤਿਹਾਸ ਕਹਿੰਦਾ ਮਹਾਰਾਜ ਦੇ ਅੰਦਰ ਕਿੰਨਾ ਕੁ ਖਿੱਚ ਹੋਵੇਗੀ। 25-30 ਮਿੰਟ ਬਾਅਦ ਕਹਿ ਦੇਣ ਦਇਆ ਸਿੰਘਾ ਚੜ੍ਹ ਟਾਹਲੀ ਤੇ। ਪਤਾ ਨਹੀਂ ਕਿੰਨੀ ਕੁ ਵਾਰੀ ਦਿਹਾੜੀ ਦਾ ਚੜਾਇਆ ਤੇ ਕਿੰਨੀ ਕੁ ਵਾਰੀ ਲਾਇਆ। ਇੱਥੇ ਕਿਸੇ ਨੂੰ ਕਹਿ ਦੇ ਗੁਰਦੁਆਰੇ, ਕਹਿੰਦਾ ਸਵੇਰੇ ਤੇ ਗਏ ਸ਼ਾਮਾਂ ਨੂੰ ਕੀ ਕਰਨਾ ਹੁਣ, 2 ਟਾਈਮ ਥੋੜਾ ਜਾਈਦਾ ਹੁੰਦਾ। ਤੇ ਮਹਾਰਾਜ ਤੈਨੂੰ ਮੋੜ ਦੇਣਗੇ। ਤੋ ਇਸ ਕਰਕੇ ਇਤਿਹਾਸ ਪਿਆਰ ਨਾਲ ਸੁਣਿਓ, ਮੁਹੱਬਤ ਨਾਲ। ਕੁਝ ਚੀਜ਼ਾਂ ਅੰਦਰੋਂ ਹੁੰਦੀਆਂ, ਕੁਝ ਕਿਤਾਬਾਂ 'ਚ। ਗੁਰੂ ਸਾਹਿਬ ਜੀ ਜਿੱਦਾਂ ਆਪਾਂ ਵਾਰ-ਵਾਰ ਕਹਿੰਦੇ ਫੋਨ ਨਹੀਂ ਨਾ ਲੱਗਦਾ ਬੱਚੇ ਦਾ ਬਾਹਰ ਅਮਰੀਕਾ, 3 ਦਿਨ ਹੋ ਗਏ ਫੋਨ ਨਹੀਂ ਆਇਆ ਤੇ ਭਾਦੀ ਬਣੀ ਹੁੰਦੀ। ਕਹਿੰਦੇ ਵੀ ਹੋਰ ਨੰਬਰ ਤੇ ਲਾਓ, ਕੀ ਚੱਕਰ ਹੈ। ਰੋਜ਼ ਰਾਤ ਨੂੰ ਬੱਚੇ ਫੋਨ ਕਰਦੇ ਆ, ਆਇਆ ਨਹੀਂ। ਉਹ ਵੀ ਤਾਂ ਬਾਪ ਸੀ। ਉਹ ਵੀ ਕਹਿੰਦਾ ਦਇਆ ਸਿੰਘਾ ਵੇਖ ਟਾਹਲੀ ਤੇ ਕਿੱਥੇ ਕਨੂਰਾ ਆਉਂਦਾ ਏ। ਭਾਈ ਸਾਹਿਬ ਜੀ 7 ਵਜਨ ਕਹਿ ਕੇ ਚੜ੍ਹਦੇ। ਸਾਡੇ ਵਰਗਾ ਸਿੱਖ ਹੁੰਦਾ ਕਹਿੰਦਾ ਮਹਾਰਾਜ ਮੇਰਾ ਜਵਾਬ ਆ, ਮੇਰੇ ਤੋਂ ਨਹੀਂ ਘੜੀ ਮੁੜੀ ਚੜਿਆ ਜਾਂਦਾ, ਆਜੂਗਾ। ਪਰ ਕਿੱਦਾਂ ਦੇ ਸਿੱਖ ਸੀ, ਉਹਨਾਂ ਤੇ ਸਿਰ ਲਵਾਉਣ ਲੱਗਿਆ ਨਹੀਂ ਨਾ ਕੀਤੀ ਤੇ ਹੁਣ ਕਿੱਥੋਂ ਕਰਨਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। 7 ਵਚਨ ਸਾਧੂ ਸਭ ਕਹਿਤ, 7 ਵਚਨ ਕਹਿ ਕੇ ਚੜ ਜਾਂਦਾ ਏ। ਫਿਰ ਕਹਿੰਦਾ ਨਹੀਂ ਨਹੀਂ, ਕਹਿੰਦਾ ਸਤਿਗੁਰੂ ਉਹ ਆ ਰਿਹਾ ਕੋਈ। ਕੱਲ ਇੱਥੋਂ ਤੱਕ ਆਏ ਸੀ, ਸ਼ਾਮਾਂ ਦਾ ਵਕਤ ਸੀ, ਨੂਰੇ ਨੇ ਮੂੰਹ ਤੇ ਕੱਪੜਾ ਲੈ ਲਿਆ, ਰੋਣ ਲੱਗ ਪਿਆ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਨੂਰਿਆ ਸੁਣਾ ਦੇ, ਫਿਰ ਕਰ ਸ਼ੁਰੂ ਮੇਰੇ ਲਾਲਾਂ ਦਾ ਕਿੱਸਾ। ਇੱਥੇ ਫਿਰ ਮਹਾਰਾਜ ਮਿੱਟੀ ਦੀ ਢੇਰੀ ਤੇ ਬੈਠੇ ਐ। ਸਾਰਾ ਪਿੰਡ ਰਾਏ ਕੋਟ ਮਹਾਰਾਜ ਦੇ ਲਾਗੇ ਹੋ ਕੇ ਪਿਆਰ ਵਾਲੇ ਤੁਹਾਡੇ ਵਰਗੇ ਦੂਰੋਂ ਦੂਰੋਂ ਸੰਗਤਾਂ ਆਈਆਂ ਮਾਣ ਦੇ ਨਾਲ ਸਤਿਗੁਰੂ ਦੇ ਲਾਲਾਂ ਪ੍ਰਤੀ। ਸਾਰੀ ਸੰਗਤ ਬੈਠੀ ਕਥਾ ਸੁਣ ਰਹੀ ਹੈ। ਆਪ ਗੁਰੂ ਗੋਬਿੰਦ ਸਿੰਘ ਕਥਾ ਸੁਣਦੇ ਤੇ ਸੁਣਾਉਂਦਾ ਕੌਣ ਹੈ? ਨੂਰਾ ਮਾਹੀ। ਤੇ ਕਿੱਦਾਂ ਕਿੱਦਾਂ ਫਿਰ ਸੁਣਾਉਂਦਾ ਏ। ਸਰਸਾ ਦੇ ਕੰਢੇ ਤੋਂ ਸਫ਼ਰ ਆਰੰਭ ਕਰਦਾ ਏ। ਉੱਥੋਂ ਫਿਰ ਕਈ ਵਿਦਵਾਨਾਂ ਨੇ ਇਤਿਹਾਸ ਜਿਹੜਾ ਆਪਣੀ ਝੋਲੀ 'ਚ ਪਾਇਆ ਕਿ ਲਾਲ ਜਦੋਂ ਇੱਥੋਂ ਆਪਾਂ ਚਮਕੌਰ ਨੂੰ ਆ ਗਏ ਸੀ ਉਦਣ, ਤੇ ਚੌਂਤੇ ਵਾਲੇ ਪਾਸੇ ਮਾਤਾ ਜੀ ਤੇ ਸਾਹਿਬਜ਼ਾਦੇ ਰੁੜ ਗਏ। ਉੱਥੋਂ ਪਾਰ ਹੋਏ। ਕਵੀ ਜੀ ਕਹਿੰਦਾ ਹੈ ਵੀ ਠੰਡ ਪੋਹ ਦੀ ਆਪਾਂ ਕੋਟ ਪਾਏ ਜੀ ਮਿੱਤਰੋ। ਹੁਣ ਗੱਡੀ 'ਚ ਵੀਟ ਮਹਿਸੂਸ ਕਰਿਓ। ਇਤਿਹਾਸ ਨੂੰ ਸੁਣਿਆ ਤੁਸੀਂ ਸਾਰਿਆਂ ਨੇ ਕਈ ਵਾਰੀ, ਮਹਿਸੂਸ ਕਰਨਾ ਹੋਰ ਗੱਲ ਹੈ। ਕਹਿੰਦੇ ਜਦੋਂ ਉੱਤੋਂ ਮੀਂਹ ਪੈਂਦਾ ਹੋਵੇ, ਹਵਾ ਚੱਲਦੀ ਹੋਵੇ ਤੇ ਰਾਤ ਪੋਹ ਦੀ ਹੋਵੇ ਤੇ ਠੰਡੇ ਪਾਣੀ 'ਚ ਭਿੱਜ ਜਾਣ ਕੱਪੜੇ, ਫਿਰ ਤਾਂ ਰੱਬ ਹੀ ਜਾਣਦਾ ਕਿਹੜੇ ਭਾਅ ਬੀਤਦੀ ਹੈ। ਕਹਿੰਦੇ ਸਾਹਿਬਜ਼ਾਦੇ ਰੁੜ ਗਏ ਜਦੋਂ ਪਾਣੀ 'ਚ, ਤੇ ਮਾਤਾ ਦੇ ਬਸਤਰ ਵੀ ਭਿੱਜ ਗਏ। ਜਿਹੜੇ ਥੈਲੇ ਦੇ ਵਿੱਚ ਬਸਤਰ ਸੀ ਦੂਜੇ 2-2 3-3 ਚੋਲੇ ਜਿੰਨੇ ਵੀ, ਉਹ ਵੀ ਭਿੱਜ ਗਏ। ਪੋਥੀਆਂ ਤੱਕ ਭਿੱਜ ਗਈਆਂ। ਇੱਕ ਰੂਹ ਨੇ ਸੇਵਾ ਕਰਨੀ, ਹੁਣ ਤੁਹਾਨੂੰ ਉਹਦੀ ਝੁੱਗੀ 'ਚ ਲਿਜਾਣਾ ਹੈ ਤੇ ਥੋੜਾ ਜਿਹਾ ਖੁੱਲ੍ਹ ਕੇ ਕਿਰਪਾ ਕਰਕੇ ਬੋਲੀ ਚੱਲਿਓ।
ਤੋ ਉਸ ਵੇਲੇ ਕਹਿੰਦੇ ਉਸ ਦਰਿਆ ਦੇ ਕੰਢੇ ਤੋਂ ਲਾਲ ਤੁਰੇ ਜਾਂਦੇ ਅਤੇ ਭਾਈ ਸਾਹਿਬ ਜੀ ਲਿਖਦੇ ਐ ਕਿ ਬੱਚਿਆਂ ਦੇ ਨੱਕ ਦੀਆਂ ਕਰੂੰਬਲੀਆਂ ਜਿਹੜੀਆਂ ਸੀ ਨੀਲੀਆਂ ਹੋ ਗਈਆਂ। ਛੋਟੇ ਛੋਟੇ, ਠੰਡ ਬਹੁਤ ਹੈ ਤੇ ਪਾਣੀ ਠੰਡਾ ਠਾਰ ਤੇ ਉੱਤੋਂ ਹਵਾ ਵਗਦੀ ਹੈ ਤੇ ਦੰਦ ਰਿੜਕਦੇ ਨੇ। ਦਾਦੀ ਮਾਂ ਨੇ ਦੋਵਾਂ ਦੇ ਹੱਥ ਫੜੇ, ਕੂਲੇ ਕੂਲੇ ਹੱਥ, ਜਿਨ੍ਹਾਂ ਨੂੰ ਹੱਥ ਘੜੀਆਂ ਲੱਗਣੀਆਂ ਅੱਗੇ। ਦਾਦੀ ਮਾਂ ਲਈ ਜਾ ਰਹੀ ਹੈ, ਲਈ ਜਾ ਰਹੀ ਹੈ ਤੇ ਬਾਬਾ ਫਤਿਹ ਸਿੰਘ ਉੱਥੇ ਬੋਲੇ। ਪਤਾ ਕੀ ਬੋਲੇ? ਕਹਿੰਦੇ ਦਾਦੀ ਸੇ ਬੋਲੇ ਸਿਪਾਹੀ ਕਿਧਰ ਗਏ। बोलो सारे जी, दादी से बोले सिपाही किधर गए, अब्बा बुझा के लश्करे शाही किधर गए। नजर नहीं आते मां सूरते माही किधर गए, हमको छोड़ के अकेले हमारे भाई किधर गए। तो ये शब्द कहे ते मां कहन लगी कोई नहीं पुत, इत्थे मिल पैना है आपां नूं। ਹੁਣ ਇਤਿਹਾਸ ਸੁਣਾਉਣਾ ਹੋਰ ਗੱਲ ਹੈ। ਮਹਿਸੂਸ ਕਰੋ ਵੀ ਰਾਤ ਦੇ 12 ਵਜੇ ਘਰੇ ਕੋਈ ਠੀਕ ਨਾ ਹੋਵੇ ਤੇ ਬੰਦੇ ਨੂੰ ਉੱਠ ਕੇ ਦਵਾਈ ਦੇਣੀ ਪਵੇ, ਲਿਜਾਣਾ ਪਵੇ ਸ਼ਹਿਰ, ਤੇ ਉਹ ਘੜੀ ਕਿੱਦਾਂ ਦੀ ਹੁੰਦੀ ਹੈ। ਤੇ ਉਸ ਵੇਲੇ ਮਾਂ ਨੇ ਹੌਸਲਾ ਦਿੱਤਾ, ਪੁੱਤ ਕੋਈ ਨਹੀਂ ਮਿਲ ਜਾਣਗੇ। ਤੇ ਬਾਬਾ ਜੋਰਾਵਰ ਸਿੰਘ ਪਤਾ ਕੀ ਕਹਿੰਦੇ? ਕਹਿੰਦੇ ਮਾਂ ਜਦੋਂ ਆ ਗਏ ਨਾ ਵੀਰੇ ਤੇ ਬਾਪੂ, ਅਸੀਂ ਨਹੀਂ ਬੋਲਣਾ। ਸਾਡਾ ਜਵਾਬ ਹੈ, ਕਹਿੰਦੇ ਜਬ रणजीत जीत कर तशरीफ लाएंगे, अब्बा के साथ जिस घड़ी जुझार आएंगे, कभी अब्बा कभी भाई मनाएंगे, जे नखा हम नहीं मानेंगे। कहते मां जदों आए ना असी नहीं बुलाना, करके गिला हर एक से हम रूठ जाएंगे। दादी असी दोनों ने कदे नहीं बुलाना पिता जी नूं। प्यार वेखो बच्चों वाले आपां, जिदा निके निके बच्चे रुसदे, बच्चे महाराज दे प्यारे। एक इतिहासकार ने अंदर दा दर्द लिखिया है, कहन लगे दादी मां असी बापू ना कदे नहीं बोलना, ना वीरिया ना बोलना है। कहंदी क्यों नहीं बोलना मेरे लाल? कहंदे कोई गल थोड़ा है, भुल गए शौके जंग में, भाई को भी हमरा ख्याल नहीं आया शौके तुफंग में, कि साडी याद नहीं आई निक्कियां दी, सानू छड्ड के चले गए। आपां समागम ते आईए ते कोई पिछे रह जे ते आखीदा भाई साहब रुक जाओ, इकट्ठे चलदे आ, हजे गुरु घर आउणा। भावना वालियां इतिहास लिखिया, कहंदे जब रणजीत जीत कर तशरीफ लाएंगे, अब्बा के साथ जिस घड़ी जुझार आएंगे, करके गिला हर एक से हम रूठ जाएंगे। कहंदे कभी भाई कभी पिता मनाएंगे, हम नहीं मानेंगे जे नखा। कहंदे दादी असी नहीं बोलना, जदों फिर ज्यादा ही मिलाउणगे ना फिर असी एक वादा लवांगे, इकरार लेंगे हम ना बुलाना, फिर कभी यूं अकेले छोड़ करना, कह देते हैं प्यार से रुलाना ना फिर कभी। दर्द लिखना बड़ा औखा। बच्चा कनेडा चलिया, बेटी चली ते एयरपोर्ट ते रोंदे होईदा, जे बच्चे कमाई करन चले है किदां रोन निकलदा भी पता घड़ी दा नहीं, क्योंकि बीमारियां इदां दियां लगियां। हुण तां पता नहीं उधर उन्हां पक्की होना कि आपां पक्की हो जाना इधर, हुण नहीं कुछ पता। ताही महाराज कहंदे आ भई प्राप्त मनुख देवरिया गोबिंद मिलन की। कहंदे टाइम ही आ जाया कर अवर काज तेरा कता आ, जिन्ने तू काम कार खोले है इस वेले दुकान बंद करके बंदगी कर लिया कर, कोई चक्कर नहीं है। 2 घंटे पहला लॉक ला दे, रोटी मिलूगी। कहंदे अवर काज तेरा मिल साध संगत। कहंदे जिथे किते कोई रब दा प्यारा आया होवे ना उत्थे पहुंच जा कर, उत्थे आके जिथे थां मिलदी साजिया कर। मेरे पातशाह ने आप क्या महाराज कहंदे है, तू सच्चा साहिब सिफत सवालियो जिन कीती। कहंदे सिफत हो रही है जी 8 दिनां तो, ते बापू किन्ना वड्डा गिफ्ट दे गए। कहंदे जिन्ने जिन्ने हाजरी भरी पार हो गए। महाराज कहंदे मैं नहीं कह रहा, महाराज कहंदे जिन कीती सो पार पिया, कहो नानक करते की। वाह, ये करते दियां बातां होंदियां। इत्थे निंदिया चुगली सारा दिन बोलीदा। आओ प्यारिओ उन्हां बच्चियां दे बोल सी, कहंदे इकरार लेंगे हम ना बुलाना फिर कभी, जूं अकेले छोड़ कर ना जाना फिर कभी, कह देते हैं प्यार से ना रुलाना फिर कभी, यूं अकेले छोड़ कर ना जाना फिर कभी।
ਹੌਸਲਾ ਜਿਹਾ ਦੇ ਕੇ ਮਾਤਾ ਲੈ ਆਈ ਤੇ ਇੱਥੇ ਇੱਕ ਰੂਹ ਮਿਲੀ ਹੈ ਜਿਹਦਾ ਨਾਮ ਸੀ ਕਰੀਮ ਬਖਸ਼। ਕੰਮੋਂ ਮਾਸ਼ਕੀ ਕਰਕੇ ਆਇਆ ਏ। ਉਹਨੂੰ ਮਿਲਦੇ ਆ ਪਹਿਲਾ ਪੜਾ ਜਦੋਂ ਉਹਨੇ ਮਾਂ ਵੇਖੀ ਜਾਂਦਾ ਰਹਿੰਦਾ ਸੀ ਆਨੰਦਪੁਰ। ਕਹਿਰ ਦਾ ਝੱਖੜ ਵਗੇ ਪਾਣੀ ਚ ਪਹਿਣ ਛੱਲਾਂ। ਬੋਲੋ ਜੀ, ਕਹਿਰ ਦਾ ਪਾਣੀ ਚ ਪਹਿਣ ਛੱਲਾਂ ਵਿਰਲੇ ਮਲਾ ਉਦੋਂ ਬੇੜੀ ਬੰਨੇ ਲਾਉਂਦੇ ਨੇ। ਪੈਂਦਾ ਜਾਂ ਵਕਤ ਸੱਚ ਆਖਿਆ ਸਿਆਣਿਆਂ ਨੇ ਸੱਜਣਾ ਦਾ ਸਾਥ ਉਦੋਂ। ਜਦੋਂ ਵਕਤ ਪੈ ਜੇ ਨਾ ਤਾਂ ਆਪਣੇ ਵੀ ਕਹਿੰਦੇ ਮੇਰਾ ਲੱਗਦਾ ਕੁਝ ਨਹੀਂ। ਬਾਣੀ ਨੇ ਵੀ ਕਹਿਤਾ ਸੁੱਖ ਮੈਂ ਬਹੁ ਦੁੱਖ ਮੈਂ ਕੋਈ ਨਹੀਂ ਬਣਦਾ ਜੇ। ਕਹਿੰਦੇ ਇਸ ਬੰਦੇ ਦੇ ਅੰਦਰ ਦਇਆ, ਮਾਸ਼ਕੀ ਦਾ ਸਾਹਬ ਮੱਛੀਆਂ ਫੜਨ ਵਾਲਾ ਵਗੈਰਾ ਇਹਦੇ ਬਾਰੇ ਵਿਦਵਾਨਾਂ ਨੇ ਕਿਸੇ ਨੇ ਕਿਹਾ ਬੇੜੀ ਚਲਾਉਣ ਵਾਲਾ। ਸੋ ਖੈਰ ਆਪਾਂ ਵਿਸ਼ੇ ਵੱਲ ਜਾਣਾ ਏ। ਤੋ ਗੁਰੂ ਪਾਤਸ਼ਾਹ ਦੇ ਲਾਲਾਂ ਨੂੰ ਹੱਥ ਜੋੜ ਕੇ ਮਾਂ ਦੇ ਪੈਰੀਂ ਹੱਥ ਲਾਇਆ, ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਚੋਂ ਸਿੱਖੋ, ਡੈਰੀ ਤੇ ਲਿਖ ਲਿਆ ਕਰੋ। ਇਹ ਕਥਾ ਤਾਂ ਹੈ ਵੀ ਜਦੋਂ ਵੀ ਸਿੱਖ ਨੂੰ ਮਿਲੇ ਨਾ ਏਦਾਂ ਨਾ ਕਿਹਾ ਕਰੋ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਗੁੱਡ ਨਾਈਟ। ਇਹ ਸਾਡਾ ਕੋਨੀ ਜੇ ਮਾਫ ਕਰਿਓ। ਠੀਕ ਆ, ਪੜ੍ਹੋ, ਵਿਦਿਆ ਪ੍ਰਾਪਤ ਕਰੋ। ਗੁਰੂ ਸਾਹਿਬ ਨੇ ਆਪਣੇ ਸਿੰਘ ਕਾਂਸੀ ਭੇਜੇ ਸੀ ਪੰਡਤਾਂ ਕੋਲੇ, ਕਹਿੰਦੇ ਪੁੱਤ ਵਿਦਿਆ ਪ੍ਰਾਪਤ ਕਰਨੀ ਚਾਹੀਦੀ ਹੈ। ਕੋਈ ਗੱਲ ਨਹੀਂ ਕਹਿੰਦੇ ਜੀ। ਉਹ ਕਹਿੰਦੇ ਕੱਪੜੇ ਗੇਰੂਏ ਪਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਾਲਿਆ ਕਰੋ। ਜਦੋਂ ਕਿਸੇ ਤੋਂ ਗੁਣ ਲੈਣਾ ਹੋਵੇ ਕੋਈ ਗੱਲ ਨਹੀਂ ਵੱਡੀ, ਮੇਰੇ ਪੁੱਤ ਵਿਦਵਾਨ ਬਣ। ਕੱਲਾ ਕਿਤੇ ਘੋੜੇ ਭਜਾਉਣ ਵਾਲੇ ਥੋੜਾ ਸੀ। ਪਾਤਸ਼ਾਹ ਮਹਾਰਾਜ ਕਹਿੰਦੇ ਵਿਦਿਆ ਜਿੱਥੇ ਵੀ ਮਿਲੇ ਪ੍ਰਾਪਤ ਕਰਨੀ ਚਾਹੀਦੀ। ਗਿਆਨੀ ਮਾਨ ਸਿੰਘ ਜੀ ਝੌਰ ਜੀ ਗੁਰਦੁਆਰੇ ਗਏ ਦਿੱਲੀ, ਉਹਨਾਂ ਨੂੰ ਸਮਾਂ ਨਾ ਮਿਲਿਆ। ਕਹਿੰਦੇ ਜੀ ਬੁਲਾਰੇ ਬਹੁਤ ਹੈ, ਧਿਆਣੀ ਟਾਈਮ ਤੇ ਉਹ ਗੁਣੀ ਸੀ। ਲਾਗੇ ਕਿਤੇ ਥੋੜਾ ਜਿਹਾ ਮੁਸਲਮਾਨਾਂ ਨੇ ਵੀ ਆਪਣਾ ਮਨਾ ਰਹੇ ਸੀ ਤੇ ਉਹ ਮਸਜਿਦ 'ਚ ਚਲੇ ਗਏ। ਉੱਥੇ ਜਾ ਕੇ ਫਤਿਹ ਬੁਲਾਈ। ਵਿਦਵਾਨ ਸਨ, ਉੱਥੇ ਕਥਾ ਕਰ ਰਹੇ, ਉਹਨਾਂ ਦੇ ਵਿੱਚ ਹੀ ਉਹਨਾਂ ਦੀ ਆਖੋ ਸਤਿਨਾਮ। ਇਸ ਕਰਕੇ ਇੰਨੇ ਗੁਣ ਚਾਹੀਦੇ ਮੇਰੇ ਸਿੱਖ ਦੇ ਵਿੱਚ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕਾ ਏਦਾਂ ਦਾ ਸੁਭਾਅ ਚਾਹੀਦਾ, ਮੈਲ ਤੋਂ ਰਹਿਤ। ਮੰਦਿਰ 'ਚ ਚੱਲ ਜਾਓ ਕੋਈ ਗੁਨਾਹ ਨਹੀਂ ਹੈ, ਮਸਜਿਦ 'ਚ ਚੱਲ ਜਾਓ ਬਾਬਾ ਨਹੀਂ ਜਾਂਦਾ ਰਿਹਾ। ਜਾਣਾ ਹੋਰ ਗੱਲ ਹੈ, ਮੱਥਾ ਟੇਕਣਾ ਹੋਰ ਗੱਲ ਹੈ। ਖਡੂਰ ਸਾਹਿਬ ਜੋਗੀ ਆਏ ਤੇ ਗੁਰੂ ਅੰਗਦ ਸਾਹਿਬ ਨੂੰ ਬੜਾ ਕੁਝ ਵਿਖਾਇਆ ਉਹਨਾਂ। ਕਦੀ ਹੱਥ ਦੇ ਵਿੱਚ ਸੱਪ ਪੈਦਾ ਕਰ ਦੇਣ, ਕਦੀ ਕੀੜਾ, ਏਦਾਂ ਵਗੈਰਾ ਵਗੈਰਾ। ਤੇ ਗੁਰੂ ਅੰਗਦ ਸਾਹਿਬ ਸਾਰਾ ਕੁਝ ਵੇਖਦੇ ਰਹੇ। ਕਦੀ ਲੁਕ ਜਾਣ, ਕਦੇ ਦਿਸ ਪੈਣ। ਤੇ ਮਹਾਰਾਜ ਕਹਿੰਦੇ ਸਿੱਧੋ ਸਿੱਧੀ ਗੱਲ ਤੇ ਆਓ ਵੀ ਚਾਹੁੰਦੇ ਕੀ ਜੇ। ਜਿਹੜਾ ਵੱਡਾ ਸਿੱਧ ਸੀ ਨਾ ਉਹ ਕਹਿੰਦੇ ਬਾਬਾ ਜੋ ਅਸੀਂ ਚਾਹੁੰਦੇ ਆ ਦੇ ਦੇਂਗਾ। ਮਹਾਰਾਜ ਕਹਿੰਦੇ ਮੈਂ ਤਾਈਓ ਪੁੱਛਿਆ ਵੀ ਇਹ ਜਿੰਨੇ ਪੰਗੇ ਲੈਂਦਾ ਤੁਸੀਂ ਕਈ ਵਾਰੀ ਨਾ ਵੇਖਿਓ, ਆਪਾਂ ਕਿਸੇ ਤੋਂ ਮਤਬਲ ਲੈਣਾ ਹੋਵੇ ਤੇ ਉਹ ਬੰਦਾ ਕਿੰਨੇ ਇੱਧਰ ਉੱਧਰ ਲੱਲੇ ਪੱਪੇ ਕਰਦਾ ਤੇ ਅਗਲੇ ਨੂੰ ਵੀ ਪਤਾ ਲੱਗ ਜਾਂਦਾ ਵੀ ਸਿੱਧਾ ਬੋਲ ਦੇ, ਘੁਮਾ ਫਰਾ ਕੇ ਨਾ ਬੋਲ। ਤੋ ਗੁਰੂ ਅੰਗਦ ਸਾਹਿਬ ਕਹਿੰਦੇ ਆ ਪਖੰਡ ਜੇ ਜੋ ਕਰੀ ਜਾਂਦੇ ਜੇ, ਸਿੱਧੀ ਗੱਲ ਦੱਸੋ ਚਾਹੁੰਦੇ ਕੀ ਜੇ। ਤੇ ਨਾਥ ਕਹਿੰਦਾ ਗੁਰੂ ਅਮਰਦਾਸ ਦਰਅਸਲ ਇਹ ਕਰਾਮਾਤਾਂ ਵਿਖਾ ਵਿਖਾ ਕੇ ਨਾ ਅਸੀਂ ਤੁਹਾਡੇ ਅੰਦਰ ਜਗ੍ਹਾ ਬਣਾਉਣੀ ਚਾਹੁੰਦੇ ਹਾਂ। ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਉਹ ਬੋਕਾ ਤੁਸੀਂ ਜਿੱਥੇ ਬਹਿਣਾ ਚਾਹੁੰਦੇ ਨਾ ਅੱਜ ਇੱਥੇ ਇੱਕੋ ਹੀ ਬਹਿ ਸਕਦਾ। ਉਹ ਬੋਕਾ ਕਹਿੰਦੇ ਕੌਣ ਬੋਕਾ ਹੈ? ਕਹਿੰਦੇ ਤੁਸੀਂ ਜਿੰਨਾ ਵੀ ਯਤਨ ਕਰਨ ਦਾ ਨਾ ਮੈਨੂੰ ਉਲਝਾਉਣ ਦਾ, ਦਰਅਸਲ ਤੁਸੀਂ ਚਾਹੁੰਦੇ ਕਿ ਬਾਬੇ ਦੇ ਅੰਦਰ ਸਾਡੀ ਥਾਂ ਬਣ ਜੇ, ਸਾਡਾ ਸਤਿਕਾਰ ਕਰੇ, ਸਾਨੂੰ ਆਪਣੇ ਬਰਾਬਰ ਤੇ ਸੰਗਤਾਂ ਵਿੱਚ ਬਿਠਾਵੇ। ਕਹਿੰਦੇ ਜਿੱਥੇ ਤੁਸੀਂ ਬਹਿਣਾ ਚਾਹੁੰਦੇ ਉੱਥੇ ਮੇਰਾ ਨਾਨਕ ਬੈਠਾ ਹੈ। ਅੰਦਰ ਇੱਕੋ ਹੀ ਹੈ ਸੰਗਤੇ। ਹੁਣ ਇਹਦੇ ਵਿੱਚ ਤੁਸੀਂ ਬੱਚੇ ਬਿਠਾ ਲਓ, ਕੋਠੀ ਬਿਠਾ ਲਓ, ਡਾਲਰ ਪੌਂਡ ਗੱਡੀ ਜੋ ਮਰਜੀ, ਇਹ ਚੀਜ਼ ਇੱਕ ਹੀ 'ਚ ਰਹਿਣੀ ਹੈ, ਜਾਂ ਰੱਬ ਬਿਠਾ ਲਓ। ਤੋ ਇਸ ਕਰਕੇ ਜਿਸਮ ਕੀ ਬੱਠੀ ਮੇਂ हुसन ढाल कर कुंदन कर दिया, लहने से अंगद अंगद से अल्लाह कर दिया। बाबा अमरदास जी अंगद साहब जी कहते सिद्धो जल पानी छको, जी आया ਨੂੰ ਤੁਹਾਡਾ ਸਤਿਕਾਰ ਕਰਦੇ, ਪਰ ਜੋ ਤੁਸੀਂ ਕਰਦੇ ਫਿਰਦੇ ਇਹ ਤੁਸੀਂ ਇੱਥੇ ਥਾਂ ਬਣਾਉਣੀ ਚਾਹੁੰਦੇ, ਇੱਥੇ ਤੁਹਾਨੂੰ ਨਹੀਂ, ਇੱਥੇ ਮੇਰਾ ਨਾਨਕ ਪਹਿਲਾਂ ਹੀ ਬੈਠਾ। ਸੁਰੋ ਵਿਚਾਰ ਤੋ ਇਸ ਕਰਕੇ ਕੁਝ ਬਾਤਾਂ ਐਸੀਆਂ ਹੁੰਦੀਆਂ ਹੈ ਜਿਹੜੀਆਂ ਅੰਦਰ ਥਾਂ ਬਣਾ ਜਾਂਦੀਆਂ ਏ। ਤੇ ਇਸ ਕਰਕੇ ਕਿਤੇ ਜਾਣਾ ਗਲਤ ਨਹੀਂ, ਵਿਦਿਆ ਪ੍ਰਾਪਤ ਕਰਨੀ। ਸੋ ਖੈਰ ਕਰੀਮ ਬਖਸ਼ ਨੇ ਫਤਿਹ ਬੁਲਾਈ। ਮੈਂ ਤਾਂ ਕਿਹਾ ਜੇ ਫਤਿਹ ਨਹੀਂ ਬੁਲਾਉਂਦਾ ਸਿੰਘ ਸਿੰਘ ਨੂੰ,
ਕਈ ਕਹਿੰਦੇ ਵੀ ਆ ਫਤਿਹ ਤੇ ਉਹ ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਅੱਗੋਂ ਕਹਿਣਗੇ ਫਤਿਹ ਫਤਿਹ। ਮੈਂ ਵੀ ਕਹਿੰਦਾ, ਮੈਂ ਕਿਉਂ ਮੁੱਕਰਦਾ? ਆਪਾਂ ਨੂੰ ਕੋਈ ਵੀ ਫੋਨ ਕਰਦਾ ਕਹਿੰਦਾ ਨਾ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ, ਤੇ ਆਪਾਂ ਕਹਿੰਦੇ ਫਤਿਹ ਫਤਿਹ। ਉੱਥੇ ਫਿਰ ਥੋੜਾ ਜਿਹਾ ਰੁਕਣਾ ਪੈਂਦਾ ਵੀ ਰਾਤੀ ਕੀ ਸੀ ਤੇ ਅੱਜ ਕੀ ਹੈ। ਆਪਾਂ ਤਾਂ ਰਾਤ ਨੂੰ ਹੀ ਭੁੱਲ ਗਏ ਗੁਰੂ ਦਾ ਨਾਰਾ। ਦਰਅਸਲ ਵਿੱਚ ਬਾਪੂ ਕਹਿੰਦਾ ਸੀ ਆਗੈ ਆਵਤ ਸਿੰਘ ਜੋ ਆਵੇ ਵਾਹਿਗੁਰੂ ਜੀ ਕੀ ਫਤਿਹ ਨਾ ਗਵਾ ਦਿਓ। ਕਿਤੇ ਔਰੰਗਜ਼ੇਬ ਜਫਰਨਾਮਾ ਖੋਲਿਆ ਤੇ ਉੱਤੇ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜੇ ਸਾਹਿਬਜ਼ਾਦਿਆਂ ਦੀ ਫਤਿਹ ਵਜਾਉਣੀ, ਆਪਾਂ ਉਧਰ ਚੱਲਣਾ ਏ। ਉਸੇ ਫਤਿਹ ਨੇ ਤੇ ਇਹਨਾਂ ਦੇ ਰੰਗ ਉਡਾ ਦੇਣੇ ਜਾ ਕੇ ਸਭਾ ਦੇ ਵਿੱਚ। ਅੱਜ ਜ਼ਰੂਰ ਬੁਲਾਇਆ ਕਰੋ ਸਵੇਰੇ ਉੱਠ ਕੇ। ਅੱਜ ਇੱਕ ਚੀਜ਼ ਦਾ ਵਾਅਦਾ ਕਰੋਗੇ, ਜੇ ਕਰੋਗੇ ਤੇ ਇੱਕ ਜਕਾਰਾ ਬਖਸ਼ ਦਿਓ ਪਹਿਲਾਂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਜਕਾਰੇ ਦਾ ਮਤਲਬ ਹੈ ਤੁਸੀਂ ਅੱਜ ਸਹੁੰ ਚੁੱਕ ਲਈ ਹੈ। ਤੇ ਹੁਣ ਵੇਖ ਲਓ, ਭੱਜਿਓ ਨਾ ਸਵੇਰੇ ਉੱਠ ਕੇ ਇੱਕ ਵਾਰੀ, ਭਾਵੇਂ ਕੋਈ ਤੁਹਾਡੇ ਨਾਲ ਬੋਲੇ ਨਾ ਬੋਲੇ, ਆਪਣੇ ਮੰਜੇ ਤੋਂ ਜੁੱਤੀ ਪਾਉਣ ਤੋਂ ਪਹਿਲਾਂ ਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਹੁਣ ਰੋਟੀ ਖਾਣੀ ਭੁੱਲ ਜਿਓ, ਪਰ ਇਹ ਨਾ ਭੁੱਲਿਓ, ਕਿਉਂਕਿ ਜਿਹੜਾ ਮਰੀਜ਼ ਹੁੰਦਾ ਨਾ ਉਹਨੂੰ ਜਦੋਂ ਮਰਜ਼ੀ ਰਿਸ਼ਤੇਦਾਰੀ 'ਚ ਵੀ ਤੁਸੀਂ ਪਾਣੀ ਪੀਓਗੇ ਕਿ ਚਾਹ, ਕਹਿੰਦਾ ਪਹਿਲਾਂ ਜਲ ਲਿਆਓ, ਕੈਪਸੂਲ ਖਾਣਾ। ਮੇਰੀ ਜ਼ਿੰਦਗੀ ਗੋਲੀ ਹੈ, ਕਿਉਂਕਿ ਜੇ ਰਹਿ ਗਈ ਤੇ ਮਰ ਜੂ ਅੱਜ ਹੀ। ਅੱਜ ਤੋਂ ਸਮਝ ਲਓ ਫਤਿਹ ਤੁਹਾਡੀ ਜ਼ਿੰਦਗੀ ਆ। ਸਵੇਰੇ ਮੰਜੇ ਤੋਂ ਉੱਠ ਕੇ ਪਹਿਲਾਂ ਆਪਣੇ ਬਾਪੂ ਨੂੰ ਬੁਲਾਉਣੀ ਹੈ, ਕਿਉਂਕਿ ਜਦੋਂ ਨੰਦ ਲਾਲ ਆਇਆ ਸੀ ਨਾ ਇੱਥੇ, ਤੇ ਆ ਕੇ ਕਹਿੰਦਾ ਦਿਲ ਲੈ ਲਓ ਦਿਲ। ਤੇ ਮਹਾਰਾਜ 2:30 ਵਜੇ ਕੇਸੀ ਇਸ਼ਨਾਨ ਕੀਤਾ, ਉੱਪਰ ਦੀ ਚਾਦਰ ਤੇ ਚੁਬਾਰੇ 'ਚ ਟਹਿਰ ਰਹੇ। ਥੱਲੇ ਖਲੋ ਕੇ ਕਹਿੰਦਾ ਮਹਾਰਾਜ ਦਿਲ ਲੈ ਲਓ ਦਿਲ। ਪਾਤਸ਼ਾਹ ਕਹਿੰਦੇ ਕੀ ਕੀਮਤ ਲਾਈ ਹੋਊ? ਕਹਿੰਦਾ ਜੀ ਮੇਰ ਦੀ ਨਜ਼ਰ ਆਪਣੇ ਤੇ ਅੱਜ ਹੋਈ ਹੈ, ਕਿਉਂਕਿ ਜਿੱਤੇ ਮੇਰ ਨਹੀਂ ਉਹ ਮੱਥਾ ਟੇਕਣ ਨਹੀਂ ਆ ਸਕਦਾ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ। ਇਹ ਜਿੰਨੇ ਵੀ ਤੁਸੀਂ ਬੈਠੇ ਆ ਨਾ, ਇਹ ਤੁਹਾਨੂੰ ਸੱਦਿਆ ਬਾਪੂ ਨੇ। ਤੋ ਕਹਿੰਦਾ ਮਹਾਰਾਜ ਮਿਹਰ ਕਰ ਦਿਓ ਕਿਤੇ। ਪਾਤਸ਼ਾਹ ਕਹਿੰਦੇ ਸੌਦਾ ਮਹਿੰਗਾ ਸਸਤਾ ਕਰ ਥੋੜਾ ਜਿਹਾ। ਕਹਿੰਦੇ ਮਹਾਰਾਜ ਚੱਲ ਪੱਕੀ ਨਹੀਂ, ਕਿਤੇ ਕਿਤਾਈ ਏਦਾਂ ਸਮਾਗਮ 'ਚ ਹੀ ਕਿਤੇ ਆ ਜਾ ਕਰੀਏ, ਪੱਕੀ ਮਿਹਰ ਨਹੀਂ ਕਿਤੇ ਕਿਤਾਈ ਕਰ ਦਈਏ। ਮਹਾਰਾਜ ਕਹਿੰਦੇ ਅਜੇ ਵੀ ਮਹਿੰਗਾ ਤੇਰਾ ਦਿਲ, ਅਸੀਂ ਨਹੀਂ ਲੈਣਾ। ਪਾਤਸ਼ਾਹ ਏਦਾਂ ਨਾ ਕਰੋ ਮਹਾਰਾਜ, ਲੈ ਲਓ ਦਿਲ। ਪਾਤਸ਼ਾਹ ਕਹਿੰਦੇ ਤੇਰਾ ਦਿਲ ਗੰਦਾ ਏ, ਦਿਲੋਂ ਮੁਹੱਬਤ ਜਿਨ ਸਹੀ ਸੱਚੀ। ਬਾਣੀ ਵੀ ਕਹਿੰਦੀ ਹੈ ਨਾ, ਹੁਣ ਦਿਲ 'ਚ ਤੇ ਆਪਣੇ ਕੋੜ ਆ, ਤੇ ਕੀ ਕਰਾਂਗੇ ਆਪਣਾ ਸਿਮਰਨ ਬੰਦਗੀ। ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਨਾਨਕ ਨਾਮ ਤੇਰੇ ਭਾਣੇ ਕਹਿ ਦੇਈਦਾ ਤੇ ਹੁੰਦਾ ਤੇ ਮੇਰੇ ਤੋਂ ਦੇਈਦਾ ਨਹੀਂ ਹੁੰਦਾ। ਜਿਹੜਾ ਮੇਰੇ ਨਾਲ ਬੈਠਾ, ਮੈਨੂੰ ਇਹ ਹੁੰਦਾ ਕਿਤੇ ਇਹ ਨਾ ਮੈਨੂੰ ਨਾ ਥੱਲੇ ਰਹਿਣ ਦੇ, ਕਿਤੇ ਹੋ ਜਾਂਦਾ। ਸੋ ਇਸ ਕਰਕੇ ਦੁਕਾਨ ਨਾ ਦੁਕਾਨ ਹੋਵੇ, ਰਕਸ਼ੇ ਵਾਲਾ ਦਾ ਭਲਾ ਨਹੀਂ ਮੰਗਣ ਦਿਆ। ਉਹ ਜਦੋਂ ਕੋਈ ਗਾਹਕ ਆਉਂਦਾ ਤੇ ਉਹ ਪਹਿਲਾਂ ਵੇਂਦਾ, ਉਹਨੂੰ ਕਹਿੰਦਾ ਵੀ ਇਹ ਕਿਤੇ ਮਰ ਜੇ ਤੇ ਮੈਂ ਇਕੱਲਾ ਹੋਵਾਂ। ਕਹਿ ਦੇਈਦਾ ਆਪਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਭਲਾ ਮੰਗਣਾ। ਉਹ ਗੁਰੂ ਗੋਬਿੰਦ ਸਿੰਘ ਹੀ ਮੰਗਿਆ ਸੀ, ਉਹਦੀਆਂ ਖੇਡਾਂ ਉਹ ਜਾਣਦਾ। ਸਾਧ ਸੰਗਤ ਜੀ, ਆਏ ਰਾਹਾਂ ਵਿੱਚ ਦੁੱਖ ਪਹਾੜ ਜਿੱਡੇ, ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ, ਏਦਾਂ ਵਾਟ ਮੁਕਾਮ ਦਾ ਵੇਖਿਆ ਨਾ। ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ, ਤੇ ਹੀਰੇ ਲਾਲ ਲੁਟਾਵੰਦਾ ਵੇਖਿਆ। ਪਿਤਾ ਕੋਈ ਵੀ ਪੁੱਤਾਂ ਦੀ ਲਾਸ਼ ਉੱਤੇ, ਤੇ ਗੀਤ ਖੁਸ਼ੀ ਦੇ ਗਾਵੰਦਾ ਵੇਖਿਆ ਨਾ। ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ, ਤੇ ਏਦਾਂ ਵਾਟ ਮੁਕਾਮ ਦਾ ਵੇਖਿਆ ਨਾ। ਅੱਜ ਸਾਰਿਆਂ ਨੂੰ ਫਿਕਰ ਮੇਰੇ ਬੱਚੇ ਸੈੱਟ ਹੋ ਜਾਣ। ਗੁਰੂ ਗੋਬਿੰਦ ਸਿੰਘ ਨੂੰ ਫਿਕਰ ਸੀ ਕਿ ਮੇਰੇ ਬੱਚੇ ਸ਼ਹੀਦ ਹੋ ਜਾਣ ਤੇ ਮੇਰਾ ਖਾਲਸਾ ਸੈੱਟ ਹੋ ਜੇ, ਇਹ ਟਿਕਾਣੇ ਲੱਗ ਜਾਣ। ਤੇ ਅੱਜ ਟਿਕਾਣੇ ਲੱਗ ਗਏ। ਪੁੱਛੋ ਕਿਵੇਂ? ਕਿ ਜਦੋਂ ਇੱਕ ਗੋਰੇ ਦੀ ਬੱਚੀ 17 ਸਾਲ ਸਟੱਡੀ ਕਰ ਗਈ ਗੁਰੂ ਗ੍ਰੰਥ ਸਾਹਿਬ ਤੇ, ਟਿਕਾਣੇ ਨਹੀਂ ਲੱਗੇ ਆਪਾਂ। ਜਦੋਂ ਗੋਰਿਆਂ ਨੇ ਸੋਨੇ ਦੇ ਪਲੰਘੇ ਤੇ ਪੋਥੀ ਪ੍ਰਕਾਸ਼ ਕਰਤੀ, ਆਪਾਂ ਟਿਕਾਣੇ ਲੱਗ ਗਏ। ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਇੱਕ ਸੁਪਨਾ ਸੀ, ਮੇਰੇ ਪੁੱਤਾਂ ਦਾ ਲਹੂ ਡੁੱਲ ਕੇ ਇਦਾਂ ਦਾ ਤਖਤ ਤਿਆਰ ਹੋਵੇ ਜਿਹਦੇ ਤੇ ਮੇਰੀ ਕੌਮ ਬਵੇ।
ਤੇ ਅੱਜ ਜਦੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਬਹਿੰਦਾ ਤੇ ਉਹਦੇ ਨਾਲ 4 ਹੋਰ ਬੈਠੇ ਹੁੰਦੇ ਪੱਗਾਂ ਵਾਲੇ, ਜਿਨ੍ਹਾਂ ਦੇ ਦਾੜੇ ਫੱਬਦੇ ਹੁੰਦੇ ਐ। ਉਸ ਮੀਟਿੰਗ ਦੇ ਵਿੱਚ ਇਦਾਂ ਪੱਗ ਬੰਨ੍ਹ ਕੇ ਪੇਚਾਂ ਵਾਲੀ, ਬਾਪੂ ਕਿੰਨਾ ਪ੍ਰਸੰਨ ਹੁੰਦਾ ਹੋਊਗਾ ਵੀ ਅੱਜ ਮੇਰੇ ਸ਼ਹੀਦਾਂ ਦੇ ਬਣਾਏ ਤਖਤ ਤੇ ਮੇਰੇ ਪੁੱਤ ਤਰੱਕੀਆਂ ਕਰ ਰਹੇ। ਪੂਰੇ ਵਰਲਡ ਦੇ ਵਿੱਚ ਖਾਲਸੇ ਦੇ ਅੱਜ ਪੈਰ ਜੰਮੇ। ਜਦੋਂ ਕਰੋਨਾ ਚੱਲਦਾ ਸੀ, ਕੁੱਲ ਦੁਨੀਆ ਦੇ ਧਰਮ ਅੰਦਰ ਵੜ ਗਏ। ਇੱਕ ਪੱਗ ਤੇ ਦਾੜਾ ਦੀਦਾ ਸੀ ਮੜੀਆਂ 'ਚ ਸੰਸਕਾਰ ਕਰਦਾ ਮੁਰਦਿਆਂ ਦੇ। ਇੱਕ ਦਾੜਾ ਤੇ ਪੱਗ ਦੀਦੀ ਸੀ ਜਿਹੜੀ ਘਰ ਘਰ ਬੂਹੇ ਜਾ ਕੇ ਕਹਿੰਦੀ ਰੋਟੀ ਲੈ ਲਓ, ਦਾਲ ਲੈ ਲਓ। ਇਹ ਗੁਰੂ ਦਾ ਸੁਪਨਾ ਪੂਰਾ ਹੋਇਆ ਜੇ। ਮਹਾਰਾਜ ਨੇ ਕਰੋਨਾ ਕਾਲ ਦੇ ਵਿੱਚ ਪੂਰੇ ਵਰਲਡ ਕੀ ਗੋਰਿਆਂ ਦੇ ਹੰਝੂ ਡਿੱਗ ਪਏ ਵੀ ਗੁਰੂ ਗੋਬਿੰਦ ਸਿੰਘ ਕੋਈ ਹੋਇਆ ਦੁਨੀਆ ਦੇ ਤਖਤੇ ਤੇ। ਤਾਂ ਮੈਂ ਪੜ੍ਹਿਆ ਸੀ, ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ, ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ। ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ, ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ। ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ, ਕੋਈ ਵੀ ਬਾਪ ਦੁਨੀਆ ਤੇ, ਕੋਈ ਵੀ ਬਾਪ ਦੁਨੀਆ ਤੇ। ਧੰਨ ਗੁਰੂ ਗੋਬਿੰਦ ਸਿੰਘ ਬਾਪੂ, ਤੈਨੂੰ ਤਾਂ ਗੋਰੇ ਵੀ ਪਛਾਣ ਗਏ, ਕਿਉਂਕਿ ਉਹਨਾਂ ਨੇ ਤੇਰੀ ਪਛਾਣ ਕੀਤੀ ਦਾੜੇ ਤੋਂ, ਦੁਮਾਲੇ ਤੋਂ, ਚੱਕਰ ਤੋਂ। ਤੇ ਇੱਕ ਗੋਰੇ 25-30 ਪ੍ਰਸ਼ਾਦਾ ਛਕਣ ਦਾ, ਪਿਓਰ ਗੋਰੇ। ਉਹ ਵੀਡੀਓ ਮੈਂ ਵੇਖ ਕੇ ਤੇ ਰੋ ਪਿਆ ਜਦੋਂ ਥਾਲੀਆਂ ਅੱਗੇ ਆਈਆਂ ਤੇ ਸਾਰਿਆਂ ਨੇ ਇਦਾਂ ਹੱਥ ਜੋੜ ਕੇ ਤੇ ਸ਼ਬਦ ਪੜਿਆ, ਕਹਿੰਦੇ ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਜਿਨ੍ਹਾਂ ਗੁਰੂ ਮਨਾਇਆ ਰਜ ਰਜ। ਸਾਰੇ ਗੋਰੇ ਜੀ, ਮੇਰੇ ਕੋਲ ਪਈ ਵੀਡੀਓ, ਸਾਰੇ ਗੋਰੇ ਤੇ 5 ਮੂਲ ਮੰਤਰ ਪੜ੍ਹ ਕੇ ਤੇ ਪ੍ਰਸ਼ਾਦਾ ਸ਼ੁਰੂ ਕੀਤਾ। ਤੇ ਮੈਂ ਸੋਚਿਆ ਇਹ ਕੀ ਹੋ ਰਿਹਾ, ਸਾਡੇ ਵਾਲਿਆਂ ਦਾ ਤੇ ਕੰਮ ਗਿਆ। ਇਹ ਤਾਂ ਜੁੱਤੀ ਪਾ ਕੇ ਤੇ ਇੱਕ ਫੋਨ ਨੂੰ ਇਦਾਂ ਕੰਨ 'ਚ ਫਸਾਇਆ, ਦੂਜੇ ਬੰਨੇ ਬੁਰਕੀ। ਉਹ ਕਿੰਨਾ ਬੁਰਾ ਹਾਲ ਕਰ ਦਿੱਤਾ ਆਪਾਂ ਗੁਰੂ ਦਾ। ਪੰਗਤ ਵੀ ਗਈ ਤੇ ਸੰਗਤ ਵੀ ਗਈ, ਔਖੇ ਹੋ ਲੈਂਦੇ ਐ ਤੇ ਪੰਗਤ ਤੋਂ ਕਹਿੰਦੇ ਸ਼ਰਮ ਆਉਂਦੀ ਹੈ। ਕੁਝ ਨਾ ਕੁਝ ਇਹ ਸਮਾਗਮ ਆਪਣਾ ਸਾਂਝਾ ਹੀ, ਕਿਸੇ ਦੇ ਘਰ ਨਹੀਂ ਇਹ ਗੱਲਾਂ ਕਹੀਆਂ ਜਾਂਦੀਆਂ। ਮੈਂ ਕਹਿੰਦਾ ਹੁੰਦਾ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਬੋਰੀ ਤੇ ਪ੍ਰਸ਼ਾਦਾ ਛਕ ਗਿਆ। ਜਦੋਂ ਖੰਡ ਪਾਠ ਘਰ 'ਚ ਕਰਾਉਣੇ, ਪੰਗਤ ਨਾ ਗਵਾਇਆ ਕਰੋ। ਉੱਥੇ ਮੈਂ ਵੀ ਜਾਨਾ, ਭੋਗ ਤੋਂ ਬਾਅਦ ਔਖੇ ਹੋਈਦਾ। ਇੱਕ ਹੱਥ 'ਚ ਥਾਲੀ ਹੁੰਦੀ ਹੈ, ਇੱਕ ਬੁਰਕੀ, ਨਾ ਉਹਨੂੰ ਕਿੱਦਾਂ ਤੋੜਾਂਗੇ, ਫਿਰ ਲੱਭਦੇ ਫਿਰਦੇ ਹੁੰਦੇ ਵੀ ਬਈਏ ਕਿੱਥੇ। ਤੇ ਜੇ ਪਹਿਲਾਂ ਹੀ ਪੰਗਤ ਲਾਓ, ਨਾਲੇ ਘਰ ਵਾਲੇ ਵਰਤਾਉਣ ਤੇ ਨਾਲੇ ਆਪਾਂ ਪਕਾਈਏ, ਕਿੰਨਾ ਆਨੰਦ ਆਵੇ। ਅੱਜ ਲੈ ਜਿਓ ਕੁਝ ਨਾ ਕੁਝ ਜੇ ਕਰ ਸਕਦੇ ਹਾਂ। ਅਸੀਂ ਮਾਡਰਨ ਪੁਣੇ ਦੇ ਵਿੱਚ ਆਪਣਾ ਗੁਰੂ, ਪੰਗਤ ਵੀ ਗਵਾਤੀ, ਸੰਗਤ ਵੀ ਗਵਾਤੀ, ਬਾਣਾ ਵੀ ਗਵਾ ਲਿਆ ਤੇ ਬਾਣੀ ਵੀ, ਸਾਰਾ ਕੁਝ ਗਵਾਈ ਜਾਂਦੇ ਆ। ਤੇ ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਦੇ ਕਰੀਮ ਬਖਸ਼ ਨੇ ਮਾਂ ਨੂੰ ਮੱਥਾ ਟੇਕਿਆ, ਲਾਲਾਂ ਨੂੰ ਫਤਿਹ ਬੁਲਾਈ ਤੇ ਗੁਰੂ ਦੇ ਲਾਲਾਂ ਵੱਲ ਵੇਖ ਕੇ ਰੁੱਗ ਭਰ ਗਿਆ। ਲਾਲ ਕੰਬ ਰਹੇ ਸੀ ਠੰਡ ਨਾਲ, ਠੰਡੀ ਠੰਡੀ ਹਵਾ ਵਗਦੀ, ਸੁੰਨ ਹੋਏ ਪਏ ਨੱਕ ਤੇ ਕੰਨ, ਕਰੂੰਬਲੀਆਂ। ਕਹਿੰਦਾ ਮਾਂ, ਮਹਿਲਾਂ 'ਚ ਰਹਿਣ ਵਾਲੇ ਅੱਜ ਕਿੱਧਰ ਤੁਰੇ ਫਿਰਦੇ ਐ? ਮਾਂ ਕਹਿੰਦੀ ਪੁੱਤ ਵਕਤ ਹੈ, ਰੋਜ਼ ਜਪਜੀ ਸਾਹਿਬ ਪੜ੍ਹਦਾ ਹੁੰਨਾ ਕਿ ਨਹੀਂ? ਕਹਿੰਦੇ ਮਾਂ ਸੁਣਿਆ ਜ਼ਰੂਰ ਪਰ ਮੈਂ ਪੜ੍ਹਿਆ ਨਹੀਂ। ਕਹਿੰਦੇ ਫਿਰ ਪੜ੍ਹੀ, ਉਹਦੇ ਵਿੱਚ ਬਚਨ ਆਉਂਦਾ ਏ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ। ਇਹ ਕੋਈ ਮੈਂ ਨਹੀਂ ਪੁੱਤਰਾ, ਵਕਤ ਹੈ।
ਬੰਦੇ ਨੂੰ ਬੋਰੀ ਤੇ ਵੀ ਬਿਠਾ ਦਿੰਦਾ ਤੇ ਤਖਤਾਂ ਤੇ ਵੀ ਲੈ ਜਾਂਦਾ ਏ। ਇਦਾਂ ਕਰ ਪੁੱਤਰਾ, ਰਸਤਾ ਦੱਸ ਇੱਥੋਂ ਕਿੱਧਰ ਨੂੰ ਨਿਕਲਦਾ ਏ। ਕਹਿੰਦੇ ਮਾਂ ਮੇਰੇ ਹੁੰਦਿਆਂ ਨਾ ਫਿਕਰ ਕਰ, ਰਸਤਾ ਕੀ ਦੱਸਣਾ ਵੇ, ਲਾਗੇ ਥੋੜੇ ਕਦਮ ਮੇਰੀ ਗਰੀਬ ਦੀ ਕੁਟੀਆ ਏ, ਮਹਿਲਾਂ ਵਾਲੇ ਅੱਜ ਇੱਧਰ ਆਏ ਆ ਤੇ ਆਜੋ। ਮਹਾਂਪੁਰਖ ਪੜ੍ਹਦੇ ਹੁੰਦੇ ਸੀ, ਆਓ ਸਾਰੇ ਪਿਆਰ ਨਾਲ ਪੜ੍ਹਿਓ ਜੀ। ਅਸਲ 'ਚ ਧਾਰਨਾ ਇੱਥੇ ਬਹੁਤ ਢੁਕਦੀ ਹੈ, ਕਿਉਂਕਿ ਸਤਿਗੁਰੂ ਸ਼ਾਹੀ ਠਾਠ ਦੇ ਮਾਲਕ ਹੈ। ਸਾਹਿਬਜ਼ਾਦਿਆਂ ਵਾਸਤੇ ਸੰਗਤਾਂ 20-20 ਪੁਸ਼ਾਕਾਂ ਰੋਜ਼ ਬਣਾ ਕੇ ਲਿਆਉਂਦੀਆਂ ਸੀ। ਨਵੀਂ ਤੋਂ ਨਵੀਂ ਪੁਸ਼ਾਕ ਜਦੋਂ ਆਨੰਦਪੁਰ ਸੀ ਨਾ ਮਹਾਰਾਜ ਦੇ ਬੱਚਿਆਂ ਲਈ, ਵੱਖੋ ਵੱਖਰੇ ਤੋਹਫੇ ਲਿਆਉਂਦੀਆਂ ਸੀ। ਮਾਤਾ ਵਾਸਤੇ ਬਸਤਰ ਆਉਂਦੇ ਸੀ। ਅੱਜ ਪਾਤਸ਼ਾਹ ਮਹਾਰਾਜ ਦੇ ਬੱਚੇ ਕੰਬ ਰਹੇ ਆ। ਵਕਤ ਵੇਖੋ, ਕਾਲੀ ਬੋਲੀ ਸੀ ਰਾਤ ਮਜਬੂਰੀਆਂ ਦੀ, ਉਹ ਨੀਲੇ ਵਾਲਿਆ ਤੇਰੇ ਤੇ ਕਹਿਰ ਵੱਖਰਾ। ਦੁਨੀਆ ਦੇ ਉੱਤੇ ਦੁੱਖ ਪੈਂਦੇ ਤੇ ਆਪਾਂ ਕਿਹਨੇ ਅੱਜ ਨਹੀਂ ਨਿਤਨੇਮ ਕਰਨਾ। ਮਾਤਾ ਨੇ ਨਿਤਨੇਮ ਨਹੀਂ ਛੱਡਿਆ। ਬਾਣੀ ਚੌਪਈ ਸਾਹਿਬ ਜੀ ਪੜ੍ਹਦੀ ਹੋਈ, ਜਪਜੀ ਸਾਹਿਬ ਆਸਾ ਦੀ ਵਾਰ ਦੀਆਂ ਪੌੜੀਆਂ ਉਹ ਪੜ੍ਹਦੇ ਪੜ੍ਹਦੇ ਫਿਰ ਉਹਦੇ ਬੂਹੇ 'ਚ ਆ ਗਏ ਤੇ ਕੀ ਵੇਖਿਆ, ਅੰਦਰ ਇੱਕ ਲక్ష్ਮੀ ਨਾਂ ਦੀ ਔਰਤ, ਉਹਦਾ ਜ਼ਿਕਰ ਇਤਿਹਾਸ ਨੇ ਦਿੱਤਾ। ਅੱਖਾਂ ਵਿੱਚ ਹੰਝੂ ਆ ਗਏ ਉਸ ਭੈਣ ਦੇ। ਏਦਾਂ ਹੱਥ ਜੋੜੇ, ਘਸੇ ਜੇ ਕੱਪੜੇ ਪਾਏ, ਗਰੀਬੀ ਅੱਤ ਦੀ ਹੈ, ਛੋਟਾ ਜਿਹਾ ਨਿੱਕਾ ਜਿਹਾ ਘਰ ਤੇ ਬੂਹੇ ਦੇ ਅੱਗੇ ਹੱਥ ਜੋੜੇ ਐ, ਅੱਖਾਂ 'ਚੋਂ ਹੰਝੂ ਡਿੱਗ ਰਹੇ। ਲੋਕੀ ਤੇਲ ਚੋ ਕੇ ਨਗਾਉਂਦੇ, ਉਹਨੇ ਹੰਝੂ ਚੋਤੇ। ਕਿਉਂਕਿ ਸਾਹਿਬਜ਼ਾਦਿਆਂ ਵੱਲ ਜਦੋਂ ਵੇਖਿਆ ਨਾ ਤੇ ਦਿਲ ਜਿਨ੍ਹਾਂ ਦਾ, ਮੈਂ ਉਦਣ ਵੀ ਕਿਹਾ ਸੀ ਵੀ ਜਦੋਂ ਮੋਮਬੱਤੀ ਬੁਝੀ ਹੁੰਦੀ ਹੈ ਤੇ ਬੜੀ ਸਖਤ ਹੈ, ਜਦੋਂ ਜਗ ਜਾਂਦੀ ਹੈ ਤੇ ਇੰਨੀ ਕੁ ਕੋਮਲ ਹੁੰਦੀ, ਉਹਦੇ ਵਿੱਚ ਕੇਸ ਲੰਘ ਸਕਦਾ ਆਰ ਪਾਰ। ਇੱਦਾਂ ਹੀ ਜਿਹੜੇ ਸਿੱਖ ਨਿਤਨੇਮੀ ਸੇਵਾਦਾਰ ਨੇ, ਉਹਨਾਂ ਅੰਦਰ ਇੰਨੀ ਕੁ ਨਿਮਰਤਾ ਆ ਜਾਂਦੀ, ਮੋਮਬੱਤੀ ਵਾਂਗੂ ਪਿਘਲ ਜਾਂਦੇ ਹੈ। ਜਿਨ੍ਹਾਂ ਦੇ ਕੋਲ ਬੰਦਗੀ ਨਹੀਂ, ਉਹ ਤਾਂ ਪੱਥਰ ਹੀ ਹੈ। ਉਹ ਤਾਂ ਗੁਰੂ ਗ੍ਰੰਥ ਸਾਹਿਬ ਲਾਗਿਓ ਲੰਘ ਜੇ ਸਿਰ ਨਹੀਂ ਇੱਦਾਂ ਕਰਦੇ, ਐਂ ਹੀ ਰੱਖਦੇ ਐ। ਇਸ ਕਰਕੇ ਮਹਾਰਾਜ ਨੇ ਕਿਹਾ ਬੜੇ ਬੜੇ ਹੰਕਾਰੀਆ ਗਲ ਜਾਂਦੇ ਐ ਗਰਭ ਹੰਕਾਰ ਦੇ ਵਿੱਚ। ਦੋਨੋਂ ਜੀ ਭਾਵਨਾ ਵਾਲੇ ਖੜੇ। ਮਾਤਾ ਕਹਿੰਦੀ ਰੋਂਦੀ ਕਿਉਂ ਧੀਏ? ਕਹਿੰਦੀ ਅੱਜ ਧੰਨ ਭਾਗੀ ਐ, ਧੰਨ ਭਾਗੋ ਕਿਤੇ ਮਹਿਲਾਂ ਵਾਲੇ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਹੱਕ ਹੱਕ ਆਦੇਸ਼ ਕਾਦਰੇ ਹਰਕਾਰ ਗੁਰ ਗੋਬਿੰਦ ਸਿੰਘ। ਬੇਗ ਸਾਰਾ ਯਾਰ ਅੱਜ ਮੇਰੇ ਪਿਆਰੇ ਦੀ ਮਾਂ ਆਈ ਹੈ, ਜਿਹਦੀ ਬੰਦਗੀ ਇੰਨੀ ਹੈ। ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ, ਤੇਰੇ ਵਰਗਾ ਪੁੱਤ ਕੋਈ ਜੰਮਦੇ ਮਾਂ। ਬੋਲੋ ਜੀ, ਅਜੇ ਨਹੀਂ 33 ਸਾਲ ਲਿਖਿਆ ਇਤਿਹਾਸ ਨੇ ਬੰਦਗੀ ਮਾਤਾ ਗੁਜਰ ਕੌਰ ਦੀ। ਫਿਰ ਗੋਬਿੰਦ ਰਾਏ ਦਾ ਆਗਾਜ਼ ਹੋਇਆ। ਅੱਜ 3 ਸਾਲ ਬੱਚਾ ਨਾ ਹੋਵੇ ਤੇ ਆਪਾਂ ਕਿਹਦਾ ਤਲਾਕ ਦੇ ਦਿਓ, ਸਾਡਾ ਤਾਂ ਘਰ ਹੀ ਰੁਕ ਗਿਆ। ਨਹੀਂ ਉਹ ਸੱਜਣੋ, ਕਿਤੇ ਇਤਿਹਾਸ ਪੜ੍ਹਿਓ ਤੋ ਮਾਂ ਨੂੰ ਵੇਖ ਕੇ ਉਹਦੇ ਅੱਖਾਂ ਦੇ ਵਿੱਚ ਹੰਝੂ ਆਏ ਤੇ ਕੀ ਕਹਿੰਦੀ ਐ, ਕਿਤੇ ਸਾਡੀ ਵੀ ਚੁਗੀ ਨੂੰ ਪਾਗ ਲਾ ਦਿਓ, ਮਹਿਲਾਂ ਵਿੱਚ ਰਹਿਣ ਵਾਲਿਓ। ਕਿਤੇ ਸਾਡੀ ਵੀ ਝੁਗੀ ਨੂੰ ਪਾਗ ਲਾ ਦਿਓ, ਮਹਿਲਾਂ ਵਿੱਚ ਰਹਿਣ ਵਾਲਿਓ। ਕਿਤੇ ਸਾਡੀ ਵੀ ਝੁਗੀ ਨੂੰ ਪਾਗ ਲਾ ਦਿਓ, ਮਹਿਲਾਂ ਵਿੱਚ ਰਹਿਣ ਵਾਲਿਓ। ਕਿਤੇ ਸਾਡੀ ਵੀ ਝੁਗੀ ਨੂੰ ਪਾਗ ਲਾ ਦਿਓ, ਮਹਿਲਾਂ ਵਿੱਚ ਰਹਿਣ ਵਾਲਿਓ। ਕਿਤੇ ਸਾਡੀ ਵੀ ਝੁਗੀ ਨੂੰ ਪਾਗ ਲਾ ਦਿਓ, ਮਹਿਲਾਂ ਵਿੱਚ ਰਹਿਣ ਵਾਲਿਓ। ਕਿਤੇ ਸਾਡੀ ਵੀ ਝੁਗੀ ਨੂੰ ਪਾਗ ਲਾ ਦਿਓ, ਮਹਿਲਾਂ ਵਿੱਚ ਰਹਿਣ ਵਾਲਿਓ। ਕਿਤੇ ਸਾਡੀ ਵੀ ਝੁਗੀ ਨੂੰ ਪਾਗ ਲਾ ਦਿਓ, ਮਹਿਲਾਂ ਵਿੱਚ ਰਹਿਣ ਵਾਲਿਓ। ਕਿਤੇ ਸਾਡੀ ਵੀ ਝੁਗੀ ਨੂੰ ਪਾਗ ਲਾ ਦਿਓ, ਮਹਿਲਾਂ ਵਿੱਚ ਰਹਿਣ ਵਾਲਿਓ। ਪਿਆਰੇ ਜੀ ਮਹਿਲਾਂ ਵਿੱਚ ਰਹਿਣ ਵਾਲਿਓ, ਮੇਰੇ ਪਿਆਰੇ ਮਹਿਲਾਂ ਵਿੱਚ ਰਹਿਣ ਵਾਲਿਓ।
ਧੰਨ ਬਾਬਾ ਕਰੀਮ ਬਖਸ਼ ਕੰਮੋ ਮਾਸ਼ਕੀ। ਪਹਿਲਾ ਪੜਾਅ ਉੱਥੇ ਕੀਤਾ ਮੇਰੀ ਮਾਂ ਨੇ। ਰਾਤ ਸੀ, ਇਤਿਹਾਸ ਕਹਿੰਦਾ ਉਸ ਲక్ష్ਮੀ ਨਾਂ ਦੀ ਔਰਤ ਨੇ ਅੱਗ ਬਾਲੀ ਪਹਿਲਾਂ। ਇਹ ਸੇਵਾ ਲੱਭਣੀ ਨਹੀਂ ਕਿਤੇ ਹੁਣ ਵਾਰ-ਵਾਰ। ਤੇ ਸਾਹਿਬਜ਼ਾਦਿਆਂ ਨੂੰ ਕਹਿੰਦੇ ਮਾਂ ਜੀ ਇਹਨਾਂ ਦੇ ਚੋਲੇ ਲਵਾਓ, ਦਸਤਾਰਾਂ ਖਿਲਾਓ, ਕਿਉਂਕਿ ਜਦੋਂ ਟੁੱਬੀ ਲਾਈ ਸਰਸਾ ਦੇ ਵਿੱਚ ਤਾਂ ਸਾਰੇ ਭਿੱਜ ਗਏ ਸੀ। ਉਸ ਵੇਲੇ ਉਹਨੇ ਅੱਗ ਬਾਲੀ, ਪਹਿਲਾਂ ਕੱਲਾ ਕੱਲਾ ਚੋਲਾ ਸਾਹਿਬਜ਼ਾਦਿਆਂ ਦਾ, ਕਲਗੀਆਂ, ਪੋਥੀਆਂ, ਸਾਰਾ ਕੁਝ ਸੁਕਾਇਆ। ਇਸ ਸਿਲਸਿਲੇ ਨੂੰ ਸਾਰੀ ਰਾਤ ਲੰਘ ਜਾਣੀ। ਹੁਣ ਤੇ ਆਪਣੇ ਕੋਲ ਵਾਸ਼ਿੰਗ ਮਸ਼ੀਨ ਹੈ, 15 ਮਿੰਟਾਂ 'ਚ ਕੱਪੜਾ ਸੁੱਕ ਜਾਂਦਾ। ਕੇਸ ਹਰੇ ਕਰਨੇ ਤੁਸੀਂ ਤਾਂ ਵੀ 2 ਮਿੰਟ 'ਚ ਮਸ਼ੀਨ, ਉਦੋਂ ਇੱਦਾਂ ਨਹੀਂ ਸੀ। ਤੋ ਸਾਰੀ ਰਾਤ ਮਾਂ ਗੁਜਰ ਕੌਰ ਜੀ ਬਾਣੀ ਪੜ੍ਹਦੇ ਆ, ਉਹਨੇ ਸੇਵਾ ਕੀਤੀ, ਲੱਤਾਂ ਘੁੱਟੀਆਂ। ਮੇਰਾ ਅੰਦਰ ਕਹਿੰਦਾ ਹੈ, ਕਿਉਂਕਿ ਜਿਹੜੇ ਭਾਵਨਾ ਵਾਲੇ ਹੁੰਦੇ ਬਹੁਤ ਕੁਝ ਕਰਦੇ ਆ। ਬਾਬਾ ਪ੍ਰੇਮ ਸਿੰਘ ਜੀ ਹੋਏ ਤੇ ਉਹ ਰਾਗੀ ਸਿੰਘ ਉੱਠੇ ਤੇ ਉਹਨਾਂ ਨੇ ਪੈਰੀਂ ਹੱਥ ਲਾਤਾ ਤੇ ਸੰਗਤ ਕਹਿੰਦੀ ਬਾਬਾ ਜੀ ਤੁਸੀਂ ਬਿਰਧਾਂ ਹੀ ਨਿੱਕੇ ਨਿੱਕੇ ਬੱਚੇ ਹੋ। ਕਹਿੰਦੇ ਤੁਹਾਨੂੰ ਕੀ ਪਤਾ ਅਸੀਂ ਕਿੰਨਾਂ ਦਾ ਸਤਿਕਾਰ ਕੀਤਾ, ਅਸੀਂ ਨਹੀਂ ਜਾਣਦੇ ਇਹਨਾਂ ਬੱਚਿਆਂ ਨੂੰ ਇਹ ਕੌਣ ਕਿੱਥੋਂ ਆਏ। ਜਦੋਂ ਇਹ ਬਾਣੀ ਪੜ੍ਹਦੇ ਸੀ ਤੇ ਇਹਨਾਂ ਦੇ ਮੁਖ ਦੇ ਵਿੱਚੋਂ ਅੱਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ। ਅਸੀਂ ਉਹਦਾ ਸਤਿਕਾਰ ਕੀਤਾ ਏ। ਇਹ ਤਾਂ ਸਰੀਰ ਇੱਕ ਮਿੱਟੀ ਦਾ, ਅਸੀਂ ਨਹੀਂ ਜਾਣਦੇ ਕਿਹਦੇ ਮੁੰਡੇ ਕੌਣ ਹੈ। ਮੈਂ ਅਕਸਰ ਕਹਿਣਾ ਹੁੰਦਾ, ਜਦੋਂ ਤਾਬਿਆਂ 'ਚ ਕੋਈ ਪਾਠ ਕਰਦਾ ਹੋਵੇ, ਉਹ ਨਾ ਕਿਸੇ ਦਾ ਪੁੱਤ ਹੁੰਦਾ, ਨਾ ਕਿਸੇ ਦਾ ਭਰਾ ਹੁੰਦਾ, ਨਾ ਕਿਸੇ ਦਾ ਜਵਾਈ ਹੁੰਦਾ, ਨਾ ਕਿਸੇ ਦਾ ਤਾਇਆ ਚਾਚਾ। ਉਸ ਵੇਲੇ ਉਹ ਗੁਰੂ ਦਾ ਵਜ਼ੀਰ ਹੁੰਦਾ ਹੈ, ਤਾਬਿਆਦਾਰ ਹੁੰਦਾ। ਉਸ ਵੇਲੇ ਰਿਸ਼ਤੇ ਖਤਮ ਹੁੰਦੇ ਹੈ। ਇਸ ਕਰਕੇ ਸਾਧ ਸੰਗਤ ਜਦੋਂ ਜੱਜ ਕੁਰਸੀ ਤੇ ਹੋਵੇ, ਉਹ ਵੀ ਕਿਸੇ ਦਾ ਰਿਸ਼ਤੇਦਾਰ ਨਹੀਂ ਹੁੰਦਾ ਉਸ ਵੇਲੇ, ਕਿਉਂਕਿ ਉਸ ਵੇਲੇ ਉਹਦੀ ਮਜਬੂਰੀ ਹੈ। ਕਈ ਵਾਰੀ ਸਕੇ ਪੁੱਤਰ ਨੂੰ ਫਾਂਸੀ ਦੀ ਸਜ਼ਾ ਸੁਣਾਉਣੀ ਪੈ ਜਾਂਦੀ ਹੈ। ਉਹ ਤਖਤ ਹੀ ਇੱਦਾਂ ਦਾ ਹੁੰਦਾ ਏ। ਤੋ ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਦੇ ਮਾਤਾ ਜੀ ਨੂੰ ਭਾਵਨਾ ਵਾਲਿਆਂ ਨੇ ਚਰਨ ਕੁੱਟੇ, ਲਾਲਾਂ ਦੇ ਪੈਰਾਂ ਦੇ ਵਿੱਚ ਵਾਹਿਗੁਰੂ ਚਰਨਾਂ ਦੇ ਵਿੱਚ ਸੇਕ ਕਰਕੇ ਗਰਮ ਕੱਪੜਾ। ਮੈਂ ਜਿੰਨਾ ਵੀ ਕਹਿ ਦਿਆਂ, ਕਿਉਂਕਿ ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ, ਮੁੱਲ ਤੁੱਲ ਨਹੀਂ ਹੁੰਦਾ। ਇਹ ਗਿਣਿਆ ਮਿਣਿਆ ਨਹੀਂ ਜਾ ਸਕਦਾ। ਇਹ ਤੇ ਜਿਹਨੂੰ ਹੋਇਆ ਉਹ ਹੀ ਜਾਣ ਸਕਦਾ। ਇੱਕ ਵਿਦਵਾਨ ਨੇ ਗੱਲ ਕਹੀ ਸੀ, ਇਹਨੂੰ ਦੂਜੇ ਪਾਸੇ ਨਾ ਲਿਜਾਇਓ। ਉਹ ਕਹਿੰਦਾ ਨੇਕ ਹੀ ਸੱਸੀਆਂ ਰੇਤ ਵਿੱਚ ਮੱਤੀਆਂ, ਹੀਰ ਤੇ ਰਾਂਝੇ ਇਸ਼ਕ ਨੇ ਮਾਂਝੇ, ਸੁੰਦਰ ਜੀ ਸੋਹਣੀ ਕੱਚੇ ਤੇ ਤਰ ਗਈ। ਇਸ਼ਕ ਦੇ ਕੈਦੀ ਭੌਰ ਬਣ ਕੈਦੀ ਕੱਟਣ, ਕਈ ਜੇਲਾਂ ਮਰੇ ਹੇਠ ਰੇਲਾਂ ਫੂਕ ਕਈ ਘਰ ਗਈ। ਕਿੱਡਾ ਵੱਡਾ ਵੇਦ ਵਿਆਸ ਬਾਬਾ ਗੁਰਦਾਸ ਤੇ ਲੈਲਾ ਮਜਨੂ ਦੀ ਗੱਲ ਕਰ ਗਿਆ। ਮਸਕੀਨ ਸਾਹਿਬ ਕਹਿੰਦੇ ਮੈਨੂੰ ਬੜਾ ਝਟਕਾ ਲੱਗਾ ਵੀ ਬਾਬਾ ਗੁਰਦਾਸ ਆਪਣੀਆਂ ਵਾਰਾਂ 'ਚ ਲੈਲਾ ਮਜਨੂ ਨੂੰ ਕਿੱਧਰ ਲੈ ਆਇਆ। ਪਰ ਬਾਬੇ ਗੁਰਦਾਸ ਨੂੰ ਜਦੋਂ ਪੜ੍ਹਿਆ, ਉਹ ਕਹਿੰਦੇ ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਭਾਣਾ, ਕੁੱਤੇ ਦੀ ਪੈਰੀਂ ਪਵੈ। ਸਿੱਖੋ ਜਾਗਿਓ ਥੋੜਾ ਜਿਹਾ ਹੁਣ। ਕੁੱਤੇ ਦੀ ਪੈਰੀਂ ਪਵੈ ਹੜ ਹੜ ਹੱਸੈ ਲੋਕ ਵਿਡਾਣਾ। ਕਹਿੰਦੇ ਉਹ ਤੂੰ ਪਾਗਲ ਹੈ, ਕੁੱਤੇ ਦੇ ਪੈਰ ਚੁੰਮੀ ਜਾਣਾ। ਕਹਿੰਦਾ ਤੁਹਾਨੂੰ ਕੀ ਪਤਾ, ਜਾਓ ਕੰਮ ਕਰੋ। ਇਹ ਕੁੱਤਾ ਮੇਰੇ ਮਹਿਬੂਬ ਦੇ ਘਰ 4 ਵਾਰੀ ਜਾਂਦਾ ਦਿਹਾੜੀ 'ਚ, ਤੇ ਮੈਂ 1 ਵਾਰੀ ਨਹੀਂ ਜਾ ਸਕਦਾ। ਇਸ ਕਰਕੇ ਜਿਹੜੇ ਰੱਬ ਦੀ ਕੀਰਤਨ ਕਰਦੇ, ਬਾਣੀ ਪੜ੍ਹਦੇ ਨਾ, ਜਦੋਂ ਸੰਗਤਾਂ ਉਹਨਾਂ ਦਾ ਸਤਿਕਾਰ ਕਰਦੀਆਂ ਤੇ ਕਈਆਂ ਨੂੰ ਦੌਰਾ ਪੈ ਜਾਂਦਾ। ਆ ਜਿਹੜੇ ਤਰਕਵਾਦੀ ਹੈ ਨਾ, ਉਹ ਬਹੁਤ ਬੋਲਦੇ, ਲੈ ਜੀ ਬਾਬਿਆਂ ਤੇ ਫੁੱਲ ਸੁੱਟੇ, ਬਾਬਿਆਂ ਨੂੰ ਤੇਲ ਚੋ ਕੇ, ਇਹਨਾਂ ਨੂੰ ਮੈਂ ਕਿਹਾ ਗੋਲੀ ਮਾਰ ਦਿਓ। ਬਾਣੀ ਪੜ੍ਹਨ ਵਾਲੇ ਦਾ ਸਤਿਕਾਰ ਨਹੀਂ ਜਰਦੇ। ਇੱਥੋਂ ਤੱਕ ਕਿ ਕਿਸੇ ਮਹਾਂਪੁਰਖ ਨੇ ਖੁਸ਼ੀ ਤੇ ਗੁਰੂ ਗ੍ਰੰਥ ਸਾਹਿਬ ਤੇ ਫੁੱਲਾਂ ਦੀ ਵਰਖਾ ਕਰਾਈ ਸੰਗਤ ਤੋਂ। ਕਹਿੰਦੇ ਜੀ ਇਹ ਤੇ ਮਨਮਤ ਹੋ ਰਹੀ ਹੈ। ਮੈਂ ਕਿਹਾ ਇਹਨਾਂ ਦੇ ਘਰ ਘਰ ਆਓ, ਫਿਰ ਖੁਸ਼ ਹੋ ਜਾਣਗੇ। ਗੁਰੂ ਦਾ ਸਤਿਕਾਰ ਵੀ ਨਹੀਂ ਜਰਦੇ, ਸਿੱਖਾਂ ਦਾ ਤਾਂ ਕੀ ਜਰਨਾ। ਕਹਿੰਦੇ ਜੀ ਮੱਥੇ ਟਿਕਾਉਂਦੇ ਐ ਕਰਦੇ ਐ। ਤੇ ਮੇਰਾ ਬਾਬਾ ਕਹਿ ਕੇ ਗਿਆ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ। ਵੀ ਜਿਹੜਾ ਬਾਣੀ ਪੜ੍ਹਨ ਵਾਲਾ, ਚੌਂਕੜਾ ਮਾਰਨ ਵਾਲਾ, ਉਹਦਾ ਸਤਿਕਾਰ ਜਿੰਨਾ ਹੁੰਦਾ ਕਰੋ। ਗੁਰੂ ਹਰਗੋਬਿੰਦ ਸਾਹਿਬ ਨੇ ਜਪਜੀ ਸਾਹਿਬ ਪੜ੍ਹਾਇਆ ਸਿੱਖ ਤੋਂ, ਘੋੜਾ ਦਿੱਤਾ 1.25 ਲੱਖ ਦੀ ਕਾਠੀ, ਉਹਨੂੰ ਉੱਪਰ ਬਿਠਾਇਆ ਤੇ ਆਪ ਥੱਲੇ। ਸਿੱਖ ਕਹਿੰਦੇ ਮਹਾਰਾਜ ਇਹ ਕੌਣ ਹੈ ਜਿਹਨੂੰ ਘੋੜੇ ਤੇ ਆਪ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਤੁਰ ਕੇ। ਮਹਾਰਾਜ ਕਹਿੰਦੇ ਉਹ ਸਿੱਖ ਹੈ ਜਿਹਦੇ ਮੁਖ ਚੋਂ ਅੱਜ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋਏ। ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਨੂੰ ਕੋਈ ਕਹਿੰਦਾ ਖਾਂ ਵੀ ਮਹਾਰਾਜ ਤੁਸੀਂ ਤੁਰ ਕੇ ਜਾਂਦੇ, ਇਹਨੂੰ ਘੋੜੇ ਤੇ ਬਿਠਾਇਆ, ਇਹਦੇ ਚਪੇੜਾ ਮਾਰੋ। ਅੱਜ ਤਾਂ ਹੱਥ ਧੋ ਕੇ ਮਗਰ ਪੈ ਗਏ ਬਾਣੀ ਪੜ੍ਹਨ ਵਾਲੇ ਦੇ। ਵੀ ਕੋਈ ਬੁਲਾ ਲੇ ਤਾਂ ਵੀ ਨਹੀਂ ਚੰਗਾ, ਜੇ ਕੋਈ ਸਤਿਕਾਰ ਦੇ ਦੇ ਕਹਿੰਦੇ ਲੈ ਗੁਰੂ ਸਾਹਿਬ ਨੂੰ ਮੰਨੋ, ਇਹਨਾਂ ਨੂੰ ਕਾਹਤੋਂ ਮੰਨਣਾ। ਤੇ ਕਲਾਕਾਰਾਂ ਨੂੰ ਦੂਰੋਂ ਹੀ ਗਲਵੱਕੜੀਆਂ ਤੇ ਸੈਲਫੀਆਂ ਕਰਾਉਂਦੇ ਤੇ ਗੱਡੀ 'ਚੋਂ ਉਤਾਰ ਕੇ ਲਿਆਉਂਦੇ। ਭਾਈ ਵਿਚਾਰੇ ਨੇ ਇੱਕ ਹੱਥ 'ਚ ਤਬਲਾ ਚੁੱਕਿਆ ਹੁੰਦਾ, ਦੂਜਾ ਸਿਰ ਤੇ ਵਾਜਾ ਹੁੰਦਾ ਸਤਨਾਮ ਸ੍ਰੀ। ਮੈਂ ਥੋੜਾ ਜਿਹਾ ਬਹਿ ਤੁਰਿਆ। ਇਸ ਕਰਕੇ ਪਿਆਰ ਦੀ ਕੋਈ ਕੀਮਤ ਨਹੀਂ ਹੈ। ਉਸ ਲక్ష్ਮੀ ਨੇ
ਕੰਮੋ ਮਾਸ਼ਕੀ ਨੇ ਇੰਨੀ ਕੁ ਸੇਵਾ ਕੀਤੀ ਮੈਂ ਦੱਸ ਨਹੀਂ ਸਕਦਾ। ਸਾਰੀ ਰਾਤ ਮਾਤਾ ਜੀ ਦੇ ਚਰਨ ਘੁੱਟੇ, ਦੁੱਧ ਛਕਾਇਆ। ਇੱਥੋਂ ਤੱਕ ਲਿਖਿਆ ਹੈ ਕਿ ਮੂੰਗੀ ਦੀ ਦਾਲ, ਗਰੀਬੀ ਸੀ ਨਾ, ਤੇ ਫੁਲਕੇ ਪਤਲੇ ਪਤਲੇ ਲਾਲਾਂ ਨੂੰ ਛਕਾਏ। ਬਸ ਉਹੋ ਹੀ ਛਕੇ ਰਹਿ ਜਾਣੇ, ਅੱਗੇ ਕੁਛ ਨਹੀਂ ਮਿਲਣਾ ਹੁਣ। ਜਾਂ ਦੁੱਧ ਦਾ ਜ਼ਿਕਰ ਜ਼ਰੂਰ ਮੈਂ ਕਰਨਾ ਏ। 25 ਮਿੰਟ ਆਪਣੇ ਕੋਲ ਪਏ ਐ, ਸਫ਼ਰ ਲੰਬੇਰਾ ਏ। ਤੇ ਉਸ ਵੇਲੇ ਕਹਿੰਦੇ ਹਨ ਕਿ ਇਹ ਪ੍ਰਸ਼ਾਦੇ ਬਸ ਨਸੀਬ ਹੋਏ ਇਹਨਾਂ ਲਾਲਾਂ ਨੂੰ। ਥੋੜੇ ਥੋੜੇ ਛੋਟੀਆਂ ਛੋਟੀਆਂ ਗਰਾਈਆਂ ਦੇ ਕੇ ਕੱਪੜੇ ਸਾਰੇ ਸੁਕਾਤੇ। ਇੰਨੇ ਚਿਰ ਨੂੰ ਭਰੋਸਾ ਸੀ। ਕੰਮੋ ਮਾਸ਼ਕੀ ਨੂੰ ਗੰਗੂ ਦੇ ਉੱਤੇ ਸੁਨੇਹਾ ਭੇਜਿਆ, ਕਹਿਣ ਲੱਗੇ ਤੂੰ 22-23 ਸਾਲ ਗੁਰੂ ਘਰ ਦਾ ਰਸੋਈਆ ਰਿਹਾ ਏ, ਅੱਜ ਮਾਤਾ ਜੀ ਹੋਣੀ ਆਏ, ਆਖੋ ਸਤਨਾਮ। ਤੇ ਮਾਂ ਬੰਦਗੀ ਵਾਲੀ ਸੀ, ਮਾਂ ਨੂੰ ਪਤਾ ਸੀ ਵੀ ਇਹਨੇ ਸਾਥ ਤੇ ਦੇਣਾ ਨਹੀਂ ਹੈ, ਇਹ ਮੇਰੇ ਪੁੱਤਾਂ ਨੂੰ ਆਖਰੀ ਸਮੇਂ ਤੱਕ ਜ਼ਰੂਰ ਪਹੁੰਚਾ ਦੇਗਾ। ਤੇ ਉਸ ਵੇਲੇ ਉਹਦੇ ਨਾਲ ਮਿਲਾਪ ਹੁੰਦਾ ਤੇ ਉਹਦੇ ਘਰ ਆਉਂਦੇ ਐ। ਪਹਿਲੋਂ ਠੀਕ ਸੀ, ਪਰ ਜਦੋਂ ਉਹਦੀ ਨਿਗਾਹ ਮਾਇਆ ਤੇ ਪੈ ਗਈ, ਤੇ ਮਾਇਆ ਇੰਨੀ ਭੈੜੀ ਚੀਜ਼ ਹੈ, ਸਕੇ ਭਰਾ ਤੋਂ ਭਰਾ ਮਰਵਾ ਦਿੰਦੀ ਹੈ। ਭੈਣਾਂ ਤੋਂ ਉਹ ਭੈਣ ਭਰਾ ਜਿਹੜੇ ਇੱਕ ਥਾਲੀ 'ਚ ਖਾਂਦੇ ਸੀ, ਕਹਿੰਦੇ ਸੀ ਵੀਰਾ ਵੱਡਾ ਆਊ ਤੇ ਰੋਟੀ ਖਾਣੀ ਹੈ, ਅੱਜ ਇੱਕ ਦੂਜੇ ਨੂੰ ਇਦਾਂ ਵੇਂਦੇ ਆ, ਇਹੋ ਹੀ ਅਰਦਾਸ ਕਰਦੇ ਵੀ ਇਹਦਾ ਨੁਕਸਾਨ ਹੋ ਜੇ। ਤੇ ਕਿੰਨੇ ਦੁਸ਼ਮਣੀ ਪਵਾਈ? ਮਾਇਆ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਲਿਖਤਾ, ਮਹਾਰਾਜ ਕਹਿੰਦੇ ਇਹ ਮਾਇਆ ਮੋਹਣੀ ਜਿਨ ਏਤ ਭਰਮ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਕੁਰਬਾਨ ਕੀਤਾ, ਤਿਸੈ ਵਿਟੋ ਜਿਨ ਮੋਹ, ਕਹੇ ਨਾਨਕ ਮਨ ਚੰਚਲ, ਚੰਚਲ ਹੈ ਮਨ। ਬਾਂਦਰ ਦੀ ਨਿਆਈ ਵੀ ਬਾਣੀ ਨੇ ਇਹਨੂੰ ਆਖਿਆ ਹੈ, ਕਹਿੰਦੇ ਮੀਂਹ ਪੈਣ ਦਿਆ ਤੇ ਬਿਜੜੇ ਨੇ ਆਪਣਾ ਆਲਣਾ ਬਣਾਇਆ ਨਿੱਕਾ ਜਿਹਾ ਤੇ ਵਿੱਚ ਬੈਠਾ। ਉਸੇ ਟਾਹਣੀ ਤੇ ਕਿਤੇ ਬਾਂਦਰ ਬੈਠਾ ਸੀ ਤੇ ਬਾਂਦਰ ਦੇ ਸਿਰ 'ਚ ਗੜੇ ਵੱਜਣ ਤੇ ਉਹ ਬਿਜੜੇ ਨੇ, ਇੱਕ ਕਵੀ ਦੀ ਵਾਰਤਾਲਾਪ ਹੈ, ਉਹ ਬਿਜੜੇ ਨੇ ਆਖਿਆ, ਕਹਿੰਦੇ ਉਹ ਬਾਂਦਰਾ ਤੈਨੂੰ ਬੰਦਿਆਂ ਵਰਗੇ ਹੱਥ ਪੈਰ ਮਿਲੇ ਆ, ਮੇਰੀ ਇੱਕ ਚੁੰਝ ਹੈ ਤੇ ਮੈਂ ਆਪਣੀ ਚੁੰਝ ਨਾਲ ਇੰਨਾ ਸੋਹਣਾ ਬਿਜੜੇ ਦਾ ਆਲਣਾ ਹੁੰਦਾ ਵੀ ਉੱਦਾਂ ਤਾਂ ਕਾਰੀਗਰ ਵੀ ਨਹੀਂ ਬਣਾ ਸਕਦਾ। ਹੁਣ ਇੱਥੇ ਥੋੜਾ ਜਿਹਾ ਮੈਂ ਇੱਕ ਤੁਹਾਡਾ ਵਿਸ਼ਾ ਲਊਂ। ਕਈ ਬੰਦੇ ਕਹਿੰਦੇ ਬਾਣੀ ਕੁਛ ਨਹੀਂ, ਸਾਇੰਸ ਹੀ ਸਭ ਕੁਝ ਹੈ। ਤੇ ਸਾਇੰਸ ਨੂੰ ਇੱਕ ਵਾਰੀ ਲਿਆ ਕੇ ਵਿਖਾਵੇ ਵੀ ਆ ਜਿਹੜਾ ਆਲਣਾ ਬਣਾਇਆ ਇਹ ਕਿਹਨੇ ਬਣਾਇਆ? ਕੋਈ ਉਹਦਾ ਹੱਥ ਨਹੀਂ, ਇੱਕ ਇੱਕ ਤੀਲਾ ਇਕੱਠਾ ਕਰਕੇ ਤੇ ਇਦਾਂ ਦਾ ਡਿਜ਼ਾਈਨ ਤੇ ਮਸ਼ੀਨਾਂ ਤੋਂ ਨਹੀਂ ਬਣਦਾ ਜਿੱਦਾਂ ਦਾ ਬਿਜੜਾ ਬਣਾ ਦਿੰਦਾ। ਭਾਈ ਸਾਹਿਬ ਨੇ ਕੁਦਰਤ ਦੀ ਗੱਲ ਕੀਤੀ ਸੀ ਵੀ ਅੱਜ ਕੁਦਰਤ ਬੜੀ ਖਰਾਬ ਕਰਤੀ ਆਪਾਂ। ਚਾਰੇ ਪਾਸੇ ਪਾਣੀ ਵੀ ਅੱਜ ਵਹੀਂ ਤੇ ਨਾ, ਵਹੀਂ ਦੇ ਕੰਢੇ ਤੇ ਕੋਈ ਮਹਾਂਪੁਰਖ ਬੈਠਾ 2 ਮਿੰਟ ਤੇ ਰੋ ਕੇ ਉੱਠ ਪਿਆ, ਕਹਿੰਦੇ ਓਏ ਚਲੋ ਚੱਲੀਏ। ਕਹਿੰਦੇ ਤਾਂ ਆਪ ਰੋਂਦੀ ਪਈ ਵਿਚਾਰੀ ਵਹੀਂ। ਕਹਿੰਦੇ ਕਿੱਦਾਂ ਸੁਣਿਆ? ਕਹਿੰਦੇ ਮੈਂ ਗੱਲਾਂ ਕੀਤੀਆਂ ਇਹਦੇ ਨਾਲ, ਇਹ ਕਹਿੰਦੀ ਹੈ ਚਲੇ ਜਾਓ, ਮੈਂ ਬੜੀ ਭਾਗਾਂ ਵਾਲੀ ਸੀ ਜਿੱਦਣ ਮੇਰੇ ਨਾਨਕ ਨੇ ਮੇਰੇ 'ਚ ਟੁੱਬੀ ਮਾਰੀ। ਆ ਨਾਨਕ ਦੇ ਮਗਰੋਂ ਜਿਹੜੇ ਇੱਥੇ ਆ ਗਏ ਇੰਨਾ ਗੰਦ ਪਾਤਾ, ਮੇਰੇ ਤੇ ਕੋਈ ਪੰਛੀ ਤੱਕ ਵੀ ਨਹੀਂ ਖੜੋਂਦਾ। ਬਾਬੇ ਨੇ ਤੇ ਕੀ ਆਉਣਾ ਮੇਰੇ ਕੋਲ, ਇੰਨੀ ਇਹ ਵਾਤਾਵਰਨ ਦੀ ਬਖਸ਼ਿਸ਼ ਹੈ। ਅੱਜ ਆਪਣੇ ਹਿਰਦੇ 'ਚ ਵੀ ਗੰਦਗੀ, ਗੁਸਤਾਖੀ ਮਾਲ, ਗੱਡੀ 'ਚ ਵੀ ਗੰਦੇ ਗਾਣੇ, ਰੂਮ ਦੇ ਵਿੱਚ ਵੀ, ਪੈਲਸ ਵਿੱਚ ਵੀ, ਚਾਰੇ ਪਾਸੇ ਗੰਦਗੀ ਤੇ ਸਮਾਧੀ ਕਿੱਥੋਂ ਲੱਭਦੇ? ਜਦੋਂ ਕੀਰਤਨ ਕਥਾ ਦਾ ਸਮਾਗਮ ਹੁੰਦਾ ਤਾਂ ਕਰਮਾਂ ਵਾਲੇ ਐ, ਸਮਝ ਨਹੀਂ ਆ ਰਹੀ ਵੀ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਤੇ ਤਰਸ ਕੀਤਾ ਵੀ ਦਰਬਾਰ 'ਚ ਜਗ੍ਹਾ ਨਹੀਂ ਹੈਗੀ, ਬਾਹਰ ਸੰਗਤ ਖੜੋਤੀ ਹੈ ਪੌੜੀਆਂ ਤੱਕ। ਇਹ ਤਾਂ ਤਰਸ ਹੋਇਆ, ਕੋਈ ਨਹੀਂ ਤੇ ਜਿੱਦਾਂ ਦਾ ਸਮਾਂ ਚੱਲਣ ਦਿਆ ਗੁਰੂ ਘਰ ਤਾਂ ਚਾਦਰਾਂ ਹੀ ਦੀਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਨਦਰੇ ਰਹਿਮਤ ਵਰਤੇ, ਜੋ ਦੁਸ਼ਮਨ ਵੀ ਨਾ ਕਰੇ ਵੋ ਕਾਮ ਕਰ ਗਿਆ, ਗੰਗੂ ਆਪਣਾ ਨਾਮ ਬਦਨਾਮ ਕਰ ਗਿਆ। ਮਾਇਆ ਵੇਖ ਕੇ ਡੋਲ ਗਿਆ ਇਮਾਨ। ਤੇ ਮਾਤਾ ਕਹਿੰਦੀ ਪੁੱਤ ਰੱਖ ਲਈ, ਕਹਿੰਦਾ ਨਾਲੇ ਘਰੇ ਲਿਆਂਦਾ ਨਾਲੇ ਚੋਰ। ਪਹੁੰਚ ਗਿਆ ਠਾਣੇ। ਮੁਰਿੰਡੇ ਜ਼ਾਨੀ ਖਾਂ ਮਾਨੀ ਖਾਂ ਆਏ ਐ, ਜਿਹੜੇ ਲਾਲਾਂ ਨੂੰ ਕਿਤੇ ਗੁਲਾਬ ਦੀਆਂ ਪੱਤੀਆਂ ਤੱਕ ਵੀ ਚੁਭਦੀਆਂ ਸੀ ਤੇ ਦਾਗ ਪੈਂਦਾ ਸੀ। ਸੰਗਤੇ ਉਹਨਾਂ ਲਾਲਾਂ ਦੇ ਹੱਥਾਂ ਤੇ ਹੱਥ ਘੜੀਆਂ ਲਵਾਤੀਆਂ ਨੇ। ਆਖੋ ਸਤਨਾਮ। ਛੋਟੇ ਛੋਟੇ ਲਾਲ ਗੱਡਿਆਂ ਤੇ ਬੈਠੇ ਮਾਤਾ ਜੀ ਨੂੰ ਹੱਥ ਘੜੀ ਲੱਗੀ ਐ। ਸਾਰੀ ਦੁਨੀਆ ਉਂਗਲਾਂ ਪਾ ਕੇ ਵੇਂਦੀ ਐ ਮੁੱਖ ਦੇ ਵਿੱਚ। ਪਹੁੰਚ ਗਏ ਕੋਤਵਾਲੀ, ਇੱਕ ਰਾਤ ਰੱਖਿਆ। ਫਿਰ ਸੂਬਾ ਇਸ ਸਰਹੰਦ ਵਜ਼ੀਰ ਖਾਂ ਨੂੰ ਖਬਰ ਪਹੁੰਚ ਗਈ। ਡੰਕੇ ਵੱਜ ਗਏ, ਢੋਲ ਵੱਜ ਗਏ, ਨਗਾਰੇ। ਬੜਾ ਖੁਸ਼ ਹੋ ਕੇ ਕਹਿੰਦਾ ਹੁਣ ਵੇਖਾਂਗਾ ਕਿਹੜਾ ਬਾਪ ਹੈ ਜਿਹੜਾ ਆਪਣੀ ਬੁੱਢੀ ਮਾਂ ਤੇ ਬੱਚਿਆਂ ਵਾਸਤੇ ਭੀਖ ਨਾ ਮੰਗੇ। ਅੱਜ ਗੁਰੂ ਗੋਬਿੰਦ ਸਿੰਘ ਜ਼ਰੂਰ ਆ ਕੇ ਮੇਰੇ ਦਰਬਾਰ 'ਚ ਮਾਫੀ ਮੰਗੇਗਾ, ਜ਼ਰੂਰ ਗਿੜਗੜਾਵੇਗਾ ਕਿ ਮੇਰੀ ਮਾਂ ਪੁੱਤਰ ਛੱਡ ਦੇ।
ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਉਹੀ ਫੁੱਲ ਜਹਾਨ ਤੇ ਖਿੜੇ ਰਹਿੰਦੇ ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਨੇ। ਉਹ ਨਹੀਂ ਕੱਚਿਆਂ ਦੀ ਪਰਵਾਹ ਕਰਦੇ, ਜਿਹੜੇ ਵੇਖ ਲੈਂਦੇ ਕੰਡੇ ਪਾਰ ਦੇ ਨੇ। ਜਿਹੜੇ ਕੌਮ ਨੂੰ ਜ਼ਿੰਦਗੀ ਦੇਣ ਵਾਲੇ ਸੰਗਤੇ, ਪਹਿਲਾਂ ਮੌਤ ਦੀ ਜ਼ੁਲਫ ਸਵਾਰ ਦੇ ਨੇ। ਜਿੱਥੇ ਡੁੱਲ ਜਾਂਦਾ ਖੂਨ ਸ਼ਹੀਦਾਂ ਦਾ, ਭਾਗ ਲੱਗ ਜਾਂਦੇ ਉਹਨਾਂ ਵਸਤੀਆਂ ਨੂੰ, ਤੇ ਰੁਤਬਾ ਫੇਰ ਸ਼ਹੀਦਾਂ ਵਿੱਚ ਤਾਂ ਮਿਲਦਾ। ਇਹਨਾਂ ਕੌਮੀ ਸ਼ਹੀਦਾਂ ਦੀਆਂ ਅਸਤੀਆਂ ਨੂੰ ਜਦੋਂ ਤੀਕਿਏ ਰਹਿਣਗੇ ਚੰਨ ਤਾਰੇ, ਤੇ ਲੋਕੀ ਪੂਜਣਗੇ ਇਹੋ ਜੀਆਂ ਹਸਤੀਆਂ ਨੂੰ, ਤੇ ਸੰਗਤ ਪੂਜੂਗੀ ਇਹੋ ਜਿਹੀਆਂ ਹਸਤੀਆਂ ਨੂੰ। ਗੁਰੂ ਕੇ ਲਾਲ ਬੁਲਾਏ ਗਏ ਨੇ। ਪਹਿਲਾ ਦਿਨ ਹੋਇਆ, ਇਸ ਸੰਖੇਪ ਵਿੱਚ ਚੱਲਾਂਗੇ। ਉਸ ਵੇਲੇ ਸੂਬਾ ਸਰਹੰਦ ਦੀ ਕਚਹਿਰੀ ਸਜੀ ਹੈ। ਪਹਿਲਾਂ ਵੀ ਬਹੁਤ ਸਜ਼ਾ ਦਿੱਤੀਆਂ ਗਈਆਂ। ਜਦੋਂ ਸਾਹਿਬਜ਼ਾਦੇ ਉੱਥੇ ਗਏ ਨਾ, ਜਾ ਕੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਇੰਨੇ ਕੁ ਜਲਾਲ ਦੇ ਵਿੱਚ ਫਤਿਹ ਬੁਲਾਈ ਸੀ। ਕਹਿੰਦੇ ਉਹ ਦਾਤਾ ਭਰੀ ਸਭਾ ਅੰਦਰ, ਤੇ ਸਾਹਿਬਜ਼ਾਦਿਆਂ ਫਤਿਹ ਗਜ਼ਾ ਦਿੱਤੀ। ਸਤਿ ਸ੍ਰੀ ਅਕਾਲ ਦਾ ਮਾਰ ਨਾਰਾ, ਤੇ ਤਸਬੀਹ ਕਾਜੀ ਦੇ ਹੱਥੋਂ ਸਟਾ ਦਿੱਤੀ। ਇਤਿਹਾਸ ਗਵਾਹੀਆਂ ਦਿੰਦਾ ਹੈ ਸੰਗਤੇ। ਜਦੋਂ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਹਿੰਦੇ ਕਾਜੀ ਅੱਲਾ ਅੱਲਾ ਕਰਨ ਦਿਆ ਸੀ, ਤੇ ਜਦੋਂ ਫਤਿਹ ਵਜਾਈ ਉਹਦੀ ਮਾਲਾ ਛੁੱਟ ਗਈ ਹੱਥ 'ਚ, ਥੱਲੇ ਡਿੱਗ ਪਈ। ਵਜ਼ੀਰ ਖਾਂ ਕਹਿੰਦਾ ਤੈਨੂੰ ਕੀ ਹੋਇਆ ਏ? ਕਹਿੰਦਾ ਕੁਛ ਨਹੀਂ, ਮੈਂ ਤਾਂ ਵੇਖ ਕੇ ਹੈਰਾਨ ਹੈ, ਇਹਨਾਂ ਦੀ ਫਤਿਹ ਡਰਾ ਦਿੰਦੀ ਹੈ, ਤੇ ਜਦੋਂ ਫਤਿਹ ਕਰਨਗੇ ਉਦੋਂ ਕੀ ਬਣੂਗਾ। ਬੜੀਆਂ ਬਰੀਕੀ ਦੀਆਂ ਚੀਜ਼ਾਂ ਸਾਡੇ ਕੋਲ ਬਾਪੂ ਦੇ ਕੇ ਗਿਆ, ਪਰ ਥੋੜੀਆਂ ਥੋੜੀਆਂ ਗਵਾ ਦਿੱਤੀਆਂ। ਤੇ ਉਸ ਵੇਲੇ ਸਾਹਿਬਜ਼ਾਦਿਆਂ ਨੂੰ ਵੇਖ ਕੇ ਸਾਰਿਆਂ ਦਾ ਹਾਸਾ ਨਿਕਲ ਗਿਆ। ਵਜ਼ੀਰ ਖਾਂ ਹੱਸਿਆ। ਚਾਪਲੂਸ ਵੀ ਇਦਾਂ ਦੇ ਹੁੰਦੇ ਅੱਜ ਕੱਲ੍ਹ, ਰਾਜਨੀਤਿਕ ਵੇਖ ਲਓ। ਤੋ ਉਸ ਵੇਲੇ ਸਾਰੇ ਹੱਸੇ, ਤੇ ਵਜ਼ੀਰ ਖਾਂ ਕਹਿੰਦਾ ਆ ਬੱਚੇ, ਉਹ ਜਾਓ ਇਹਨਾਂ ਨੂੰ ਕਿਤੇ ਲਿਜਾਓ, ਖਿਡੌਣੇ ਲੈ ਕੇ ਦਿਓ, ਇਹਨਾਂ ਨੂੰ ਬਰਫੀ ਬੁਰਫੀ ਖਵਾਓ, ਭੁੱਖੇ ਤੇ ਆਏ ਨਾ ਤਾਂ ਮੰਨ ਜਾਣਾ ਉਸੇ ਵੇਲੇ। ਪਹਿਲੇ ਦਿਨ ਦੀ ਕਚਹਿਰੀ 'ਚ ਮਜ਼ਾਕ ਸਮਝਿਆ ਉਹਨਾਂ। ਕਹਿੰਦੇ ਇਹ ਭੁੱਖੇ ਤੇ ਆਏ ਨੂੰ ਮਠਿਆਈ ਲੈ ਦਿਓ, ਖਿਡੌਣੇ ਲਓ, ਬੱਚੇ ਅਜੇ ਇਹਨਾਂ ਕਿੱਥੋਂ ਸਾਡਾ ਸਾਹਮਣਾ ਕਰਨਾ ਏ। ਪਰ ਬੱਚਿਆਂ ਨੇ ਮੂੰਹ 'ਚ ਕੁਛ ਨਹੀਂ ਪਾਇਆ। ਕਹਿੰਦੇ ਬੇਟਾ ਤੁਸੀਂ ਭੁੱਖੇ ਖਾਂਦੇ ਨਹੀਂ। ਕਹਿੰਦੇ ਦਾਦੀ ਮਾਂ ਬਣਾਊਗੀ ਬਾਣੀ ਪੜ੍ਹ ਕੇ ਫਿਰ ਖਾਣਾ, ਤੇ ਅੱਜ ਆਪਾਂ ਛੱਡਦੇ ਹੀ ਕੁਝ ਨਹੀਂ। ਆਖੋ ਸਤਿਨਾਮ। ਕਵੀ ਜਰਨੈਲ ਸਿੰਘ ਸਵਰਾ ਹੋਇਆ, ਐਕਸੀਡੈਂਟ ਹੋ ਗਿਆ ਸੀ ਉਹਨਾਂ ਦਾ। ਹੁਣ ਬੇਟਾ ਏ, ਉਹਦੀ ਕਲਮ ਨੇ ਲਿਖਿਆ, ਕਹਿੰਦੇ ਜਿਸ ਨੂੰ ਖਾਣ ਨਾ ਖੋਤੇ, ਮੂੰਹ ਵਿੱਚ ਪਾਲੇ ਲੋਕਾਂ ਨੇ, ਰੁਲਦੀ ਜਾਏ ਜਵਾਨੀ ਨਸ਼ੇ ਵਧਾ ਲੈ ਲੋਕਾਂ ਨੇ। ਜਿੱਥੋਂ ਦਸਮ ਪਿਤਾ ਦਾ ਕਹਿੰਦੇ ਘੋੜਾ ਲੰਘਿਆ ਨਾ, ਅੱਜ ਦਾ ਸਿੱਖ ਉਸ ਚੀਜ਼ ਨੂੰ ਖਾਣੋਂ ਸੰਗਿਆ ਨਾ। ਟੀਵੀ ਤੋਂ ਵੱਧ ਭੈੜੇ ਰੋਗ ਲਵਾ ਲਏ ਲੋਕਾਂ ਨੇ, ਮੁੱਕਦੀ ਜਾਏ ਜਵਾਨੀ ਨਸ਼ੇ। ਬਾਪੂ ਦਾ ਘੋੜਾ ਨਹੀਂ ਸੀ ਲੰਘਿਆ ਤੰਬਾਕੂ ਦੇ ਖੇਤ ਤੋਂ, ਤੇ ਅੱਜ ਸਿੱਖਾਂ ਦੇ ਪੁੱਤ ਤੰਬਾਕੂ ਲਾਉਂਦਾ ਹੈ। ਮਾਫੀ ਦਿਓ। ਬੱਚਿਆਂ ਨੇ ਮੂੰਹ ਨਹੀਂ ਸੀ ਲਾਇਆ। ਕਹਿੰਦੇ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਭਿੱਟੈ ਵੇ ਮਤ ਭਿੱਟੈ, ਇਹੋ ਅੰਨ ਅਸਾਡਾ, ਤਨ ਫਿੱਟੈ ਫੇੜ ਕਰੇਨ, ਮਨ ਝੂਠੇ ਮਲੇਸ਼ਾਂ ਦਾ ਖਾਣਾ ਨਹੀਂ ਖਾਣਾ। ਸਾਡੀ ਦਾਦੀ ਮਾਂ ਖਵਾਵੇਗੀ, ਬਾਣੀ ਪੜ੍ਹ ਕੇ ਆਟਾ ਗੁੰਨੇਗੀ, ਪ੍ਰਸ਼ਾਦੇ ਅਸੀਂ ਉਹ ਛਕਾਂਗੇ। ਕਹਿੰਦੇ ਅਗਲੇ ਦਿਨ ਦੀ ਫਿਰ ਸਭਾ ਸ਼ੁਰੂ ਹੋਈ। ਫਿਰ ਜਾ ਕੇ ਫਤਿਹ ਬੁਲਾਈ, ਤੇ ਉਹ ਕਹਿਣ ਲੱਗੇ ਜੀ ਇਹ ਮਠਿਆਈ ਵਾਲੇ ਨਹੀਂ ਜੇ,
ਇਹਨਾਂ ਨਹੀਂ ਜੇ ਬਦਲਣਾ, ਇਹਨਾਂ ਦੀਆਂ ਰਗਾਂ 'ਚ ਗੋਬਿੰਦ ਦਾ ਖੂਨ ਹੈ। ਆਖੋ ਸਤਨਾਮ। ਜਿਹੜੀ ਗੱਲ ਵਜੀਦ ਖਾਂ ਤੂੰ ਚਾਹੁੰਦਾ ਵੀ ਬੱਚੇ ਇਹ ਗੱਲ ਭੁੱਲ ਜਾ, ਇਹ ਬੱਚੇ ਨਹੀਂ ਹੋ, ਇਹ ਤਾਂ ਵੱਡਿਆਂ ਦੇ ਵੀ ਵੱਡੇ ਐ। ਤੇ ਉਸ ਵੇਲੇ ਸਾਧ ਸੰਗਤ ਸੂਬਾ ਸਰਹੰਦ ਕਹਿਣ ਲੱਗਾ, ਬੱਚਿਓ ਸਲਾਮ ਕਰੋ, ਸਿਰ ਝੁਕਾਓ, ਇਹ ਤੁਹਾਡੇ ਪਿਓ ਦਾ ਦਰਬਾਰ ਨਹੀਂ। ਕੱਲ ਪਹਿਲਾ ਦਿਨ ਸੀ, ਤੁਹਾਨੂੰ ਤਾਂ ਛੱਡਤਾ ਨਿੱਕੇ ਜਿਹੇ ਵੇਖ ਕੇ, ਅੱਜ ਨਹੀਂ ਗੱਡੀ ਚੱਲਣੀ, ਸਿਰ ਝੁਕਾ ਕੇ ਸਲਾਮ ਕਰੋ। ਤੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਸਿਰ ਹੈਗਾ ਹੀ ਨਹੀਂ, ਝੁਕਾਈਏ ਕੀ। ਹੁਣ ਆਪਣੇ ਤੇ ਇਹ ਗੱਲ ਲਿਓ, 4 ਬੋਤਲਾਂ ਨਸ਼ਾ ਕੋਈ ਦੇ ਦੇ ਤੇ ਪਾਲਟੀ ਬਦਲ ਜਾਂਦੇ ਆਪਾਂ। ਤੇ ਸਾਹਿਬਜ਼ਾਦਿਆਂ ਦੇ ਦਿਨ ਚੱਲਣ ਦੇ, ਸਾਡਾ ਜ਼ਮੀਰ ਨਹੀਂ ਕਿਸੇ ਚੀਜ਼ ਦਾ। ਕਿਸਾਨੀ ਮੋਰਚੇ 'ਚ ਬੜੇ ਬੜੇ ਬੰਦੇ ਜਿਨ੍ਹਾਂ ਤੇ ਮਾਨ ਸੀ ਉਹ ਵੀ ਗਰਕ ਗਏ। ਇਹ ਸੱਚ ਕੌੜਾ ਲੱਗੂਗਾ, ਦਿਨੇ ਕਿਤੇ ਹੋਰ ਬੈਠੇ, ਰਾਤ ਨੂੰ ਕਿਤੇ ਹੋਰ ਬਈਦਾ, ਸਾਡਾ ਕੋਈ ਮਾਨ ਨਹੀਂ, ਇਹ ਸੱਚ ਗੱਲ ਹੈ। ਅਸੀਂ ਪੈਰ ਪੈਰ ਤੇ ਬਦਲਦੇ ਆਂ। ਕਹਿੰਦੇ ਬੇਟਾ ਸਿਰ ਝੁਕਾਓ। ਬਾਬਾ ਫਤਿਹ ਸਿੰਘ ਕਹਿੰਦੇ ਹੈਗਾ ਹੀ ਨਹੀਂ। ਕਹਿੰਦੇ ਬੇਟਾ ਕਿਉਂ ਨਹੀਂ ਹੈਗਾ? ਕਹਿੰਦੇ ਜਿੱਦਣ ਬਾਪੂ ਨੇ ਅੰਮ੍ਰਿਤ ਤਿਆਰ ਕੀਤਾ ਸੀ ਨਾ, ਉਦਣ ਸੀਸ ਲੈ ਕੇ ਅੰਮ੍ਰਿਤ ਛਕਾਇਆ ਤੇ ਸੀਸ ਤੇ ਬਾਪੂ ਨੂੰ ਦੇ ਆਏ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ ਏ। ਸਿਰ ਹੈ ਅਮਾਨਤ ਗੋਬਿੰਦ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਸਿਰ ਹੈ ਅਮਾਨਤ ਗੋਬਿੰਦ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਏ। ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਇਹ ਸਿਰ ਹੈ ਅਮਾਨਤ ਗੋਬਿੰਦ ਦੀ, ਇਹ ਸਿਰ ਹੈ ਅਮਾਨਤ ਗੋਬਿੰਦ ਦੀ। ਇਹ ਸਿਰ ਹੈ ਅਮਾਨਤ ਗੋਬਿੰਦ ਦੀ, ਇਹ ਸਿਰ ਹੈ ਅਮਾਨਤ ਗੋਬਿੰਦ ਦੀ। ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਤੁਹਾਨੂੰ ਪਤਾ ਸੰਗਤੇ ਧਾਰਨਾ ਕਿੰਨੇ ਪੜੀ ਸੀ ਭਲਾ? ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਦੋਂ ਉਹਨਾਂ ਨੂੰ 1 ਅਰਬ ਅਮਰੀਕਨ ਡਾਲਰ ਦੇਣ ਵਾਸਤੇ ਕੁਲਦੀਪ ਬਰਾੜ ਨੇ ਕਿਤਾਬ ਲਿਖੀ ਹੈ ਸਾਕਾ ਨੀਲਾ ਤਾਰਾ। ਉਹ ਕਹਿੰਦਾ 15 ਬੰਦੇ ਅਸੀਂ ਭੇਜੇ ਅੰਦਰ ਕੰਪਲੈਕਸ ਦੇ, ਵੀ ਪਿੰਡਰਾਂ ਵਾਲੇ ਨੂੰ ਕਹਿ ਦਿਓ 1 ਅਰਬ ਅਮਰੀਕਨ ਡਾਲਰ ਲੈ ਲਾ, ਜਿਹੜੇ ਮਰਜ਼ੀ ਦੇਸ਼ ਦੀ ਪੱਕੀ ਸਿਟੀਜ਼ਨ ਦੇ ਦਿੰਦੇ ਆ, ਪਰ ਅਕਾਲ ਤਖਤ ਛੱਡ ਕੇ ਦੌੜ ਜਾ। ਪਰ ਉਹਦੀ ਰਿਪੋਰਟ, ਉਹਦੀ ਕਿਤਾਬ ਕਹਿੰਦੀ ਹੈ ਵੀ ਜਿਹੜੇ 15 ਉਹਨੂੰ ਦੇਣ ਗਏ ਸੀ 1 ਅਰਬ, ਉਹ ਵੀ ਵਾਪਸ ਨਹੀਂ ਆਏ। ਮਾਰੇ ਨਹੀਂ ਸੰਤਾਂ ਨੇ, ਉਹਨਾਂ ਨੇ ਆਪਣੀਆਂ ਵਰਦੀਆਂ, ਆਪਣਾ ਸਭ ਕੁਝ ਭੇਜ ਕੇ ਇੱਕ ਚਿੱਠੀ ਭੇਜੀ, ਕਹਿੰਦੇ ਇੰਨੇ ਸਾਲ ਤੁਹਾਡੇ ਨਾਲ ਗੁਜ਼ਾਰਤੇ, ਜ਼ਿੰਦਗੀ ਦੇਣ ਵਾਲਾ ਮਰਦ ਮਿਲਿਆ ਤੇ ਅੱਜ ਮਿਲਿਆ। ਇੱਥੋਂ ਹਿਸਾਬ ਲਓ ਵੀ ਕਿੰਨੀ ਬੰਦਗੀ ਹੋਊ ਉਸ ਮਹਾਂਪੁਰਖ ਦੀ, ਜਿਹਨੂੰ ਗੁਰਬਾਣੀ ਕਹਿੰਦੀ ਹੈ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਬੰਦਗੀ ਵਾਲਾ ਤੇ ਅੱਖਾਂ ਭਰ ਕੇ ਵੀ ਕਿਸੇ ਵੱਲ ਵੇਖ ਲੇ ਤੇ ਉਹਨੂੰ ਆਪਣਾ ਬਣਾ ਕੇ ਲੈ ਜਾਂਦਾ। ਹੁਣ ਆਪਣੇ ਕੋਲ ਇੰਨੀ ਹੈ ਨਹੀਂ ਨਾ, ਗੱਲਾਂ ਵਾਲੇ ਆ ਨਾ, ਕਰਕੇ ਵੇਖਿਓ ਕਿਤੇ ਕੋਈ ਬੰਦਗੀ ਵਾਲਾ ਅੱਖ ਚੁੱਕ ਕੇ। ਭਾਈ ਪਾਰੋ ਜੀ ਪਰਮਹੰਸ ਨੂੰ ਪੜ੍ਹਿਓ, ਜਿਨ੍ਹਾਂ ਦੀ ਗੋਦੀ ਚੋਂ ਦਾਸ ਆਇਆ ਏ, ਉਹਨਾਂ ਕਥਾ ਨਹੀਂ ਕੀਤੀ, ਕਦੇ ਸਮਾਗਮ ਨਹੀਂ ਕੀਤਾ ਸੀ। ਇੱਦਾਂ ਦਾ ਜੀਵਨ ਸੀ ਵੀ ਕਰੋੜਾਂ ਦਾ ਮਾਲਕ ਸ਼ਾਹ ਅੱਲਾ ਯਾਰ ਬਿਆਸਾ ਦਰਿਆ ਤੇ ਬੈਠਾ, ਜਦੋਂ ਭਾਈ ਪਾਰੋ ਦੇ ਨੇਤਰਾਂ 'ਚ ਨੇਤਰ ਪਾਏ, ਕਹਿੰਦਾ ਤੇਰਾ ਮੁਰਸ਼ਿਦ ਕੌਣ ਹੈ? ਕਿੱਥੇ ਜਾਣਾ ਹੈ ਦਰਿਆ ਦੇ ਵਿੱਚ? ਰੋਜ਼ ਲੰਘ ਕੇ ਕਹਿੰਦੇ ਗੋਇੰਦਵਾਲ ਗੋਬਿੰਦਪੁਰੀ ਸਮ ਜੱਲਣ ਤੀਰ ਵਿਪਾਸ ਬਣਾਇਓ। ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਸਾਹਿਬਰਾਂ ਲਾ ਕੇ ਬੈਠੇ, ਕਹਿੰਦੇ ਇੱਕ ਵਾਰੀ ਮੈਨੂੰ ਵੀ ਲੈ ਜਾ। ਏਦਾਂ ਆਨੰਦ ਆਉਂਦਾ ਜਦੋਂ 7 ਬਗਾਨਾ ਤੁਹਾਡੇ ਘਰ ਆਵੇ। ਅੱਜ ਅਸੀਂ 7 ਬਗਾਨਿਆਂ ਦੇ ਤੁਰੇ ਫਿਰਦੇ। ਜਿੰਨੇ ਮੁਸਲਮਾਨ ਚੋਟੀ ਦੇ ਸੀ,
ਸਾਈਂ ਮੀਆਂ ਮੀਰ ਜੀ, ਅਕਬਰ ਬਾਦਸ਼ਾਹ ਵਰਗੇ, ਭੀਖਮ ਸ਼ਾਹ ਵਰਗੇ, ਕਿੰਨਿਆਂ ਕੁ ਦਾ ਜ਼ਿਕਰ ਕਰਾਂ। ਉਹ ਬੂਹਾ ਮੱਲ ਕੇ ਬੈਠੇ ਰਹੇ, ਬਾਪੂ ਦਰਸ਼ਨ ਕਰਾ ਤੇ ਜਾਣਾ, ਅੱਗੇ ਪ੍ਰਕਾਸ਼ ਹੋਣਾ ਨਾ ਮਹਾਰਾਜ ਦਾ। 48 ਘੰਟੇ ਭੀਖਮ ਸ਼ਾਹ ਬੂਹੇ 'ਚ ਬੈਠਾ ਰਿਹਾ ਸੀ। ਕਹਿੰਦਾ ਦਰਸ਼ਨ ਹੋਣਗੇ ਤੇ ਜਾਊਂ, ਮੈਂ ਆਟਾ ਮੰਗਣ ਵਾਲਾ ਫਕੀਰ ਨਹੀਂ। ਅੱਜ ਗੁਰੂ ਕੇ ਸਿੱਖ ਵੇਖੋ ਮੁਰਦਿਆਂ ਦੀ ਥਾਂ ਤੇ ਜਾ ਕੇ ਬੈਠੇ ਐ। ਤੋ ਇਸ ਕਰਕੇ ਥੋੜਾ ਜਿਹਾ ਗੌਰ ਕਰਿਓ, ਮਰਦਾਂ ਦੀ ਕੌਮ ਹੈ। ਉਸ ਮਰਦ ਨੇ ਧਾਰਨਾ ਪੜ੍ਹੀ ਸੀ, ਕਹਿੰਦੇ ਸਿਰ ਹੈ ਅਮਾਨਤ ਸਤਿਗੁਰ ਦੀ ਥਾਂ ਤੇ ਚੁੱਕਿਆ, ਇਹ ਨਹੀਂ ਤੁਹਾਡੇ ਤੋਂ ਵਿਕਣਾ। ਤੇ ਅਬਲ ਤੁਰਾਨੀ ਵਰਗੇ ਇਸ ਘਰ ਚੋਗੇ। ਜੇਠ ਮਲਾਨੀ ਵਕੀਲ ਕਹਿੰਦਾ ਭਿੰਡਰਾਂ ਵਾਲੇ ਚ ਇੱਕੋ ਕਮਜ਼ੋਰੀ ਸੀ, ਕਹਿੰਦੇ ਉਹ ਕੀ? ਕਹਿੰਦੇ ਉਹ ਲਾਲਚੀ ਨਹੀਂ ਸੀ। ਬਸ ਉਹਨੂੰ ਇਹੋ ਹੀ ਚੀਜ਼ ਸ਼ਹੀਦ ਕਰਾ ਗਈ। ਜੇ ਉਹ ਲਾਲਚੀ ਹੁੰਦਾ ਤੇ ਸਾਡੇ ਵਾਂਗੂ ਗਿਆ ਸੀ, ਪਰ ਉਹ ਲਾਲਚੀ ਨਹੀਂ ਸੀ। ਤੇ ਮਿੱਤਰੋ ਜੇ ਕੁਝ ਹੈ ਸੀ ਤੇ ਫੋਟੋਆਂ ਵਿਕਣਦੀਆਂ। ਸਾਨੂੰ ਜਿਉਂਦਿਆਂ ਨੂੰ ਕੋਈ ਨਹੀਂ ਬੁਲਾਉਂਦਾ। ਜਿਨ੍ਹਾਂ ਬੱਚਿਆਂ ਉਹ ਵੇਖਿਆ ਵੀ ਨਹੀਂ, ਉਹਦੇ ਬਾਰੇ ਪੜ੍ਹਿਆ ਵੀ ਨਹੀਂ, ਉਹ ਵੀ ਦੁਕਾਨ ਤੇ ਜਾ ਕੇ ਕਹਿੰਦੇ ਆ ਬੜੀ ਪਿਆਰੀ ਸੂਰਤ ਹੈ, ਇਹ ਟੀ-ਸ਼ਰਟ ਮੈਨੂੰ ਦੇ ਦਿਓ। ਇੱਥੋਂ ਪਤਾ ਲੱਗਦਾ ਕਮਾਈ ਬੋਲਦੀ ਹੈ। ਜਿੰਨਾ ਮਰਜੀ ਇੱਕ ਉਹ ਮਰਦ ਜਿਹਦੀ ਤਸਵੀਰ ਤੋਂ ਸਰਕਾਰਾਂ ਅਜੇ ਵੀ ਡਰਦੀਆਂ ਏ। ਇੱਥੋਂ ਹਿਸਾਬ ਲਾਓ ਵੀ ਉਹਦਾ ਤਪੱਸਿਆ ਤਪ ਕਿੰਨਾ ਹੋਵੇਗਾ। ਬਾਕੀ ਤੁਸੀਂ ਆਪ ਸਿਆਣ। ਇਹ ਬੱਚੇ ਵਾਪਸ ਆਉਂਦੇ, ਜਿਹੜੀਆਂ ਜੋੜੀਆਂ ਅੱਜ ਸ਼ਹੀਦ ਹੋਣੀਆਂ ਏ, ਏਦਾਂ ਹੀ ਗੇੜਾ ਮਾਰਦੀਆਂ ਕਿਸੇ ਨਾ ਕਿਸੇ ਰੂਹ ਦੇ ਵਿੱਚ। ਵੱਖਰੀ ਗੱਲ ਹੈ, ਭੇਤ ਨਹੀਂ ਦਿੰਦੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੋ ਇਸ ਕਰਕੇ ਸਾਹਿਬਜ਼ਾਦੇ ਕਹਿੰਦੇ ਸਿਰ ਨਹੀਂ ਝੁਕਣਾ। ਜਿੰਨੇ ਮਰਜੀ ਲਾਲਚ ਦੇ ਦਿਓ, ਜੋ ਮਰਜੀ ਕਰੋ। ਫਿਰ ਤੀਜੀ ਸਭਾ ਦੇ ਵਿੱਚ ਬਾਰੀ ਰੱਖੀ ਗਈ ਵੀ ਅੱਜ ਆਪਾਂ ਰੌਲਾ ਪਾ ਦੇਣਾ। ਜਦੋਂ ਝੁਕੀ ਉਹਨਾਂ ਜੁੱਤੀ ਅੰਦਰ ਲੈ ਗਏ। ਉੱਥੇ ਫਿਰ ਸ਼ੇਰ ਖਾਂ ਮਲੇਰ ਕੋਟਲਾ ਸੱਦਿਆ, ਕਹਿੰਦੇ ਤਲਵਾਰ ਲੈ ਅੱਜ ਉਡਾ ਦੇ ਗਰਦਨਾਂ। ਕਹਿੰਦਾ ਸੂਬਾ ਸਰਹੰਦ ਵਜੀਦ ਖਾਂ, ਇਹ ਕੀ? ਤੂੰ ਮੈਨੂੰ ਤਾਂ ਸੱਦਿਆ ਇਸ ਸਭਾ ਦੇ ਵਿੱਚ, ਮੇਰੇ ਤੋਂ ਪਾਪ ਕਰਾਉਣਾ ਹੀ? ਕਹਿੰਦੇ ਕਾਹਦਾ ਪਾਪ? ਤੇਰੇ ਭਰਾ ਨਾਰ ਖਾਂ ਦੇ ਮੱਥੇ 'ਚ ਤੀਰ ਮਾਰ ਕੇ ਗੁਰੂ ਗੋਬਿੰਦ ਸਿੰਘ ਨੇ ਪਾਰ ਕਰਤਾ। ਅੱਜ ਉਹਦੇ ਬੇਟੇ ਹੱਥ ਆਏ, ਇਹਨਾਂ ਨੂੰ ਕੱਟ ਦੇ। ਕਹਿੰਦਾ ਇਹ ਗੁਨਾਹ ਕਦੇ ਨਹੀਂ ਕਰੂੰਗਾ। ਮੇਰਾ ਭਰਾ ਮਾਰਿਆ ਜੰਗ ਦੇ ਮੈਦਾਨ ਦੇ ਵਿੱਚ ਤੇ ਸੱਚਾ ਮੁਸਲਮਾਨ ਹੈ। ਮੈਂ ਕੁਫਰ ਦੀ ਦੁਕਾਨ ਨਹੀਂ ਖੋਲਣੀ, ਇਹ ਤਾਂ ਮਾਸੂਮ ਨੇ। ਉਸ ਵੇਲੇ ਥੋੜੀ ਜੀ ਸਭਾ ਠੰਡੀ ਹੋਈ ਤੇ ਵਜੀਦ ਖਾਂ ਕਹਿੰਦਾ ਕਾਜੀ ਸਾਹਿਬ ਦਿਓ ਕੋਈ ਫਤਵਾ। ਉਹ ਤੇ ਜਵਾਬ ਦੇ ਗਿਆ ਸੀਸ ਕੱਟਣ ਤੋਂ। ਕਾਜੀ ਨੇ ਵੀ ਨੀਵੀਂ ਪਾਲੀ। ਕਹਿੰਦੇ ਕਾਜੀਆ ਖੋਲ ਕਿਤਾਬ। ਉਹਨੇ ਖੋਲੀ ਤੇ ਕੁਝ ਬੋਲਿਆ ਨਹੀਂ। ਕਹਿੰਦੇ ਜੀ ਕਿਤਾਬ ਦੇ ਵਿੱਚ ਬੱਚਿਆਂ ਵਾਸਤੇ ਕੋਈ ਸਜ਼ਾ ਹੈ ਹੀ ਨਹੀਂ। ਅਸਲ ਵਿੱਚ ਇਤਿਹਾਸ ਇੱਥੇ ਆ ਕੇ ਫੇਰ ਖੜੋਂਦਾ ਏ ਕਿ ਸ਼ਹੀਦੀ ਨੂੰ ਸਭ ਤੋਂ ਵੱਧ ਕਰਾਉਣ ਦੇ ਵਿੱਚ ਜ਼ੋਰ ਲੱਗਾ ਸੁੱਚਾਨੰਦ ਦਾ। ਚੁਗਲੀਓਂ ਕਦੇ ਨਹੀਂ ਬਾਜ ਆਉਂਦਾ। ਤੇ ਗੱਲ ਕਹਿੰਦਿਆਂ ਇਹਦੇ ਹੱਥ ਦੇ ਵਿੱਚ ਸਾਹ ਰਗ ਘੁੱਟੀ ਗਈ ਵੀ ਇਹ ਤਾਂ ਕੰਮ ਠੰਡਾ ਪੈ ਗਿਆ, ਇਹ ਤਾਂ ਛੁੱਟ ਜਾਣੇ ਐ। ਇਹਨੇ ਬਲ ਦੀ ਚੰਗਿਆੜੀ ਨੂੰ ਹੱਥ ਪਾਇਆ। ਬਾਬਾ ਫਤਿਹ ਸਿੰਘ ਦੇ ਕੋਲ ਜਾ ਕੇ ਕਹਿੰਦਾ ਪੁੱਤ ਤੁਹਾਨੂੰ ਹੁਣ ਛੱਡ ਦੇਣਾ ਸੀ, ਕੀ ਕਰੋਗੇ? ਤੇ ਬਾਬਾ ਫਤਿਹ ਸਿੰਘ ਕਹਿੰਦਾ ਤੁਸੀਂ ਛੱਡੋਗੇ ਜਿਨ੍ਹਾਂ ਨੇ ਸਾਡੇ ਨਾਂ ਨਹੀਂ ਛੱਡੇ। ਆਖੋ ਵਾਹਿਗੁਰੂ। ਪਿੰਡੇ ਦੇ ਉੱਤੇ ਇੰਨੇ ਕੁ ਸ਼ਮਕਾਂ ਮਾਰੀਆਂ। ਜੋ ਦੂਨਾ ਸਿੰਘ ਹੰਡੂਰੀਆ ਕਥਾ ਗੁਰਸੁਤਨ ਕੀ ਵਿੱਚ ਉਹਨੇ ਬਰੀਕੀ 'ਚ ਲਿਖਿਆ ਵੀ ਇਕੱਲਾ ਕੰਧ ਨਾ ਕਰੀ ਜਾਇਆ ਕਰੋ। ਕੰਧ ਤੋਂ ਪਹਿਲਾਂ ਵੀ ਬੜਾ ਕੁਝ ਹੋਇਆ ਸਾਹਿਬਜ਼ਾਦੇ। ਉਹਨਾਂ ਦੇ ਪਲੀਤੇ ਲਾਏ ਗਏ, ਉਹਨਾਂ ਨੂੰ ਗਲੇਲਾਂ ਦੇ ਨਾਲ ਅੱਖ ਦੇ ਵਿੱਚ ਜ਼ਖਮ ਵੀ ਸੀ। ਬਾਬਾ ਫਤਿਹ ਸਿੰਘ ਦੇ ਲਹੂ ਨਿਕਲ ਗਿਆ ਸੀ ਅੱਖ 'ਚੋਂ ਬਹੁਤ ਜ਼ਿਆਦਾ। ਆ ਕੱਲ੍ਹ ਦਿਹਾੜੀ ਬੱਚੀ ਦੇ ਮੂੰਹ 'ਚ ਰੇਤਾ ਪਾ ਕੇ ਇੱਟਾਂ ਮਾਰ ਕੇ ਨੱਪਤਾ। ਥੋੜ੍ਹੇ ਦਿਨ ਹੋਏ। ਜੇ ਅੱਜ ਇੰਨਾ ਬੁਰਾ ਹਾਲ ਹੈ ਤੇ ਉਹ ਤਾਂ ਦੁਸ਼ਮਣ ਸੀ, ਉਹਨਾਂ ਢਿੱਲ ਨਹੀਂ ਕੀਤੀ। ਕਹਿੰਦੇ ਤੁਸੀਂ ਛੱਡੋਗੇ? ਕਹਿੰਦੇ ਜੇ ਛੱਡ ਦਈਏ ਕਹਿੰਦੇ ਫਿਰ ਬਾਪੂ ਨੂੰ ਲੱਭਾਂਗੇ, ਵੀਰਿਆਂ ਨਾਲ ਰਲਾਂਗੇ, ਘੋੜਿਆਂ ਤੇ ਚੜਾਂਗੇ, ਸ੍ਰੀ ਸਾਹਿਬ ਕੱਢਾਂਗੇ ਤੇ ਸਿਰ ਤੁਹਾਡਾ ਵੱਢਾਂਗੇ। ਜਦੋਂ ਇੰਨੀ ਗੱਲ ਕਹੀ ਤੇ ਕਹਿੰਦਾ ਜੀ ਬਾਗੀ। ਵਜੀਦ ਖਾਂ ਕਹਿੰਦਾ ਕੀ? ਕਹਿੰਦਾ ਜੀ ਸੁਣਿਆ ਤੁਸੀਂ, ਇਹ ਤਾਂ ਬਾਗੀ ਹੈ। ਕਾਜੀ ਸਾਹਿਬ ਖੋਲੋ ਫੇਰ ਕਿਤਾਬ। ਅੱਗੇ ਤੁਸੀਂ ਕਹਿੰਦੇ ਬੱਚਿਆਂ ਵਾਸਤੇ ਕੋਈ ਵੀ ਸਜ਼ਾ ਨਹੀਂ, ਹੁਣ ਬਾਗੀ ਦਾ ਕਿੱਸਾ ਖੋਲੋ, ਬਾਗੀ ਦੀ ਕੀ ਸਜ਼ਾ ਬਣਦੀ ਹੈ। ਤੇ ਫਿਰ ਕਾਜੀ ਨੇ ਕਿਤਾਬ ਖੋਲੀ ਤੇ ਸਜ਼ਾ ਸੁਣਾਤੀ ਕਿ ਦੁਪਹਿਰੇ 11 ਵਜੇ ਦੇ ਕਰੀਬ ਦੋਨਾਂ ਹੀ ਲਾਲਾਂ ਨੂੰ ਜਿਉਂਦੇ ਜੀ ਕੰਧ ਦੇ ਵਿੱਚ ਜ਼ਿਬਾ ਕੀਤਾ ਜਾਏਗਾ। ਸੋ ਸਾਧ ਸੰਗਤ ਜੀ ਯਾਦ ਰੱਖਿਓ, ਜਦੋਂ ਵੀ ਬੀਜ ਨੇ ਉੱਗਣਾ ਹੁੰਦਾ ਹੈ ਤੇ ਪਹਿਲੋਂ ਗਲਣਾ ਪੈਂਦਾ।
ਹੁਣ ਕਈਆਂ ਦਾ ਇਰਾਦਾ ਬਦਲਿਆ ਵੀ ਜਕਾਰਾ ਕਿੱਦਾਂ ਲੱਗਾ, ਇਹ ਲੱਗਣਾ ਚਾਹੀਦਾ ਸੀ। ਪੁੱਛੋ ਕਿਉਂ? ਕਿਉਂਕਿ ਜਦੋਂ ਵੀ ਕਿਸੇ ਦਾ ਜਨਮ ਹੁੰਦਾ ਤੇ ਦੁੱਖ ਆਉਂਦਾ ਏ। ਇੱਕ ਦਾਣਾ ਜਿੰਨਾ ਚਿਰ ਗਲਦਾ ਨਹੀਂ ਉਹਦੇ ਚੋਂ ਰੁੱਖ ਨਹੀਂ ਜੇ ਨਿਕਲਦਾ। ਉਸ ਵੇਲੇ ਸ਼ਹੀਦਾਂ ਦੀ ਨੀਂਹ ਰੱਖੀ ਗਈ। ਜਦੋਂ ਫਤਵਾ ਹੋਇਆ ਤੇ ਸਾਹਿਬਜ਼ਾਦਿਆਂ ਜਕਾਰੇ ਛੱਡੇ ਸੀ, ਉਦੋਂ ਤੁਹਾਨੂੰ ਪਤਾ। ਬਾਕੀ ਸਾਰੇ ਕਹਿੰਦੇ ਤੂੰ ਮੌਤ ਤੋਂ ਵੀ ਨਹੀਂ ਡਰਦੇ। ਤੇ ਅੱਗੋਂ ਆਵਾਜ਼ ਆਈ, ਜੋ ਆਸ਼ਿਕ ਹੈ ਸ਼ਹਾਦਤ ਕੇ वो जीना अगर खुदा भी दे खुदाई तो वापस बोले सो निहाल। सत श्री अकाल बोले सो। ਦਾਦੀ ਨੇ ਕਿਹਾ ਸੀ ਪੁੱਤ ਝੁਕਾਇਓ ਨਾ, ਮਿੱਟੀ 'ਚ ਦਫਨ ਕਰ ਦਿਓ ਮੁਗਲ ਰਾਜ ਨੂੰ। ਜਦੋਂ ਫਤਵਾ ਕਾਜੀ ਨੇ ਸੁਝਾਇਆ, ਰੋਏ ਥੋੜਾ ਸੀ ਉਹ, ਜਕਾਰੇ ਛੱਡਦੇ ਹੋਏ ਆਏ ਸੀ। ਪਰ ਜਿਹੜੀ ਸਭਾ ਉਹ ਰਵਾਤੀ ਸੀ ਉੱਥੇ ਸੰਗਤੇ। ਜਿੰਨੇ ਵੀ ਕਰਿੰਦੇ ਸਨ, ਬੀਬੀਆਂ ਭਾਈ ਆਏ ਸਨ, ਉਹਨਾਂ ਦੇ ਅੰਦਰੋਂ ਤਰਸ ਨਿਕਲਦਾ ਸੀ। ਕਹਿੰਦੇ ਸੀ ਕਿੰਨੀ ਕੁ ਉਮਰ ਹੈ, ਛੋਟੀਆਂ ਉਮਰਾਂ ਦੇ ਵਿੱਚ ਇੰਨਾ ਜਜ਼ਬਾ ਕਿੱਥੋਂ ਆਇਆ। ਇਹ ਸਾਰਾ ਇਤਿਹਾਸ ਨੇ ਭਰਿਆ ਸੀ। ਵਾਪਸ ਆਏ, ਦਾਦੀ ਮਾਂ ਦੇ ਕੋਲ ਬਹਿ ਗਏ ਤੇ ਉੱਥੇ ਇੱਕ ਸੇਵਕ ਨੇ ਸੇਵਾ ਨਿਭਾਈ ਜਿਹਦਾ ਨਾਮ ਸੀ ਮੋਤੀ ਰਾਮ। ਇਹਨੇ ਘਰ ਦੇ ਵਿੱਚ ਦੁੱਧ ਗਰਮ ਕੀਤਾ ਹੈ। ਘਰਵਾਲੀ ਨੂੰ ਕਹਿੰਦਾ ਭਾਗਵਾਨੇ ਅੱਜ ਸੇਵਾ ਲੁੱਟ ਲਈਏ, ਇਹਨਾਂ ਲਾਲਾਂ ਨੇ ਕੱਲ ਨੂੰ ਨੀਹਾਂ ਦੇ ਵਿੱਚ ਲੁਕ ਜਾਣਾ। ਜ਼ਾਬਰ ਜ਼ੁਲਮ ਦਾ ਅੰਤ ਹੋਣ ਵਾਲਾ ਏ, ਆਪਾਂ ਸੇਵਾ ਕਮਾਈਏ। ਦੁੱਧ ਲੈ ਕੇ ਗਿਆ, ਪੌੜੀ ਲੱਗਾ ਚੜਨ। ਲਾਗੇ ਮੁਨਸ਼ੀ ਨੇ ਆਖਿਆ, ਕਹਿਣ ਲੱਗੇ ਪਹਿਲਾਂ ਸਾਨੂੰ ਤੇ ਕੁਝ ਦੇ, ਮਲਾਈ ਤੇ ਸਾਨੂੰ ਖਵਾ, ਤਾਂ ਜਾਈ ਸੰਗਤੇ ਰੋਣ ਆਉਂਦਾ। ਸਭ ਤੋਂ ਮਹਿੰਗਾ ਦੁੱਧ ਕਿਤੇ ਵਿਕਿਆ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਾਰੇ ਜੀ ਸ਼ਹੀਦ ਹੋ ਜਾਣੇ ਇਹਦੇ। ਉਸ ਵੇਲੇ ਦੁੱਧ ਵਾਪਸ ਲੈ ਕੇ ਆਇਆ। ਘਰਵਾਲੀ ਕਹਿਣ ਲੱਗੀ ਸਾਈਂ ਵਾਪਸ ਕਿਉਂ ਆਏ ਹੋ? ਕਹਿਣ ਲੱਗਾ ਉਹ ਪੈਸੇ ਮੰਗਦੇ, ਆਪਾਂ ਗਰੀਬ ਐ। ਕਹਿੰਦੀ ਨਹੀਂ, ਗਰੀਬ ਜ਼ਰੂਰ ਆ, ਬਦਨਸੀਬਤ ਨਹੀਂ ਆ। ਗਈ ਅੰਦਰ ਸੰਦੂਕ ਖੋਲਿਆ, ਕੰਬਲ ਦੇ ਵਿੱਚੋਂ ਕੰਗਣ ਕੱਢ ਕੇ 2 ਸੋਨੇ ਦੇ ਲੈ ਆਈ। ਕਹਿੰਦੀ ਲਓ ਕਰੋ ਸੇਵਾ। ਮੋਤੀ ਰਾਮ ਰੋ ਪਿਆ, ਕਹਿੰਦਾ ਤੂੰ ਤਾਂ ਲੋਕਾਂ ਦਾ ਗੋਹਾ ਕੂੜਾ ਕਰਕੇ ਭਾਂਡੇ ਮਾਂਜ ਕੇ ਪੈਸੇ ਰੱਖਦੀ ਸੀ, ਮੈਂ ਗਹਿਣਾ ਬਣਾਉਣਾ ਏ, ਅੱਜ ਗਹਿਣਾ ਲੈ ਆਈ ਐ, ਤੈਨੂੰ ਦਰਦ ਨਹੀਂ ਆਇਆ? ਕਹਿਣ ਲੱਗੀ ਸਾਈਂ ਉਹ 450 ਫੁੱਟ ਵੱਲ ਵੇਖ ਕੇ ਰਾ, ਜਿਹੜਾ ਗਹਿਣਾ ਉੱਥੇ ਬੈਠਾ ਏ ਉਹ ਅਸਲੀ ਹੈ ਤੇ ਆ ਨਕਲੀ ਹੈ। ਇਹ ਤਾਂ ਇੱਕ ਦਿਨ ਮਰਿਆਂ ਤੋਂ ਬਾਅਦ ਵੀ ਲੈ ਜਾਣਾ। ਜਿੱਦਾਂ ਕਿਸਾਨੀ ਦਿੱਲੀ ਧਰਨੇ ਦੇ ਵਿੱਚ ਇੱਕ ਬੀਬੀ ਨੇ ਆਪਣਾ ਸਾਰਾ ਗਹਿਣਾ ਭੇਟਾ ਕਰਤਾ ਸੀ ਧਰਨੇ ਦੇ ਵਿੱਚ, ਅੱਜ ਵੀ ਬੈਠੇ ਐ ਜਾਗਦੀ ਜ਼ਮੀਰ ਵਾਲੇ। ਉਸ ਮਾਂ ਨੇ ਆਖਿਆ ਨਕਲੀ ਗਹਿਣਾ ਜਿੱਦਣ ਮਰੀ ਉਦਣ ਵੀ ਤਾਂ ਘਰਦਿਆਂ ਰੱਖ ਲੈਣਾ ਏ, ਅੱਜ ਨਕਲੀ ਦੇ ਕੇ ਅਸਲੀ ਬਚਾ ਲਾ। ਕਿਉਂ? ਕਿਉਂਕਿ ਅਸਲੀ ਉਹ ਬੈਠਾ ਹੀ, ਉਹਨੇ ਰਹਿੰਦੀ ਦੁਨੀਆ ਤੱਕ ਚਮਕਦੇ ਰਹਿਣਾ ਏ ਤੇ ਸੰਗਤਾਂ ਨੇ ਉਹਨੂੰ ਵੇਖਣੇ ਆਉਣਾ ਏ। ਅੱਜ ਜਾਂਦੇ ਫਤਿਹਗੜ੍ਹ ਸਾਹਿਬ, ਉਸ ਵੇਲੇ ਉਹ ਪਹੁੰਚਾ, ਜਾ ਕੇ ਮਾਂ ਨੂੰ ਫਤਿਹ ਬੁਲਾਈ ਤੇ ਲਾਲ ਕਹਿੰਦੇ ਮਾਂ ਇਹ ਕੌਣ ਹੈ? ਕਹਿਣ ਲੱਗੀ ਕੋਈ ਹੈ, ਕੋਈ ਰੱਬ ਦਾ ਪਿਆਰਾ। ਉਹ ਦੁੱਧ ਦੇ ਕੇ ਮਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ, ਆਓ ਜ਼ਿਆਦਾ ਸਫ਼ਰ ਨਹੀਂ ਕਿਉਂਕਿ ਅੱਗੇ ਸ਼ਹਾਦਤ ਵੱਲ ਜਾਣਾ, ਥੋੜ੍ਹਾ ਜਿਹਾ ਇਹਦਾ ਪਿਆਰ ਜ਼ਰੂਰ ਪੜ੍ਹੀਏ ਸਾਰੇ। ਆਪਣੇ ਨੇਤਰ ਬੰਦ ਕਰਕੇ ਨਾਲੇ ਦੁੱਧ ਛਕਾਉਂਦਾ ਤੇ ਨਾਲੇ ਰੋਈ ਜਾਂਦਾ, ਕਿਉਂਕਿ ਲਾਲ ਇੰਨੇ ਸੋਹਣੇ ਸੀ ਤੇ ਉਹ ਸੋਚੀ ਜਾਂਦਾ ਵੀ ਕੱਲ ਨੂੰ ਇਹਨਾਂ ਨੇ ਨੀਹਾਂ 'ਚ ਕਿੱਦਾਂ ਖੜੋਣਾ, ਇਹਨਾਂ ਨੂੰ ਕਿੱਦਾਂ ਸ਼ਹੀਦ ਕਰਨਾ ਹੈ। ਤੇ ਰੋਂਦਾ ਰੋਂਦਾ ਕੁਝ ਕਹਿ ਰਿਹਾ। ਕੀ ਕਹਿੰਦਾ ਜੀ? ਮੈਂ ਕਿਰਤੀ ਹਾਂ ਕਿੰਜ ਹੱਲ ਕਰਾਂ, ਬੁਰਜਾਂ ਤੋਂ ਉੱਚੇ ਸਵਾਲਾਂ ਨੂੰ। ਮੈਂ ਕਿਰਤੀ ਹਾਂ ਕਿੰਜ ਹੱਲ ਕਰਾਂ, ਬੁਰਜਾਂ ਤੋਂ ਉੱਚੇ ਸਵਾਲਾਂ ਨੂੰ। ਮੈਂ ਕਿਰਤੀ ਹਾਂ ਕਿੰਜ ਹੱਲ ਕਰਾਂ, ਬੁਰਜਾਂ ਤੋਂ ਉੱਚੇ ਸਵਾਲਾਂ ਨੂੰ। ਮੈਂ ਕਿਰਤੀ ਹਾਂ ਕਿੰਜ ਹੱਲ ਕਰਾਂ, ਬੁਰਜਾਂ ਤੋਂ ਉੱਚੇ ਸਵਾਲਾਂ। ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਵੋ ਲਾਲਾਂ ਨੂੰ। ਮਾਂ ਛਕੋ ਛਕਾਵੋ ਲਾਲਾਂ ਨੂੰ। ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਵੋ ਲਾਲਾਂ ਨੂੰ। ਮਾਂ ਛਕੋ
ਛਕਾਵੋ ਲਾਲਾ ਨੂੰ। ਘਰ ਸੱਦ ਕੇ ਪਾਪ ਕਮਾਈ, ਘਰ ਸੱਦ ਕੇ ਪਾਪ ਕਮਾਈ। ਘਰ ਸੱਦ ਕੇ ਪਾਪ ਕਮਾਈ, ਘਰ ਸੱਦ ਕੇ ਪਾਪ ਕਮਾਈ। ਰੋਵੇਂਗਾ ਖੋਟਿਆਂ ਕਰਮਾਂ ਨੂੰ, ਰੋਵੇਂਗਾ ਖੋਟਿਆਂ ਕਰਮਾਂ ਨੂੰ। ਰੋਵੇਂਗਾ ਖੋਟਿਆਂ ਕਰਮਾਂ ਨੂੰ, ਰੋਵੇਂਗਾ ਖੋਟਿਆਂ ਕਰਮਾਂ ਨੂੰ। ਜੇ ਤੇਰੀ ਥਾਂ ਤੇ ਮੈਂ ਹੁੰਦਾ, ਜੇ ਤੇਰੀ ਥਾਂ ਤੇ ਮੈਂ ਹੁੰਦਾ, ਜੇ ਤੇਰੀ ਥਾਂ ਤੇ ਮੈਂ ਹੁੰਦਾ, ਜੇ ਤੇਰੀ ਥਾਂ ਤੇ ਮੈਂ ਹੁੰਦਾ। ਹੰਝੂਆਂ ਨਾਲ ਧੋਂਦਾ ਚਰਨਾਂ ਨੂੰ ਮਾਂ, ਹੰਝੂਆਂ ਨਾਲ ਧੋਂਦਾ ਚਰਨਾਂ ਨੂੰ। ਧੋਂਦਾ ਚਰਨਾਂ ਨੂੰ, ਹੰਝੂਆਂ ਨਾਲ ਧੋਂਦਾ ਚਰਨਾਂ ਨੂੰ। ਮੈਂ ਪਲਕਾਂ ਉੱਤੇ ਬਿਠਾਉਂਦਾ ਮਾਂ, ਮੈਂ ਪਲਕਾਂ ਉੱਤੇ ਬਿਠਾਉਂਦਾ ਮਾਂ। ਮੈਂ ਪਲਕਾਂ ਉੱਤੇ ਬਿਠਾਉਂਦਾ ਮਾਂ, ਮੈਂ ਪਲਕਾਂ ਉੱਤੇ ਬਿਠਾਉਂਦਾ ਮਾਂ। ਹਾਏ ਲਾਲ ਤੇਰੇ ਦਿਆਂ ਲਾਲਾਂ ਨੂੰ ਮਾਂ, ਲਾਲ ਤੇਰੇ ਦਿਆਂ ਲਾਲਾਂ ਨੂੰ। ਲਾਲ ਤੇਰੇ ਦਿਆਂ ਲਾਲਾਂ ਨੂੰ ਮਾਂ, ਲਾਲ ਤੇਰੇ ਦਿਆਂ ਲਾਲਾਂ ਨੂੰ। ਇਹ ਬੱਚਾ ਮਾਂ ਤੇਰੇ ਕਦਮਾਂ ਵਿੱਚ, ਇਹ ਬੱਚਾ ਮਾਂ ਤੇਰੇ ਕਦਮਾਂ ਵਿੱਚ। ਬੱਚਾ ਮਾਂ ਤੇਰੇ ਕਦਮਾਂ ਵਿੱਚ, ਇਹ ਬੱਚਾ ਮਾਂ ਤੇਰੇ ਕਦਮਾਂ ਵਿੱਚ। ਹੁਣ ਬਹੁਤਾ ਚਿਰ ਨਹੀਂ ਰਹਿ ਸਕਦਾ, ਹੁਣ ਬਹੁਤਾ ਚਿਰ ਨਹੀਂ ਰਹਿ ਸਕਦਾ। ਬਹੁਤਾ ਚਿਰ ਨਹੀਂ ਰਹਿ ਸਕਦਾ ਮਾਂ, ਬਹੁਤਾ ਚਿਰ ਨਹੀਂ ਰਹਿ ਸਕਦਾ। ਬਦਕਿਸਮਤ ਹਾਂ ਚੱਲੋ ਘਰ ਮੇਰੇ, ਬਦਕਿਸਮਤ ਹਾਂ ਚੱਲੋ ਘਰ ਮੇਰੇ। ਬਦਕਿਸਮਤ ਹਾਂ ਚਲੋ ਘਰ ਮੇਰੇ, ਬਦਕਿਸਮਤ ਹਾਂ ਚਲੋ ਘਰ ਮੇਰੇ। ਹੁਣ ਇਹ ਵੀ ਤਾਂ ਨਹੀਂ ਕਹਿ ਸਕਦਾ ਮਾਂ, ਇਹ ਵੀ ਤਾਂ ਨਹੀਂ ਕਹਿ ਸਕਦਾ। ਹੁਣ ਇਹ ਵੀ ਤਾਂ ਨਹੀਂ ਕਹਿ ਸਕਦਾ ਮਾਂ, ਇਹ ਵੀ ਤਾਂ ਨਹੀਂ ਕਹਿ ਸਕਦਾ। ਨਹੀਂ ਪਾਲਕੀ ਵਿੱਚ ਬਿਠਾ ਕੇ ਮੈਂ ਘਰ ਲੈ ਜਾਂਦਾ, ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ। ਕਹਿੰਦਾ ਬੜਾ ਪਾਪ ਕਮਾਇਆ ਈ ਮਿੱਤਰਾ, ਦੁਨੀਆ ਤੇ ਕੁਛ ਵੀ ਲਿਆਈ ਨਹੀਂ, ਲਿਜਾਣਾ ਨਹੀਂ, ਪਰ ਇੱਕ ਦਿਨ ਇਦਾਂ ਦਾ ਉਹ ਤੂੰ ਰੋਵੇਂਗਾ, ਬਹੁਤ ਪਛਤਾਵੇਂਗਾ ਪਾਪੀਆ। ਇੰਨੇ ਸੋਹਣੇ ਲਾਲ ਸਵੇਰੇ। ਸੋ ਫਿਰ ਅੱਜ ਦਾ ਦਿਨ ਚੜ੍ਹਦਾ ਜੀ 13 ਪੋਹ ਤੇ 11:15 ਦਾ ਟਾਈਮ ਵਿਦਵਾਨਾਂ ਨੇ ਲਿਖਿਆ ਹੈ, 11:30 ਤੱਕ ਸ਼ਹਾਦਤ ਹੁੰਦੀ ਹੈ। ਉਸ ਵੇਲੇ ਫਿਰ ਕਹਿੰਦੇ ਮਾਂ ਸੱਚੇ ਪਾਤਸ਼ਾਹ ਦੇ ਪਿਆਰਿਆਂ ਨੂੰ ਤਿਆਰ ਕਰ ਰਹੀ ਤੇ ਸਿਪਾਹੀ ਆ ਗਿਆ। ਕਹਿੰਦੇ ਮਾਤਾ ਲੈ ਆ ਹੁਣ ਛੇਤੀ ਕਰ। ਕਹਿੰਦੀ ਅੜਿਓ ਰੁਕ ਜਾਓ, ਕਾਹਲੀ ਕਾਤੋਂ ਕਰਦੇ ਐ, ਸਮਾਂ ਆਪਣਾ ਵੀ ਸੰਪੂਰਨ ਹੋ ਗਿਆ, ਪਰ ਆਪਾਂ ਵੀ ਹੁਣ 2 ਮਿੰਟ ਕਾਹਲੀ ਨਾ ਕਰਿਓ, ਇਦਾਂ ਹੀ ਸਜੇ ਰਿਓ। ਕਹਿੰਦੇ ਵੀ ਕਾਹਲੀ ਕਾਤੋਂ ਕਰਦੇ ਹੋ? ਕਹਿੰਦੇ ਕਾਹਲੀ ਨਹੀਂ ਮਾਂ, ਟਾਈਮ ਟੇਬਲ ਰੱਖਿਆ। ਤੁਹਾਨੂੰ ਪਤਾ ਮੁਸਲਮਾਨ ਸ਼ਰ੍ਹਾ ਦੇ ਬੜੇ ਪੱਕੇ ਆ, ਜਿਹੜੇ ਟਾਈਮ ਤੇ ਉਹ ਆਪਣੇ ਕਬੂਲ ਤਲਾਕ ਉਹ ਕਰਦੇ ਐ। ਹਿੰਦੂ ਵੀਰ ਵੀ ਸਾਡੇ ਸਿੱਖਾਂ ਦਾ ਤੇ ਬਾਪੂ ਹੀ ਰਾਖਾ, ਇਹ ਤਾਂ 4-5 ਵਜੇ ਲਾਵਾਂ ਕਰਾਉਣ ਆਉਂਦੇ, ਇੱਕ 6:30 ਵਜੇ ਲਾਵਾਂ ਹੋਈਆਂ ਬਾਲੀ ਸਾਹਿਬ। ਕੀ ਬਣੂ ਇਹਨਾਂ ਦਾ? ਇਹਨਾਂ ਨੂੰ ਤਾਂ ਡਰ ਹੀ ਨਹੀਂ ਰਹਿ ਗਿਆ ਮਹਾਰਾਜ ਦਾ ਕੋਈ। ਸਾਰਾ ਦਿਨ ਪੈਲਸ 'ਚ ਫਿਰਦੇ ਰਹਿੰਦੇ ਆ, ਜਦੋਂ 6 ਵੱਜ ਜਾਂਦੇ ਤੇ ਉਦੋਂ ਆ ਕੇ ਕਹਿੰਦੇ ਬਾਬਾ ਜੀ ਛੇਤੀ ਕਰ ਦਿਓ, ਮੈਂ ਕੱਲ ਨੂੰ ਆ ਜਾਓ। ਹੁਣ ਕਿ ਕਰਨਾ ਕੀ? ਹੁਣ ਕੀ ਸ਼ਹੀਦੀਆਂ ਸੀ, ਕਿੰਨਾ ਸਾਡਾ ਵਿਰਸਾ, ਕਮਾਲ ਹੈ। ਪਰ ਜਦੋਂ ਪੇਪਰ ਹੁੰਦਾ ਉਹ 'ਚ ਫੇਲ ਆ ਸਾਰੇ।
ਸਭ ਤੋਂ ਵੱਡੀ ਬੇਅਦਬੀ ਹੁੰਦੀ ਪੈਲਸ ਦੇ ਵਿੱਚ। ਮੈਂ ਹਰ ਥਾਵਾਂ ਤੇ ਕਹਿ ਕੇ ਆਇਆ, ਇੱਥੇ ਵੀ ਕਹੂੰਗਾ ਵੀ ਤੁਸੀਂ ਯਤਨ ਕਰੋ ਜਿਹੜੀ ਅਰਦਾਸ ਪੈਲਸ ਵਿੱਚ ਹੁੰਦੀ ਇਹਨੂੰ ਬੰਦ ਕਰਾ ਦਿਓ, ਰੱਬ ਦਾ ਵਾਸਤਾ। ਅਰਦਾਸ ਸ਼ਹੀਦਾਂ ਨੇ ਆਪਣੇ ਲਹੂ ਦੇ ਨਾਲ ਤੇ ਕਿਰਪਾਨ ਨਾਲ ਲਿਖਿਆ ਇਤਿਹਾਸ ਹੈ। ਉੱਥੇ ਇੱਕ ਬੰਨੇ ਮਾਸ, ਸ਼ਰਾਬ ਤੇ ਗਾਉਣ ਵਾਲੀ, ਤੇ ਉੱਥੇ ਗ੍ਰੰਥੀ ਪਾ ਕੇ ਹਜ਼ੂਰੀਆ ਵਿਚਾਰਾ ਕਹਿੰਦਾ ਬੋਲੋ ਜੀ ਵਾਹਿਗੁਰੂ। ਬਹੁਤ ਵੱਡੀ ਬੇਅਦਬੀ ਹੈ ਅਰਦਾਸ ਦੀ ਪੈਲਸ ਵਿੱਚ। ਕੋਈ ਵੀ ਇੱਧਰ ਬੋਲ ਨਹੀਂ ਰਿਹਾ। ਜੇ ਉਹ ਹਰਿਮੰਦਰ ਸਾਹਿਬ ਆ ਕੇ ਬੇਅਦਬੀ ਕਰਦਾ ਉਹਨੂੰ 15 ਮਿੰਟਾਂ 'ਚ ਮਾਰਤਾ, ਤੇ ਜਿਹੜੀ ਆਪਾਂ ਕਰਨ ਦੇ ਉਹ ਅਰਦਾਸ ਕੋਈ ਖੇਡ ਨਹੀਂ ਆ। ਸ਼ਹੀਦਾਂ ਦਾ ਇਤਿਹਾਸ ਅਜੇ ਤਾਂ ਛੋਟਿਆਂ ਦਾ ਏ। ਪੂਰੇ ਸ਼ਹਾਦਤ 5 ਸਾਲ ਦੇ ਬੱਚੇ ਤੋਂ 95 ਸਾਲ ਦਾ ਸ਼ਹੀਦ ਹੈ ਅਰਦਾਸ ਦੇ ਵਿੱਚ। ਅੱਜ ਜਿੰਨੀ ਸੰਗਤ ਕਿੰਨੀ ਦੂਰੋਂ ਦੂਰੋਂ ਮੇਰੇ ਪਿਆਰ ਵਾਲੇ ਆਏ, ਅੱਜ ਲੈ ਜਿਓ ਲਿਖ ਕੇ। ਮੌਕਾ ਮਿਲੇ ਕਹਿ ਦਿਓ, ਕੋਈ ਗੱਲ ਨਹੀਂ। ਉੱਥੇ ਕਹੋ ਸਤਨਾਮ ਵਾਹਿਗੁਰੂ ਕਹਿ ਕੇ ਹਾਰ ਪਾ ਦਿਓ, ਕੋਈ ਵੱਡੀ ਗੱਲ ਨਹੀਂ। ਪੈਲਸ ਦੀ ਅਰਦਾਸ ਨੂੰ ਬੰਦ ਕਰਾ ਦਿਓ। ਬਹੁਤ ਵੱਡੀ ਬੇਅਦਬੀ ਹੋ ਰਹੀ, ਕਿਉਂਕਿ ਉੱਥੇ ਬੱਸ ਨਹੀਂ ਚੱਲਦਾ। ਕਹਿ ਨਹੀਂ ਸਕਦੇ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਨਹੀਂ ਉੱਥੇ ਮਹਾਰਾਜ ਹਾਜ਼ਰ ਨਹੀਂ ਹੁੰਦੇ, ਤੇ ਦੂਜਾ ਕੋਈ ਜੁੱਤੀ ਨਹੀਂ ਲਾਉਂਦਾ, ਕੋਈ ਸਿਰ ਨਹੀਂ ਢੱਕਦਾ, ਕੋਈ ਅਦਬ ਥੋੜ੍ਹਾ। ਇਹ ਵੀ ਬੇਅਦਬੀ ਆ। ਜੇ ਦੂਜੇ ਬਦਬੀਆਂ ਕਰਦੇ ਆ ਤੇ ਆਪਾਂ ਵੀ ਕਰ ਲੈਂਦੇ ਕਿਤੇ ਕਿਤੇ। 12 ਵਜੇ ਤੋਂ ਬਾਅਦ ਆਨੰਦ ਕਾਰਜ ਕਰਾਉਣਾ, ਇਹ ਵੀ ਬੇਅਦਬੀ ਆ। 6:30 ਵਜੇ ਤੁਰੇ ਫਿਰਦੇ, ਬਾਬਾ ਜੀ ਛੇਤੀ ਕਰੋ। ਇਹ ਬੇਅਦਬੀਆਂ ਦਾ ਹਿਸਾਬ ਕਿਤਾਬ ਦੇਣਾ ਪੈਣਾ, ਮਾਫ ਕਰ ਦਿਓ। ਇਸ ਕਰਕੇ ਮੇਰੀ ਮਾਂ ਕਹਿੰਦੀ ਰੁਕ ਜਾਓ ਵੇ। ਕਹਿੰਦੇ ਮਾਤਾ ਮਜਬੂਰ ਹਾਂ ਅਸੀਂ, ਸਾਨੂੰ ਹੁਕਮ ਹੋਇਆ ਲੈ ਕੇ ਆਓ ਛੇਤੀ। ਕਹਿੰਦੀ ਜਾਣੇ ਸੇ ਪਹਿਲੇ ਜਰਾ ਸੀਨੇ ਤੋਂ ਲਗਾ ਲਓ, ਜਾਣੇ ਸੇ ਪਹਿਲੇ ਜਰਾ ਸੀਨੇ ਤੋਂ ਲਗਾ ਲਓ। ਮੈਨੂੰ ਮਿਲਤੇ ਲੈਣ ਦੋ ਕਮਲਿਓ, ਮੇਰੇ ਸੋਹਣੇ ਲਾਲਾ ਹੁਣ ਨਹੀਂ ਮੁੜਨਾ। ਕਹਿੰਦੀ ਜਾਣੇ ਸੇ ਪਹਿਲੇ ਜਰਾ ਸੀਨੇ ਤੋਂ ਲਗਾ ਲੂੰ, चूम के माथा मुंह तो धुला लूं, नन्हे से सरों पे कलगी तो सजा लूं, मरने से पहले तुम्हें दुल्हा तो बना लूं। बड़ी सोहनी तैयारी की दादी ने। दस्तारां सजा के कलगियां ला के मत्थे चुमदी, कदे निक्के निक्के हथ चुमदी, कदे साहिबजादियां दे हलकूम गले वाली जगह इत्थों चुमदी है। कहंदी पुत वेखियो घबरायो ना। ਕਹਿੰਦੇ ਮਾਂ ਉਦਣ ਦੇ ਨਹੀਂ ਘਬਰਾਏ, ਅੱਜ ਕਿੱਥੋਂ ਘਬਰਾਵਾਂਗੇ। ਤੂੰ ਨਾ ਘਬਰਾਈ ਸਾਨੂੰ ਵੇਖ ਕੇ, ਵੇਖੋ ਉੱਥੇ ਕੀ ਬਣਦਿਆ। ਉਹ ਮਾਂ ਉਹਨਾਂ ਨੂੰ ਕਹਿੰਦੀ ਘਬਰਾਇਓ ਨਾ, ਅੱਗੋਂ ਦਾਦੀ ਨੂੰ ਕਹਿੰਦੇ ਤੂੰ ਨਾ ਘਬਰਾਈ, ਕਿਉਂਕਿ ਜਦੋਂ ਸਾਡੀ ਛਾਤੀ ਇੱਟਾਂ ਇੱਥੋਂ ਤੱਕ ਆਈਆਂ ਨਾ, ਦਾਦੀ ਮਾਂ ਤੂੰ ਘਬਰਾਈ ਨਾ। ਵੇਖੋ ਇੱਕ ਸਿਲਸਿਲਾ ਕਿੱਸਾ ਪਿਆਰ ਦਾ। ਭਿੱਜ ਕੇ 2 ਮਿੰਟ ਆਪ ਜੀ ਦੀ ਹੁਣ ਮੈਂ ਲੈ ਜਾਣੇ, ਕਿਉਂਕਿ ਵੱਡਿਆਂ ਦੀ ਕਥਾ ਘੜੀਆਂ 'ਚ ਬੰਦ ਨਹੀਂ ਹੁੰਦੀ। ਘੜੀ ਬੰਦੇ ਦੀ ਬਣਾਈ ਹੋਈ ਹੈ, ਕਥਾ ਰੱਬ ਦੀ ਚੱਲ ਰਹੀ ਹੈ। ਤੇ ਉਸ ਵੇਲੇ ਸਾਧ ਸੰਗਤ ਜੀ ਕਹਿੰਦੇ ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ। ਫਤਿਹ ਨਹੀਂ ਵੇਖੋ ਛੱਡੀ ਜੀ, ਇਹ ਚੇਤਾ ਰੱਖ ਲਿਓ, ਫਤਿਹ ਨਾ ਭੁਲਾਇਓ। ਸਵੇਰੇ ਉੱਠ ਕੇ ਇਕੱਲੇ ਬੁਲਾਇਆ ਕਰੋ ਗੁਰੂ ਗੋਬਿੰਦ ਸਿੰਘ ਨੂੰ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ। ਸੋਹਣੇ ਸੋਹਣੇ ਲਵਾਂ ਦੇ ਵਿੱਚੋਂ ਕਹਿੰਦੇ ਦਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤੇ ਮਹਿਸੂਸ ਕਰਿਓ, ਬੱਚਾ ਬਾਹਰ ਭੇਜਣਾ ਤੁਸੀਂ ਜਾਣੇ ਹੀ ਹੈ ਚੜਾਉਣ, ਤਾਹਾਂ ਨਿਕਲ ਜਾਂਦੀਆਂ ਏ। ਉੱਥੇ ਮਾਂ ਦੇ ਅੰਦਰ ਨੂੰ ਕਿੱਥੋਂ ਕੋਈ ਧਰਾਸ ਦੇਵੇ ਵੀ ਇੰਨੇ ਸੋਹਣੇ ਬੱਚੇ ਤੇ ਚੱਲੇ ਕਿੱਥੇ ਹੈ ਸ਼ਹੀਦ ਹੋਣ। ਤੁਰ ਕੇ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਆਖਰੀ ਮਾਂ ਦੇ ਪੈਰੀਂ ਹੱਥ ਲਾ ਕੇ। ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ। ਕਹਿੰਦੇ ਜਦੋਂ ਬੁਰਜ ਉਤਰਨ ਲੱਗੇ ਤੇ ਸਿਪਾਹੀ ਦੀ ਬਾਂਹ ਖਿੱਚ ਕੇ ਕਹਿੰਦੇ 1 ਮਿੰਟ ਰੁਕੀ, ਚੇਤਾ ਭੁੱਲ ਚੱਲਿਆ ਸੀ।